ਵਰਲਡ ਮੀਡੀਆ ਯੂਐਸਏ ਸੁਣਦੇ ਸਾਰੇ ਦਰਸ਼ਕਾਂ ਨੂੰ ਤੇ ਪਿਆਰੇ ਸਰੋਤਿਆਂ ਨੂੰ ਸੀਮਾ ਗਰੇਵਾਲ, ਡਾਕਟਰ ਸੀਮਾ ਗਰੇਵਾਲ ਦਾ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਪਹਿਲੀ ਕੋਸ਼ਿਸ਼ ਹੈ ਅੱਜ ਇੱਕ ਖਾਸ ਦਿਨ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਜਨਨੀ ਉਸਨੂੰ ਡੈਡੀਕੇਟਿਡ ਅੱਜ ਦਾ ਦਿਨ ਹੈ ਤੇ ਅੱਜ ਦੇ ਦਿਨ ਸ਼ੁਭ ਸ਼ੁਰੂਆਤ ਕਰਨ ਲੱਗੇ ਹਾਂ, ਬਹੁਤ ਹੀ ਪਵਿੱਤਰ ਦਿਨ ਸ਼ੁਭ ਸ਼ੁਰੂਆਤ ਕਰਨ ਲੱਗੇ ਹਾਂ। ਤੁਹਾਡੀ ਖਿਦਮਤ ਦੇ ਵਿੱਚ ਲੈ ਸੀਮਾ ਜੀ ਸਤਿ ਸ਼੍ਰੀ ਅਕਾਲ ਤੇ ਵਰਲਡ ਮੀਡੀਆ ਯੂਐਸਏ ਦੇਖ ਰਹੇ ਸਾਰੇ ਸਰੋਤਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੀਮਾ ਜੀ ਆਵਾਜ਼ ਆ ਰਹੀ ਹੈ? ਜੀ ਕਨੈਕਸ਼ਨ ਥੋੜਾ ਜਿਹਾ ਕਮਜ਼ੋਰ ਹੋ ਗਿਆ ਸੀ ਵਿੱਚੋਂ, ਹੋ ਜਾਂਦਾ ਟੈਕਨੀਕਲ ਚੀਜ਼ਾਂ ਨੇ ਆਪ ਦੇ ਜਾਂਦੀ ਹੈ ਸਮਟਾਈਮਸ। ਸੋ ਮੈਂ ਗੱਲ ਕਰ ਰਹੀ ਸੀ ਕਿ ਅੱਜ ਦੇ ਬਹੁਤ ਹੀ ਪਵਿੱਤਰ ਦਿਨ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ ਲੈ ਕੇ ਪ੍ਰੋਗਰਾਮ ਹੈਲਦੀ ਡੋਜ਼, ਜਿਸ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਸਿਹਤ ਦੇ ਨਾਲ ਸੰਬੰਧਿਤ, ਕਿਉਂਕਿ ਅੱਜ ਜੋ ਮਾਹੌਲ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਸਭ ਤੋਂ ਅਹਿਮ ਜਿਹੜੀ ਦੌਲਤ ਹੋ ਗਈ ਹੈ ਉਹ ਹੈ ਸਿਹਤ। ਔਰ ਸਿਹਤ ਨੂੰ ਅਸੀਂ ਮੇਨਟੇਨ ਕਿਸ ਤਰ੍ਹਾਂ ਰੱਖਣਾ, ਜਦੋਂ ਸਿਹਤ ਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਇਸ ਮਸ਼ੀਨਰੀ ਦੇ ਵਿੱਚ ਜਦੋਂ ਕੋਈ ਖਰਾਬੀ ਆਉਂਦੀ ਹੈ ਤਾਂ ਨੈਚੁਰਲੀ ਸਾਨੂੰ ਡਾਕਟਰਸ ਦੇ ਕੋਲ ਜਾਣਾ ਪੈਂਦਾ, ਹਸਪੀਟਲਸ ਦੇ ਵਿੱਚ ਜਾਣਾ ਪੈਂਦਾ। ਪਰ ਇਸ ਨੂੰ ਅਸੀਂ ਮੇਨਟੇਨ ਕਿਵੇਂ ਰੱਖਣਾ, ਉਹਦੇ ਵਾਸਤੇ ਸਾਨੂੰ ਕੁਝ ਖਾਸ ਚੀਜ਼ਾਂ ਦੀ ਜ਼ਰੂਰਤ ਹੈ, ਕੁਝ ਖਾਸ ਨੁਕਤਿਆਂ ਦੀ ਜ਼ਰੂਰਤ ਹੈ, ਨੁਸਖਿਆਂ ਦੀ ਜ਼ਰੂਰਤ ਹੈ, ਸਲਾਹ ਦੀ, ਮਸ਼ਵਰੇ ਦੀ ਜ਼ਰੂਰਤ ਹੈ। ਸੋ ਉਸ ਖਾਤਰ ਮੈਂ ਤੁਹਾਡੇ ਰੂਬਰੂ ਕਰਾਂਗੀ ਡਾਕਟਰ ਰਿਤੇਸ਼ ਚਾਵਲਾ ਜੀ ਨੂੰ, ਜਿਹੜੇ ਕਿ MD ਕਰ ਚੁੱਕੇ ਨੇ ਆਯੁਰਵੇਦ ਦੇ ਵਿੱਚ। ਸੋ ਉਹਨਾਂ ਦਾ ਰਲ ਕੇ ਕਰਦੇ ਹਾਂ ਸਵਾਗਤ। ਡਾਕਟਰ ਰਿਤੇਸ਼ ਚਾਵਲਾ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇਸ ਮੰਚ ਦੇ ਉੱਪਰ ਜਿਸ ਦਾ ਨਾਮ ਹੈ ਵਰਲਡ ਮੀਡੀਆ USA। ਸੀਮਾ ਜੀ ਮੇਰੇ ਵੱਲੋਂ ਤੇ ਤਮਾਮ ਦਰਸ਼ਕਾਂ ਵੱਲੋਂ ਵਰਲਡ ਮੀਡੀਆ USA ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਜੀ ਬਹੁਤ-ਬਹੁਤ ਸਵਾਗਤ, ਵੈਲਕਮ ਵੰਸ ਅਗੇਨ। ਸੋ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਯਾਦ ਕਰ ਲਈਏ, ਇਸ ਨੂੰ ਡੈਡੀਕੇਟਿਡ ਕੁਝ ਅਲਫਾਜ਼ ਸਾਂਝੇ ਕਰੀਏ ਜ਼ਰੂਰ। ਅੱਜ ਜਿਵੇਂ ਕਿ ਸਾਰੇ ਜਾਣਦੇ ਨੇ ਮਾਂ ਦਿਵਸ ਹੈ, ਸੋ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਨੇ ਉਹਨਾਂ ਨੂੰ ਅੱਜ ਦਾ ਦਿਨ ਬਹੁਤ-ਬਹੁਤ ਮੁਬਾਰਕ। ਔਰ ਜਿਨ੍ਹਾਂ ਦੀਆਂ ਮਾਵਾਂ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਗਈਆਂ ਨੇ ਉਹਨਾਂ ਨੂੰ ਉਹਨਾਂ ਦੀਆਂ ਯਾਦਾਂ ਮੁਬਾਰਕ। ਸੋ ਡਾਕਟਰ ਸਾਹਿਬ, ਤੁਹਾਡੇ ਤੇ ਮੇਰੇ ਜਿਹੜੇ ਵਿਚਾਰ ਤਾਂ ਨਹੀਂ ਮੈਂ ਕਵਾਂਗੀ, ਜਿਹੜੇ ਅਹਿਸਾਸ ਨੇ ਉਹ ਤਕਰੀਬਨ ਇੱਕੋ ਜਿਹੇ ਨੇ, ਕਿਉਂਕਿ ਮੈਂ ਜੇ ਆਪਣੀ ਮਾਂ ਨੂੰ 4 ਸਾਲ ਪਹਿਲਾਂ ਗਵਾ ਚੁੱਕੀ ਹਾਂ, ਤੁਸੀਂ ਕੁਝ ਮਹੀਨੇ ਪਹਿਲਾਂ ਗਵਾ ਚੁੱਕੇ ਹੋ। ਸੋ ਮੈਂ ਆਪਣੀ ਇੱਕ ਪੋਇਮ ਡੈਡੀਕੇਟਿਡ ਕਰਦੀ ਹਾਂ ਮਾਵਾਂ ਦੇ ਨਾਮ, ਤੁਹਾਡੀ ਮਾਂ ਦੇ ਨਾਮ, ਮੇਰੀ ਮਾਂ ਦੇ ਨਾਮ, ਕਿ ਥਾਵਾਂ ਵੀ ਨੇ, ਹਾਵਾਂ ਵੀ ਨੇ, ਥਾਵਾਂ ਵੀ ਨੇ, ਹਾਵਾਂ ਵੀ ਨੇ, ਅਹਿਸਾਸ ਵੀ ਹੈ, ਪਿਆਸ ਵੀ ਹੈ, ਘਰ ਭਰਿਆ ਤਾਂ ਹੈ ਪਰ ਸੁੰਨਾ ਜਿਹਾ ਹੈ, ਜੀ ਸਾਰੇ ਤਾਂ ਨੇ ਪਰ ਉਹੀ ਨਹੀਂ ਹੈ, ਕੋਈ ਜਿਸ ਦੀ ਥਾਂ ਨਹੀਂ ਹੈ, ਵਸਦੇ ਜੱਗ ਵਿੱਚ ਅੱਜ ਮਾਂ ਨਹੀਂ ਹੈ, ਕਦਮਾਂ ਦੇ ਨਿਸ਼ਾਨ ਤਾਂ ਨੇ ਪਰ ਕਦਮ ਗੁਆਚ ਗਏ, ਕਦਮਾਂ ਦੇ ਨਿਸ਼ਾਨ ਤਾਂ ਨੇ ਪਰ ਕਦਮ ਗੁਆਚ ਗਏ। ਸੋ ਮੈਨੂੰ ਲੱਗਦਾ ਹੈ ਕਿ ਜੇ ਅੱਜ ਅਸੀਂ ਆਪਣੇ ਪ੍ਰੋਫੈਸ਼ਨ ਦੇ ਰਿਲੇਟਿਡ, ਆਪਣੀ ਜ਼ਾਤ ਦੇ ਰਿਲੇਟਿਡ, ਆਪਣੇ ਵਜੂਦ ਦੇ ਰਿਲੇਟਿਡ, ਆਪਣੇ ਵਿਚਾਰਾਂ ਦੇ ਰਿਲੇਟਿਡ ਗੱਲਬਾਤ ਕਰਨ ਦੇ ਕਾਬਿਲ ਹੋਏ ਹਾਂ, ਅੱਜ ਦੁਨੀਆ ਦੇ ਰੂਬਰੂ ਹੋ ਰਹੇ ਹਾਂ, ਤਾਂ ਇਹ ਉਹ ਕਦਮਾਂ ਦੇ ਨਿਸ਼ਾਨ ਨੇ ਜਿਹੜੇ ਸਾਡੀ ਮਿੱਟੀ ਦੇ ਉੱਪਰ, ਸਾਡੇ ਵਜੂਦ ਦੇ ਉੱਪਰ ਨਕਸ਼ ਨੇ, ਔਰ ਉਸ ਦਿਨ ਤੱਕ ਨਕਸ਼ ਰਹਿਣਗੇ ਜਦੋਂ ਤੱਕ ਸਾਨੂੰ ਆਖਰੀ ਸਾਹ ਨਹੀਂ ਆ ਜਾਂਦਾ। ਲੇਕਿਨ ਜਦੋਂ ਤੱਕ ਆਖਰੀ ਸਾਹ ਨਹੀਂ ਆ ਜਾਂਦਾ, ਉਦੋਂ ਤੱਕ ਜਿੰਨੇ ਵੀ ਸਾਹ ਨੇ ਉਹ ਸਾਡੇ ਵੀ ਸੁਖਾਲੇ ਹੋ ਗੁਜ਼ਰਨ ਤੇ ਸਾਡੇ ਜਿਹੜੇ ਮਿੱਤਰ ਪਿਆਰਿਆਂ ਦੇ ਵੀ ਸੁਖਾਲੇ ਹੋ ਗੁਜ਼ਰਨ। ਉਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਕੁਝ ਵਿਚਾਰ ਉਹਨਾਂ ਨਾਲ ਸਾਂਝੇ ਕੀਤੇ ਜਾਣ, ਕੁਝ ਉਹਨਾਂ ਦੇ ਤੱਕ ਐਡਵਾਈਸ ਪਹੁੰਚਾਈ ਜਾਏ। ਸੋ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਇੱਕ ਛੋਟਾ ਜਿਹਾ ਮਿਊਜ਼ੀਕਲ ਨੋਟ ਮੈਂ ਨਜ਼ਰ ਕੀਤੀਆਂ ਸਰੋਤਿਆਂ ਦਰਸ਼ਕਾਂ ਦੇ ਨਾਮ, ਤੁਹਾਡੇ ਨਾਮ, ਜਿਹੜਾ ਕਿ ਮੇਰੀ ਆਪਣੀ ਹੀ ਲਿਖਤ ਹੈ, ਰਿਕਾਰਡਡ ਹੈ। ਸੋ ਉਹ ਸੁਣਦੇ ਹਾਂ, ਕੁਝ ਮਿੰਟਸ ਦੀ ਗੱਲ ਹੈ, ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਮਾਂ ਦੀ ਖੁਸ਼ਬੂ, ਤਾਉਮਰ रूहों से हिंज तरती रहेगी,
माँ दी खुशबू ता उम्र रूहो ज़हन च तरती रहेगी। माँ दी छो दी सिक श्वास श्वास जिਉਂਦੀ रहेगी मरती रहेगी सिर ते छावां वाली थां अद्धी खाली नैना वाली काकर चों चों के भी नक्को नक पड़ती रहेगी निक्के सेक वाली नुक्कर वक्ता वाली शिखर दोपहरे भी ठहरती रहेगी निक्की सेक वाली नुक्कर वक्ता वाली शिखर दोपहरे भी ठहरती रहेगी ਸੋ ਡਾਕਟਰ ਚਾਵਲਾ ਜੀ ਮੇਰੇ ਨਾਲ ਨੇ ਡਾਕਟਰ ਸਾਹਿਬ ਉਹਨਾਂ ਵਿਛੜੀਆਂ ਰੂਹਾਂ ਨੂੰ ਇੱਕ ਵਾਰੀ ਫੇਰ ਨਮਨ ਕਰਦੇ ਹਾਂ ਜੀ ਔਰ ਹੈਪੀ ਮਦਰਸ ਡੇ ਟੂ ਆਲ ਦੋਜ਼ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਨੇ ਫਿਰ ਇੱਕ ਵਾਰੀ ਕਵਾਂਗੀ ਜਿਨ੍ਹਾਂ ਦੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਉਹਨਾਂ ਦੀਆਂ ਯਾਦਾਂ ਮੁਬਾਰਕ ਸੋ ਦਰਸ਼ਕੋ ਸਰੋਤਿਓ ਪਿਆਰਿਓ ਹਾਜ਼ਰਾਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਪ੍ਰੋਗਰਾਮ ਹੈਲਦੀ ਡੋਜ਼ ਪਹਿਲੀ ਕੋਸ਼ਿਸ਼ ਹੈ ਔਰ ਮੇਰੇ ਨਾਲ ਨੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਲਈ ਰੈਮਡੀਜ਼ ਲੈ ਕੇ ਹਾਜ਼ਰਾਂ ਸਿਹਤ ਪੱਖੀ ਗੱਲਾਂ ਲੈ ਕੇ ਹਾਜ਼ਰਾਂ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਅੱਜ ਦੇ ਦੌਰ ਵਿੱਚ ਸਿਹਤ ਸਭ ਤੋਂ ਵੱਡਾ ਖਜ਼ਾਨਾ ਹੈ ਸਭ ਤੋਂ ਵੱਡੀ ਦੌਲਤ ਹੈ ਉਸਨੂੰ ਸਾਂਭ ਰੱਖਣਾ ਉਸਨੂੰ ਜੋੜਨਾ ਉਸਦੇ ਵਿੱਚ ਵਾਧਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੋ ਮੇਰੇ ਨਾਲ ਨੇ ਡਾਕਟਰ ਰਿਤੇਸ਼ ਚਾਵਲਾ ਜੀ ਜਿਹੜੇ ਕਿ MD ਇਨ ਆਯੁਰਵੇਦਾ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ ਡਾਕਟਰ ਰਿਤੇਸ਼ ਚਾਵਲਾ ਜੀ ਵੈਲਕਮ ਵਨਸ ਅਗੇਨ ਥੋੜਾ ਜਿਹਾ ਤੁਹਾਡੇ ਬਾਰੇ ਜਾਣ ਲਈਏ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਬਾਰੇ ਜਾਣਾ ਕਿ ਤੁਸੀਂ ਕੀ ਕਰ ਚੁੱਕੇ ਹੋ ਕੀ ਕਰਦੇ ਹੋ ਤੁਸੀਂ ਜੋ ਵੀ ਕਰਦੇ ਹੋ ਜੋ ਵੀ ਕਰ ਚੁੱਕੇ ਹੋ ਉਹਦੇ ਵਿੱਚ ਤੁਹਾਡੀ ਮਾਂ ਦਾ ਕਿੰਨਾ ਕੁ ਵੱਡਾ ਯੋਗਦਾਨ ਹੈ ਜੀ ਆਈ ਥਿੰਕ ਡਾਕਟਰ ਰਿਤੇਸ਼ ਚਾਵਲਾ ਜੀ ਦਾ ਥੋੜਾ ਜਿਹਾ ਕਨੈਕਸ਼ਨ ਕਿਤੇ ਵੀਕ ਹੈ ਮੈਂ ਉਹਨਾਂ ਬਾਰੇ ਥੋੜਾ ਜਿਹਾ ਦੱਸਦੀ ਹਾਂ ਕਿ ਡਾਕਟਰ ਰਿਤੇਸ਼ ਚਾਵਲਾ ਜੀ ਨੇ MD ਇਨ ਆਯੁਰਵੇਦ ਕੀਤੀ ਹੈ ਜੀ ਬੰਬੇ ਤੋਂ ਮੁੰਬਈ ਤੋਂ ਔਰ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਕੋਲ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਆਯੁਰਵੈਦਿਕ ਮੈਡੀਸਨ ਦੇ ਵਿੱਚ ਹੈ ਕਾਈ ਚਿਕਿਤਸਾ ਜਿਸ ਨੂੰ ਅਸੀਂ ਕਹਿੰਦੇ ਹਾਂ ਜਿਵੇਂ ਕਿ MD ਇਨ ਮੈਡੀਸਨ ਹੁੰਦਾ ਮਾਡਰਨ ਸਾਇੰਸ ਦੇ ਵਿੱਚ ਉਸੇ ਤਰ੍ਹਾਂ ਆਯੁਰਵੇਦ ਦੇ ਵਿੱਚ ਉਸੇ ਨੂੰ ਕਾਈ ਚਿਕਿਤਸਾ ਕਹਿ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਸੰਪੂਰਨ ਸਰੀਰ ਬਾਰੇ ਉਸਦੇ ਰੱਖ ਰਖਾਵ ਬਾਰੇ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹੁਣ ਡਾਕਟਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਆਪਣੀ ਪ੍ਰਾਈਵੇਟ ਕਲੀਨਿਕ ਹੈ ਪ੍ਰਾਈਵੇਟ ਸੈਟਅਪ ਹੈ ਔਰ ਲੈਕਚਰਸ ਵੀ ਲੈਂਦੇ ਪੰਚਕਰਮ ਖਾਸ ਕਰਕੇ ਉਹਦੇ ਵਿੱਚ ਜਿਹੜੇ ਆ ਵਿਧੀਆਂ ਨੇ ਉਸਨੂੰ ਅਪਣਾਉਂਦੇ ਨੇ ਕੀ ਹੈ ਪੰਚਕਰਮ ਕਿਸ ਤਰ੍ਹਾਂ ਕੀਤਾ ਜਾਂਦਾ ਉਹ ਵੀ ਉਹਨਾਂ ਤੋਂ ਜਾਣਾਂਗੇ ਔਰ ਆਯੁਰਵੈਦਿਕ ਦੇ ਵਾਸਤੇ ਉਹਨਾਂ ਦੀ ਆਪਣੀ ਫਾਰਮੇਸੀ ਵੀ ਹੈ ਜਿਹਦੇ ਵਿੱਚ ਪ੍ਰੋਡਕਸ਼ਨ ਵੀ ਹੁੰਦੀ ਹੈ ਔਰ ਵਰਲਡ ਵਾਈਡ ਉਹ ਪਹੁੰਚਾਉਂਦੇ ਵੀ ਨੇ ਮੈਡੀਸਿਨਸ ਔਰ ਅੱਜ ਕੱਲ੍ਹ ਜਿਵੇਂ ਆ ਕਿ ਆਨਲਾਈਨ ਕੰਸਲਟੇਸ਼ਨ ਵੀ ਚੱਲਦੀ ਹੈ ਔਰ ਉਹਨਾਂ ਨੂੰ ਪਰਸਨਲ ਗੱਲਬਾਤ ਕੀਤੀ ਜਾ ਸਕਦੀ ਹੈ ਲੇਕਿਨ ਅੱਜ ਦਾ ਜਿਹੜਾ ਮੇਨ ਫੋਕਸ ਰਹੇਗਾ ਉਹ ਮੈਂ ਚਾਹੁੰਦੀ ਹਾਂ ਕਿ ਆਪਣਾ ਰਵੇ ਕਿ ਇਮਿਊਨਿਟੀ ਨੂੰ ਕਿਸ ਤਰ੍ਹਾਂ ਅਸੀਂ ਬੂਸਟ ਕਰਨਾ ਹੈ ਕਿਸ ਤਰ੍ਹਾਂ ਮੇਨਟੇਨ ਕਰਨਾ ਹੈ ਕਿਉਂਕਿ ਸਭ ਤੋਂ ਵੱਡੀ ਜ਼ਰੂਰਤ ਹੋ ਗਈ ਹੈ ਜਿੰਨਾ ਵੀ ਪ੍ਰਚਾਰਿਆ ਜਾ ਰਿਹਾ ਮੀਡੀਆ ਦੇ ਵਿੱਚ ਔਰ ਸਭ ਜਗ੍ਹਾ ਤੇ ਖਾਸ ਕਰਕੇ ਫੋਕਸ ਇਹ ਰਹਿ ਰਿਹਾ ਕਿ ਇਮਿਊਨਿਟੀ ਜੇ ਸਾਡੀ ਚੰਗੀ ਹੈ ਤੇ ਅਸੀਂ ਕਰੋਨਾ ਵਰਗੀ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ ਬਚਾਓ ਵੀ ਕਰ ਸਕਦੇ ਹਾਂ ਔਰ
ਉਸ ਦੇ ਵਿੱਚ ਵਾਧਾ ਨਾ ਹੋਵੇ, ਉਹ ਸਾਡੇ ਸਰੀਰ ਨੂੰ ਜ਼ਿਆਦਾ ਨੁਕਸਾਨ ਨਾ ਪਹੁੰਚਾਵੇ, ਸਾਡੀ ਜ਼ਿੰਦਗੀ ਨੂੰ ਜ਼ਿਆਦਾ ਨੁਕਸਾਨ ਨਾ ਪਹੁੰਚਾਵੇ। ਉਸਦੇ ਵਾਸਤੇ ਜ਼ਰੂਰੀ ਹੈ ਕਿ ਸਾਡੀ ਰੋਗ ਪ੍ਰਤੀਰੋਧਕ ਜਿਹੜੀ ਸ਼ਕਤੀ ਹੈ, ਜਿਸਨੂੰ ਅਸੀਂ ਇਮਿਊਨਿਟੀ ਕਹਿ ਦਿੰਦੇ ਹਾਂ, ਉਸਨੂੰ ਮੇਨਟੇਨ ਕਿਵੇਂ ਰੱਖਣਾ, ਉਸਨੂੰ ਬੂਸਟ ਕਿਵੇਂ ਕਰਨਾ। ਇਹਦੇ ਵਾਸਤੇ ਜਾਣਾਂਗੇ ਰੈਮਡੀਜ਼ ਕੁਛ ਡਾਕਟਰ ਰਿਤੇਸ਼ ਚਾਵਲਾ ਜੀ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸੀਮਾ ਜੀ। ਵਿੱਚ ਅਵਤਾਰ ਜੀ ਜੇਕਰ ਤੁਸੀਂ ਜੀ ਜੀ ਮੈਂ ਕਹਿ ਰਿਹਾ ਸੀਗਾ ਕਿ ਸਾਰਾ ਰੋਲ ਜਿਹੜੇ ਮੇਰੇ ਮਾਤਾ ਪਿਤਾ ਨੇ ਜੋ ਵੀ ਮੈਂ ਖਾਣਾ ਜਾਂ ਜੋ ਵੀ ਮੈਂ ਕਰਦਾ ਹਾਂ ਉਹ ਉਹਨਾਂ ਦੇ ਪੁਸ਼ਅਪ ਕਰਕੇ ਹੀ ਹੈ, ਕਿਉਂਕਿ ਸ਼ਾਇਦ ਮੈਂ ਤੇ ਕਦੀ ਆਯੁਰਵੇਦ ਦੇ ਵਿੱਚ ਆਉਣਾ ਨਹੀਂ ਚਾਹੁੰਦਾ ਸੀਗਾ, ਨਾ ਹੀ ਮੈਂ ਕਦੀ ਸੋਚਿਆ ਸੀਗਾ, ਪਰ ਸਾਰਾ ਜੋ ਵੀ ਮੇਰਾ ਪੜ੍ਹਾਈ ਸਕੂਲਿੰਗ ਸਾਰਾ ਟਾਈਮ ਮੰਮੀ ਪਾਪਾ ਦੋਵੇਂ ਮੈਨੂੰ ਲੈ ਕੇ ਬੈਠੇ ਰਹਿੰਦੇ ਸੀਗੇ ਤੇ ਉਹਨਾਂ ਦੀ ਮਦਦ ਦੇ ਨਾਲ ਅੱਜ ਮੈਂ MD ਕਰ ਚੁੱਕਾ ਤੇ ਜੋ ਵੀ ਪੇਸ਼ੈਂਟ ਦੇਖ ਰਹੇ ਆ ਜਾਂ ਜੋ ਵੀ ਪੇਸ਼ੈਂਟ ਠੀਕ ਹੋ ਰਹੇ ਨੇ ਉਹ ਸਾਰੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ। ਜੀ ਜੀ ਔਰ ਡਾਕਟਰ ਸਾਹਿਬ ਥੋੜਾ ਜਿਹਾ ਆਪਣੇ ਬਾਰੇ ਦੱਸਣਾ ਕਿ ਤੁਸੀਂ ਕੀ ਕਰ ਚੁੱਕੇ ਹੋ, ਕਿੱਥੋਂ ਕੀਤੀ ਔਰ ਅੱਜ ਕੱਲ ਕੀ ਕਰ ਰਹੇ ਹੋ। ਥੋੜਾ ਜਿਹਾ ਮੈਂ ਕੋਸ਼ਿਸ਼ ਕੀਤੀ ਸੀ ਕਿ ਤੁਹਾਡੇ ਬਾਰੇ ਇੰਟਰੋਡਿਊਸ ਕਰਵਾ ਦੇਵਾਂ, ਲੇਕਿਨ ਤੁਸੀਂ ਆਪਣੀ ਜ਼ਬਾਨੀ ਕਰਾਓਗੇ ਤੇ ਹੋਰ ਜ਼ਿਆਦਾ ਚੰਗਾ ਲੱਗੇਗਾ। ਮੈਂ ਆਪਣਾ ਗ੍ਰੈਜੂਏਸ਼ਨ ਅੰਮ੍ਰਿਤਸਰ ਤੋਂ ਲక్ష్మణ ਆਯੁਰਵੈਦਿਕ ਕਾਲਜ ਤੋਂ ਕੀਤਾ। ਉਸ ਤੋਂ ਬਾਅਦ ਮੈਂ ਆਪਣਾ ਪੋਸਟ ਗ੍ਰੈਜੂਏਸ਼ਨ ਕੀਤਾ ਆਯੁਰਵੈਦਿਕ ਮੈਡੀਸਨ ਐਂਡ ਪੰਚਕਰਮਾ ਦੇ ਵਿੱਚ ਮੁੰਬਈ ਤੋਂ। ਉਸ ਤੋਂ ਬਾਅਦ ਮੈਂ ਵਾਪਸ 2011 ਤੋਂ ਲੈ ਕੇ ਅੱਜ ਤੱਕ ਮੈਂ ਜੋ ਵੀ ਆਪਣੀ ਸਰਵਿਸਿਜ਼ ਨੇ ਉਹ ਅੰਮ੍ਰਿਤਸਰ ਦੇ ਵਿੱਚ ਦੇ ਰਿਹਾ, ਜਿੱਥੇ ਆਪਾਂ ਸਪੈਸ਼ਲਾਈਜ਼ਡ ਟ੍ਰੀਟਮੈਂਟ ਕਰਦੇ ਹਾਂ, ਪਿਓਰਲੀ ਆਯੁਰਵੈਦਿਕ ਟ੍ਰੀਟਮੈਂਟ ਕਰਦੇ ਹਾਂ ਰਿਗਾਰਡਿੰਗ हेयर फॉल एंड स्किन डिसऑर्डर्स, जॉइंट डिसऑर्डर्स, फीमेल इनफर्टिलिटी, मेल इनफर्टिलिटी एंड डेफनेस। ये मैक्सिमम पेशेंट्स ਜਿਹੜੇ ਨੇ ਆਪਾਂ ਅੱਜਕੱਲ ਆਪਣੇ ਸੈਂਟਰ ਦੇ ਵਿੱਚ एंड दैट आल्सो विद प्योरली आयुर्वेदिक मेडिसिन। जी, हालांकि मैं ਤੁਹਾਡੀ ਗੱਲ ਪੂਰੀ ਤਰ੍ਹਾਂ ਸੁਣ ਨਹੀਂ ਸਕੀ ਕਿਉਂਕਿ ਬਹੁਤ ਆਵਾਜ਼ ਕੱਟ ਰਹੀ ਸੀ। ਦਰਸ਼ਕ ਵੀ ਦੱਸ ਸਕਦੇ, ਸਰੋਤੇ ਵੀ ਦੱਸ ਸਕਦੇ ਜਾਂ ਸਾਡੀ ਟੈਕਨੀਕਲ ਟੀਮ ਦੱਸ ਸਕਦੀ ਹੈ ਕਿ ਕਿਵੇਂ ਦੀ ਬ੍ਰੌਡਕਾਸਟਿੰਗ ਜਾ ਰਹੀ ਹੈ, ਟੈਲੀਕਾਸਟ ਕਿਵੇਂ ਦਾ ਜਾ ਰਿਹਾ। ਸੋ ਥੋੜਾ ਜਿਹਾ ਦੱਸਣਾ ਕਿ ਕਿਸ ਤਰ੍ਹਾਂ ਦੇ ਤੁਸੀਂ ਪ੍ਰੈਕਟਿਸ ਦੇ ਜਿਹੜੇ ਟੈਕਟਿਕਸ ਆਪਣੀ ਕਲੀਨਿਕ ਦੇ ਵਿੱਚ ਅਜ਼ਮਾ ਰਹੇ ਹੋ, ਕਿਸ ਤਰ੍ਹਾਂ ਦੇ ਪੇਸ਼ੈਂਟਸ ਤੁਹਾਡੇ ਕੋਲ ਜ਼ਿਆਦਾ ਹੁੰਦੇ ਨੇ ਔਰ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਪ੍ਰੈਕਟਿਸ ਦੇ ਵਿੱਚ? ਆਲਮੋਸਟ 12 ਸਾਲ ਹੋ ਚੁੱਕੇ ਨੇ ਪ੍ਰੈਕਟਿਸ ਕਰਦੇ ਨੂੰ ਤੇ ਇਸ ਦੇ ਵਿੱਚ ਆਪਾਂ ਆਪਣੀ ਕਲੀਨਿਕ ਦੇ ਵਿੱਚ ਮੈਕਸਿਮਮ हेयर एंड स्कैल्प डिसऑर्डर ਜਿੱਦਾਂ ਐਲੋਪੇਸ਼ੀਆ ਐਰੀਏਟਾ, ਐਲੋਪੇਸ਼ੀਆ ਟੋਟਾਲਿਸ, ਐਲੋਪੇਸ਼ੀਆ ਯੂਨੀਵਰਸੈਲਿਸ, ਬੇਸਿਕਲੀ ਉਹ ਪ੍ਰੋਬਲਮਸ ਨੇ ਜਿਨ੍ਹਾਂ ਦਾ ਮਾਡਰਨ ਸਾਇੰਸ ਦੇ ਵਿੱਚ ਕੋਈ ਹੱਲ ਨਹੀਂ ਹੈ। ਇਸ ਬਿਮਾਰੀ ਦੇ ਵਿੱਚ ਸਿਰ ਦੇ ਉੱਤੇ ਵਾਲ ਜਿਹੜੇ ਨੇ ਉਹ ਪੈਚਸ ਦੇ ਰੂਪ ਦੇ ਵਿੱਚ ਚਲੇ ਜਾਂਦੇ ਨੇ ਜਾਂ ਫਿਰ ਪੂਰੇ ਸਿਰ ਤੇ ਵਾਲ ਚਲੇ ਜਾਂਦੇ ਨੇ ਜਾਂ ਫਿਰ ਪੂਰੀ ਬੋਡੀ ਦੇ ਹੀ ਵਾਲ ਚਲੇ ਜਾਂਦੇ ਨੇ। ਤੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆਪਾਂ ਪੇਸ਼ੈਂਟ ਨੂੰ ਆਯੁਰਵੇਦ ਅਤੇ ਪੰਚਕਰਮ ਦੀ ਇੰਟਰਨਲ ਮੈਡੀਸਨ, ਇੰਟਰਨਲ ਆਇਲਿੰਗ ਜਾਂ ਫਿਰ ਐਕਸਟਰਨਲ ਹੇਅਰ ਪੈਕਸ ਇਦਾਂ ਦਾ ਜੋ ਵੀ ਪ੍ਰੋਸੀਜਰ ਆਪਾਂ ਪੇਸ਼ੈਂਟ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਜ਼ਰੂਰਤ ਪੈਂਦੀ ਹੈ ਉਹ ਦੇ ਕੇ ਆਪਾਂ ਉਸ ਪੇਸ਼ੈਂਟ ਦੇ ਵਾਲ ਉਗਾਉਣ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿੰਨੇ ਵੀ ਜੁਆਇੰਟ ਪੇਨਸ ਦੇ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਆਪਾਂ ਪੰਚਕਰਮਾ ਜੀ ਮੈਂ ਤੁਹਾਨੂੰ ਡਾਕਟਰ ਸਾਹਿਬ ਇੱਕ ਮਿੰਟ ਮੈਂ ਤੁਹਾਨੂੰ ਦੋਨੋਂ ਨੂੰ ਇੱਕ ਬੇਨਤੀ ਕਰਨੀ ਹੈ ਵੀ ਅਗਰ ਤੁਹਾਡੀ ਵੀਡੀਓ ਪਰਫੈਕਟ ਆ ਰਹੀ ਹੈ ਬਟ ਤੁਹਾਡੇ ਦੋਨੋਂ ਕੋਲੇ ਜਾਂ ਤਾਂ YouTube ਜਾਂ Facebook ਦੇ ਉੱਤੇ ਕੋਈ ਨਾ ਵੀਡੀਓ ਪਲੇ ਹੋ ਰਹੀ ਹੈ, ਉਹਨੂੰ ਤੁਸੀਂ ਪਲੀਜ਼ ਸਾਡੀ ਗੱਲ ਸਹੀ ਤਰੀਕੇ ਨਾਲ ਪਹੁੰਚ ਸਕਦੀ ਹੈ ਤੇ ਜੇ ਇਸ ਨੂੰ ਅਸੀਂ ਸਹੀ ਤਰੀਕੇ ਨਾਲ ਨਹੀਂ ਕੰਟੀਨਿਊ ਕਰਾਂਗੇ ਤਾਂ ਫਿਰ ਮੈਂ ਇਜਾਜ਼ਤ ਚਾਹਾਂਗਾ। ਹਾਂਜੀ ਮੈਂ ਤੁਹਾਨੂੰ ਇੱਕ ਬੇਨਤੀ ਕਰ ਰਹੀ ਹਾਂ, ਅਗਰ ਤੁਸੀਂ ਮੇਰੀ ਦੋਨੇ ਜਣੇ ਆਵਾਜ਼ ਸੁਣ ਪਾ ਰਹੇ ਹੋ? ਹਾਂਜੀ ਤੁਹਾਡੇ ਨੇੜੇ ਨਾ ਜਾਂ ਤਾਂ ਕੋਈ ਫੋਨ ਦੇ ਉੱਤੇ ਜਾਂ ਕਿਸੇ ਕੰਪਿਊਟਰ ਦੇ ਉੱਤੇ ਕੋਈ ਵੀਡੀਓ ਪਲੇ ਹੋ ਰਹੀ ਹੈ ਜਿਹੜੀ ਮਤਲਬ ਜਿਹਦੀ ਆਵਾਜ਼ ਵਾਪਸ ਆ ਰਹੀ ਹੈ ਤੇ ਉਹ YouTube ਦੇ ਉੱਤੇ ਜਾਂ ਜਿਹੜਾ ਲਾਈਵ ਜਾ ਰਿਹਾ ਉਹ ਪਲੇ ਹੋ ਰਿਹਾ ਕਿਤੇ, ਜਾਂ ਤਾਂ ਉਹਨੂੰ ਆਪਾਂ ਬੰਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੀ ਮੇਰਾ ਖਿਆਲ ਤੁਹਾਡੇ ਡਾਕਟਰ ਸਾਹਿਬ ਦੀ ਵੀਡੀਓ ਦੇ ਵਿੱਚ ਬੜੀ ਐਕੋ ਹੈ। ਹੁਣ ਦੇਖੋ ਜੀ ਤੁਹਾਨੂੰ ਗੁਜ਼ਾਰਿਸ਼ ਥੋੜਾ ਜਿਹਾ ਤੁਸੀਂ ਟੇਕ ਓਵਰ ਕਰੋਗੇ 1-2 ਮਿੰਟ ਸਾਡੇ ਬਾਰੇ ਕੋਈ ਗੱਲ ਕਰ ਲਓ, ਉਨੀ ਦੇਰ ਅਸੀਂ ਆਪਣੇ ਕੈਮਰਾਜ਼ ਆਫ ਕਰਕੇ ਥੋੜੀ ਜਿਹੀ ਮੈਂ ਸੈਟਿੰਗ ਕਲੀਅਰ ਕਰ ਲਾਂ। ਔਰ ਮੇਰੇ ਖਿਆਲ ਦਰਸ਼ਕ ਇਸ ਗੱਲ ਲਈ ਮਾਫ ਕਰਨਗੇ ਕਿ ਪਹਿਲੀ ਵਾਰ ਹੈ
ਜੋ ਸਾਰੇ ਟ੍ਰਾਇਲਸ ਹੁੰਦੇ ਕੋਈ ਗੱਲ ਨਹੀਂ ਡਾਕਟਰ ਸਾਹਿਬ, ਗੱਲ ਇਹ ਹੈ ਵੀ ਮੈਨੂੰ ਇੰਨੇ ਇਸ ਟੌਪਿਕ ਬਾਰੇ ਇੰਨਾ ਤਾਂ ਨਹੀਂ ਪਤਾ ਕੀ ਕਹਿੰਦੇ ਨੇ, ਪਰ ਕੀ ਕਹਿੰਦੇ ਨੇ ਤੁਸੀਂ ਹਲੇ ਜਿਹੜੀਆਂ ਆਪਣੀ ਸੈਟਿੰਗਸ ਨੇ ਉਹ ਕਰ ਲਓ। ਡਾਕਟਰ ਸਾਹਿਬ, ਮੈਂ ਤੁਹਾਡੇ ਵਿਸ਼ੇ ਬਾਰੇ ਤਾਂ ਕੋਈ ਇੰਨਾ ਜ਼ਿਆਦਾ ਨਹੀਂ ਜਾਣਦਾ ਹੈਗਾ, ਬਟ ਮੈਨੂੰ ਤੁਸੀਂ ਥੋੜਾ ਜਿਹਾ ਇੱਕ ਚੀਜ਼ ਇਹ ਦੱਸੋ ਵੀ ਜਿਹੜੀ ਭਾਰਤ ਦੇ ਵਿੱਚ ਇਸ ਸਮੇਂ ਹਨਾ, ਕਿਉਂਕਿ ਮੈਂ ਤਾਂ ਜ਼ਿਆਦਾ ਕੋਵਿਡ ਬਾਰੇ ਗੱਲ ਕਰ ਸਕਦਾ। ਹਾਂਜੀ ਆਯੁਰਵੈਦਿਕ ਦੇ ਵਿੱਚ ਜੀ ਕੋਵਿਡ ਬਾਰੇ ਹਾਂਜੀ ਕੁਝ ਹੈ, ਮਤਲਬ ਤੁਸੀਂ ਜੋ ਲੋਕਾਂ ਨੂੰ ਸੁਜੈਸਟ ਕਰ ਰਹੇ ਹੋ? ਦੇਖੋ, ਹੈ ਦਾ ਮਤਲਬ ਹੋ ਗਿਆ ਕਿ ਤੁਸੀਂ ਡਾਊਟਫੁਲ ਹੈਗੇ ਹੋ, ਬਟ ਆਪਾਂ ਵੈਰੀ ਸ਼ੋਰ ਹੈਗੇ ਆ ਕਿ ਆਯੁਰਵੇਦ ਦੇ ਵਿੱਚ ਕੋਵਿਡ ਦਾ ਪੱਕਾ ਇਲਾਜ ਹੈਗਾ ਹੈ। ਬਹੁਤ ਸਾਰੇ ਪੇਸ਼ੈਂਟ ਵਿਦਆਊਟ ਈਵਨ ਇੰਟਰਵੈਂਸ਼ਨ ਆਫ ਐਲੋਪੈਥਿਕ ਮੈਡੀਸਨ ਆਯੁਰਵੇਦ ਦੇ ਨਾਲ ਵੀ ਠੀਕ ਹੋ ਰਹੇ ਨੇ। ਸਾਡੇ ਬਹੁਤ ਅੱਛੇ ਜਿਹੜੇ ਆਯੁਰਵੈਦਿਕ ਸਪੈਸ਼ਲਿਸਟ ਹੈਗੇ ਨੇ, ਉਹ ਕੋਵਿਡ ਦੇ ਵਿੱਚ ਕੋਵਿਡ ਦੇ ਕੇਸਿਸ, ਐਮਰਜੈਂਸੀ ਕੇਸਿਸ ਨੂੰ ਸਿਰਫ ਤੇ ਸਿਰਫ ਆਯੁਰਵੈਦਿਕ ਮੈਡੀਸਿਨ ਦੇ ਨਾਲ ਹੀ ਡੀਲ ਕਰ ਰਹੇ ਨੇ। ਤੋ ਇਹ ਵਾਲੀ ਚੀਜ਼ ਪੁੱਛਣ ਦਾ ਥੋੜਾ ਜਿਹਾ ਏਦਾਂ ਲੱਗਦਾ ਹੈ ਕਿ ਬਈ ਲੋਕੀ ਇਹ ਸਮਝਦੇ ਨੇ ਕਿ ਆਯੁਰਵੇਦ ਦੇ ਵਿੱਚ ਤੇ ਉਹ ਜੜੀ ਬੂਟੀ ਹੈ, ਬਸ ਠੀਕ ਹੈ, ਆ ਜਾਓ, ਠੀਕ ਹੋ ਗਿਆ ਤੇ ਠੀਕ ਹੈ, ਨਹੀਂ ਤੇ ਨਾ ਸਹੀ। ਪਰ ਪ੍ਰੋਬਲਮ ਇਹੀ ਹੈ ਕਿ ਆਯੁਰਵੇਦ ਜਿਹੜਾ ਨਾ, ਜਦੋਂ ਆਪਾਂ 5000 ਈਅਰ 올ਡ ਪਿੱਛੇ ਜਾਂਦੇ ਆ ਤੇ ਸ਼ਾਇਦ ਮਾਡਰਨ ਸਾਇੰਸ ਜਿਹੜੀ ਆ 200 ਸਾਲ ਪਹਿਲੇ ਹੀ ਆਈ ਹੈ। ਇਸ ਤੋਂ ਪਹਿਲੇ ਆਯੁਰਵੇਦ ਦੇ ਰਾਹੀਂ ਹੀ ਹਰ ਤਰ੍ਹਾਂ ਦੀ ਮੈਡੀਸਨ, ਹਰ ਤਰ੍ਹਾਂ ਦੀ ਡਿਜ਼ੀਜ਼ ਨੂੰ ਆਪਾਂ ਕੰਟਰੋਲ ਕਰ ਰਹੇ ਸੀਗੇ। ਸੋ ਕੋਵਿਡ ਦੀ ਜੇ ਗੱਲ ਆਪਾਂ ਕਰਦੇ ਹਾਂ ਤੇ ਕੋਵਿਡ ਦੇ ਵਿੱਚ ਜੋ ਅੱਜ ਪ੍ਰੋਬਲਮ ਆ ਰਹੀ ਹੈ ਕਿ ਹਾਈ ਗ੍ਰੇਡ ਫੀਵਰ ਆ ਰਿਹਾ ਹੈ, ਪੇਸ਼ੈਂਟ ਨੂੰ ਕੀ ਕਹਿੰਦੇ ਆ, ਬੋਡੀ ਵੀਕਨੈਸ ਹੋ ਰਹੀ ਹੈ, ਫੀਵਰ ਟੁੱਟਦਾ ਹੀ ਨਹੀਂ ਪਿਆ, ਚੈਸਟ ਇਨਵੋਲਵਮੈਂਟ ਹੋ ਰਹੀ ਹੈ, ਸਾਹ ਲੈਣ ਦੇ ਵਿੱਚ ਔਖ ਹੋ ਰਹੀ ਹੈ। ਇਹ ਸਾਰੀ ਕੰਡੀਸ਼ਨਸ ਦੇ ਵਿੱਚ ਬਹੁਤ ਸਾਰੇ ਟਾਈਮ ਆਯੁਰਵੈਦਿਕ ਜਿਹੜੀ ਰੈਮਡੀਜ਼ ਹੈਗੀਆਂ ਨੇ ਘਰ ਦੇ ਵਿੱਚੋਂ, ਸਭ ਤੋਂ ਪਹਿਲੇ ਤੇ ਇਹ ਕਹਿਣਾ ਚਾਹਾਂਗਾ ਕਿ ਜਦੋਂ ਫੀਵਰ ਆਉਂਦਾ ਨਾ, ਆਯੁਰਵੇਦ ਨੇ ਇੱਕੋ ਹੀ ਚੀਜ਼ ਦੱਸੀ ਹੈ ਕਿ ਲੰਘਨਮ ਪਰਮ ਔਸ਼ਧਮ। ਬਟ ਇੱਥੇ ਜੋ ਅੱਜ ਕੱਲ ਆਪਾਂ ਸਿਨੈਰੀਓ ਵੇਖ ਰਹੇ ਹਾਂ, ਉਹਦੇ ਵਿੱਚ ਲੰਘਣ ਦੀ ਚੀਜ਼ ਤੇ ਹੈ ਹੀ ਨਹੀਂ। ਬੇਸਿਕਲੀ ਲੰਘਣ ਕੀ ਹੈ? ਤੁਸੀਂ ਸੁਣਿਆ ਹੋਏਗਾ ਕਿ ਇਸ ਟਾਈਮ ਜੀ ਜਿਹੜਾ ਹੈਗਾ ਨਾ, ਨੋਬਲ ਪ੍ਰਾਈਜ਼ ਮਿਲਿਆ ਹੈਗਾ ਫਾਸਟਿੰਗ ਦੇ ਉੱਤੇ। ਤੇ ਫਾਸਟਿੰਗ ਨੂੰ ਆਯੁਰਵੇਦ ਦੇ ਵਿੱਚ ਬਹੁਤ ਮੁੱਖ ਤੌਰ ਤੇ ਰੱਖਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਫੀਵਰ ਆਵੇ ਤੇ ਫੀਵਰ ਦੇ ਵਿੱਚ ਪੇਸ਼ੈਂਟ ਨੂੰ ਸਭ ਤੋਂ ਪਹਿਲੇ ਰੋਟੀ ਉਹਦੀ ਬੰਦ ਕਰ ਦੇਣੀ ਚਾਹੀਦੀ ਹੈ, ਉਹਨੂੰ ਸਿਰਫ ਪਾਣੀ ਦੇ ਉੱਤੇ ਲੈ ਕੇ ਆ ਜਾਣਾ ਚਾਹੀਦਾ ਹੈ। ਉਸ ਜਿਹੜਾ ਪਾਣੀ ਪਿਲਾਣਾ, ਉਹਦੇ ਵਿੱਚ ਵੀ ਆਪਾਂ ਛੜੰਗ ਪਾਣੀ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਮੈਡੀਕੇਟਿਡ ਵਾਟਰਸ ਆਪਾਂ ਯੂਜ਼ ਕਰ ਸਕਦੇ ਹਾਂ। ਮੈਡੀਕੇਟਿਡ ਵਾਟਰ ਇਸ ਕਰਕੇ ਯੂਜ਼ ਕਰਦੇ ਕਿਉਂਕਿ ਸਾਡੀ ਡਾਈਜੈਸਟਿਵ ਫਾਇਰ ਬਿਲਕੁਲ ਵੀਕ ਹੋ ਚੁੱਕੀ ਹੁੰਦੀ ਹੈ। ਇਹਦੇ ਕਰਕੇ ਪੇਸ਼ੈਂਟ ਦੇ ਵਿੱਚ ਹਾਈ ਗ੍ਰੇਡ ਫੀਵਰ ਆ ਰਿਹਾ ਹੈ ਤੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਜਦੋਂ ਭੁੱਖ ਬਿਲਕੁਲ ਲੱਗ ਨਹੀਂ ਰਹੀ ਹੈ ਤੇ ਆਪਾਂ ਕਹੀਏ ਕਿ ਚਲੋ ਠੀਕ ਹੈ, ਮੈਡੀਸਿਨਸ ਚੱਲਣੀਆਂ, ਐਲੋਪੈਥਿਕ ਮੈਡੀਸਿਨਸ ਚੱਲਣੀਆਂ, ਉਹਦੇ ਕਰਕੇ ਤੁਸੀਂ ਜਿਹੜਾ ਹਾਈ ਪ੍ਰੋਟੀਨ ਡਾਈਟ ਲਓ। ਉਹ ਹਾਈ ਪ੍ਰੋਟੀਨ ਡਾਈਟ ਕਿਥੇ ਨਾ ਕਿਥੇ ਪ੍ਰੋਬਲਮ ਨੂੰ ਵਧਾ ਹੀ ਰਹੀ ਹੈ। ਜੇ ਆਪਾਂ ਆਯੁਰਵੇਦ ਦੇ ਮਾਧਿਅਮ ਨਾਲ ਆਪਾਂ ਇਹਨੂੰ ਕੋਰਿਲੇਟ ਕਰਦੇ ਹਾਂ ਤੇ ਇਸ ਬਿਮਾਰੀ ਨੂੰ ਆਪਾਂ ਕਫ ਦੇ ਵਿੱਚ ਗਿਣਦੇ ਹਾਂ। ਇਹ ਕਫਜ ਵਿਆਧੀ ਆ। ਤੇ ਜੇ ਆਪਾਂ ਬਾਡੀ ਨੂੰ ਐਨਾਲਾਈਜ਼ ਕਰਦੇ ਹਾਂ ਤੇ ਜਿਹੜਾ ਆਪਣਾ ਚੈਸਟ ਵਾਲਾ ਏਰੀਆ, ਇਹ ਕਫ ਦੀ ਇਨਵੋਲਵਮੈਂਟ, ਕਫ ਦਾ ਸਥਾਨ ਹੈਗਾ, ਮਤਲਬ ਕਫ ਇੱਥੇ ਮੈਕਸਿਮਮ ਤੌਰ ਤੇ ਰਹਿੰਦਾ। ਤੇ ਜਿਹੜੀ ਪ੍ਰੋਬਲਮ ਹੈ ਉਹ ਹੁਣ ਦੇਖੋ ਪਿਛਲੇ 2 ਮਹੀਨਿਆਂ ਤੋਂ ਇਹ ਪ੍ਰੋਬਲਮ ਬਹੁਤ ਵਧੀ ਹੋਈ ਹੈ। ਕਿਉਂ ਵਧੀ ਹੋਈ ਹੈ? ਮੈਂ ਸੌਰੀ ਟੂ ਇੰਟਰਪਟ, ਜਿਹੜੀ ਚੀਜ਼ ਇਸ ਸਮੇਂ ਸਾਨੂੰ ਜ਼ਰੂਰਤ ਆ ਨਾ, ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਆ, ਰਾਈਟ? ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ ਦੁਬਾਰਾ ਤੇ ਆਕਸੀਜਨ ਦੇ ਵਿੱਚ, ਮਤਲਬ ਕਿਉਂਕਿ ਆਕਸੀਜਨ ਦਾ ਕੋਈ ਹੱਲ ਹੈ ਵੀ ਹਾਂ ਆਕਸੀਜਨ ਦਾ ਲੈਵਲ ਇਨਕਰੀਜ਼ ਹੋ ਸਕੇ? ਜਸਟ ਅਸ ਦੈਟ ਜੀ। ਉਹਦੇ ਵਿੱਚ ਆਪਾਂ ਮੈਂ ਜਿਹੜਾ ਪੇਸ਼ੈਂਟ ਨੂੰ ਆਪਣੇ ਫਾਰਮੂਲਾ ਦੇ ਰਿਹਾ, ਉਹਦੇ ਨਾਲ ਵੀ ਆਪਾਂ 5 to 7% ਤੱਕ ਆਕਸੀਜਨ ਵੱਧਦੀ ਹੋਈ ਦੇਖਦੇ ਹਾਂ। ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਆਪਾਂ 50 ml ਜਿਹੜਾ ਗਾਂ ਦਾ ਘਿਓ ਲੈ ਲਈਏ, ਉਹਦੇ ਵਿੱਚ ਆਪਾਂ 20 ਤੋਂ 25 ਗ੍ਰਾਮ ਜਿਹੜਾ ਕਪੂਰ ਮਿਲਦਾ ਨਾ ਬਾਜ਼ਾਰ ਦੇ ਵਿੱਚ, ਜਿਹਨੂੰ ਆਪਾਂ ਕੈਂਫਰ ਕਹਿੰਦੇ ਆ, ਜੇ ਆਪਾਂ ਉਹ ਕੈਂਫਰ ਨੂੰ ਉਹਦੇ ਘਿਓ ਦੇ ਵਿੱਚ ਪਿਘਲਾ ਦਿੰਦੇ ਆ ਤੇ ਉਸ ਸਾਰਾ ਜਿਹੜਾ ਉਹ ਘਿਓ ਮਿਕਸ ਕੈਂਫਰ ਹੈਗਾ, ਉਹਦੇ ਵਿੱਚ ਆਪਾਂ ਕੀ ਕਰਦੇ ਆ ਕਿ ਇੱਕ ਗੌਜ ਪੀਸ ਲੈ ਲੈਂਦੇ ਆ। ਉਸ ਗੌਜ ਪੀਸ ਨੂੰ 4x4 ਇੰਚ ਦਾ ਤੁਸੀਂ ਗੌਜ ਪੀਸ ਲੈ ਸਕਦੇ ਹੋ। ਉਸ ਨੂੰ ਉਸ ਕੈਂਫਰ ਮਿਕਸਡ ਦੇਸੀ ਘਿਓ ਦੇ ਵਿੱਚ ਡੁਬੋ ਦਵੋ ਕੇ ਉਹਨੂੰ ਇੱਥੇ ਜਿਹੜਾ ਆਪਾਂ ਰੱਖਦੇ ਆ। ਜੇ ਆਪਾਂ ਉਹਨੂੰ ਇੱਥੇ ਰੱਖ ਦਿੰਦੇ ਆ, 15 ਤੋਂ 20 ਮਿੰਟ ਬਾਅਦ ਆਪਾਂ ਜੇ ਚੈੱਕ ਕਰਦੇ ਆ ਤੇ ਆਕਸੀਜਨ ਲੈਵਲ ਦੇ ਵਿੱਚ ਔਨ ਜਿਹੜਾ SpO2 ਜਿਹੜਾ ਆਕਸੀਮੀਟਰ ਹੈ, ਪਲਸ ਆਕਸੀਮੀਟਰ ਹੈ, ਉਹਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਕਿ 5 to 7 ਆਕਸੀਜਨ ਦਾ ਜਿਹੜਾ ਪੁਆਇੰਟ ਹੈ ਉਹ ਵਧਿਆ ਹੋ ਸਕਦਾ ਹੈ। ਦੂਸਰਾ, ਅਜਵਾਇਨ ਨੂੰ ਲੈ ਕੇ ਆਪਾਂ ਚੈਸਟ ਦੇ ਉੱਤੇ ਵੀ ਅਜਵਾਇਨ ਨੂੰ ਜੇ ਆਪਾਂ ਗਰਮ ਕਰਕੇ ਤਵੇ ਦੇ ਉੱਤੇ ਗਰਮ ਕਰਕੇ ਉਹਦੇ ਵਿੱਚ ਕੈਂਫਰ ਮਿਕਸ ਕਰਕੇ ਉਹਦੇ ਵਿੱਚ ਥੋੜੇ ਜਿਹੇ 2-4 ਲੌਂਗ ਦੇ ਦਾਣੇ ਮਿਕਸ ਕਰਕੇ ਉਹ ਵੀ ਆਪਾਂ ਜੇ ਤਵੇ ਦੇ ਉੱਤੇ ਭੁੰਨ ਕੇ ਇੱਕ ਪੋਟਲੀ ਬਣਾ ਕੇ ਆਪਾਂ ਉਹਦੀ ਵੀ ਸਿਕਾਈ ਰਾਉਂਡ ਦਾ ਨੋਜ਼ ਆਪਾਂ ਕਰਦੇ ਹਾਂ। ਤੇ ਜਦੋਂ ਕੈਂਫਰ ਅੰਦਰ ਜਾਂਦਾ ਉਹ ਇਮੀਡੀਏਟਲੀ ਜਿਹੜਾ ਬ੍ਰੌਂਕੋ ਡਾਇਲੇਟ ਜਿਹੜੇ ਬ੍ਰੌਂਕਿਓਸ ਨੇ ਉਹ ਡਾਇਲੇਟ ਕਰਦਾ, ਜਿਹਦੇ ਕਰਕੇ ਸਾਹ ਲੈਣਾ ਥੋੜਾ ਜਿਹਾ ਸੌਖਾ ਹੋ ਜਾਂਦਾ। ਤਾਂ ਇਹ 2 ਚੀਜ਼ਾਂ ਜੇ ਆਪਾਂ ਕੰਟੀਨਿਊਸਲੀ ਕਰਦੇ ਹਾਂ ਤੇ ਇਹਦੇ ਨਾਲ ਸਾਡੇ ਜਿਹੜੇ ਆਕਸੀਜਨ ਲੈਵਲ ਨੇ ਉਹ ਵੱਧਦੇ ਹੋਏ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਜ਼ਰੂਰ। ਇਹ ਆਪਾਂ ਕਰ ਸਕਦੇ ਹਾਂ। ਡਾਕਟਰ ਸਾਹਿਬ, ਇਹ ਸੀਮਾ ਜੀ ਇੱਕ ਸੈਕਿੰਡ ਮੈਨੂੰ ਹੋਰ ਦਿਓ।
ਹੈਲੋ ਹਾਂ ਹਾਂਜੀ ਡਾਕਟਰ ਸਾਹਿਬ, ਇੱਕ ਚੀਜ਼ ਤੁਸੀਂ ਕੋਈ ਆਯੁਰਵੈਦਿਕ ਦੇ ਵਿੱਚ ਕੋਈ ਅਜਿਹੀ ਚੀਜ਼ ਤਾਂ ਨਹੀਂ ਹੈ, ਕਿਉਂਕਿ ਦੇਖੋ ਜਿੰਨਾ ਅਮਰੀਕਾ ਤੇ ਕੈਨੇਡਾ, ਯੂਰਪ ਜਾਂ ਸਾਰਾ ਹਨਾ, ਇਹ ਸਾਰਾ ਜੀ ਨੱਕ ਦੇ ਮੂੰਹ ਰਾਹੀਂ ਸਾਹ ਲੈਂਦੇ ਆ। ਭਾਰਤ ਇੱਕ ਹਾਂਜੀ ਅਜਿਹਾ ਵਾਹ ਦੇਸ਼ ਹੈ ਜਿੱਥੇ ਮਤਲਬ ਠੋਡੀ ਰਾਹੀਂ ਸਾਹ ਲਿਆ ਜਾਂਦਾ ਹੈ। ਮਤਲਬ ਕੋਈ ਅਜਿਹਾ ਹੈਗਾ ਵੀ ਇਹਦਾ ਵੀ ਕੋਈ ਇਲਾਜ ਹੈ? ਤੁਸੀਂ ਲੋਕਾਂ ਨੂੰ ਦੱਸਦੇ ਹੋ ਵੀ ਹਾਂ ਭਾਈ ਵੀ ਠੋਡੀ ਰਾਹੀਂ ਵੀ ਕੋਈ ਅਜਿਹਾ ਮਤਲਬ ਵੀ ਤੁਸੀਂ ਦੱਸ ਸਕਦੇ ਹੋ ਵੀ ਆਯੁਰਵੈਦ ਦੇ ਵਿੱਚ ਕੁਝ ਅਜਿਹਾ ਨਹੀਂ ਹੈ ਵੀ ਠੋਡੀ ਰਾਹੀਂ ਸਾਹ ਨਹੀਂ ਆਉਂਦਾ, ਵੀ ਨੱਕ ਮਾਸਕ ਆ ਜਿਹੜਾ ਇੱਥੇ ਪਾਇਆ ਜਾਵੇ ਕਿਰਪਾ ਕਰਕੇ? ਨਹੀਂ ਗੱਲ ਬਿਲਕੁਲ ਸਹੀ ਗੱਲ ਹੈ ਕਿ ਇੰਡੀਆ ਦੇ ਵਿੱਚ ਜਿਹੜੇ ਨੇ ਹਜੇ ਵੀ ਬਹੁਤ ਅਜਿਹੇ ਲੋਕ ਨੇ ਕਿ ਜਿਹੜੇ ਮਾਸਕ ਪ੍ਰੋਪਰਲੀ ਮੂੰਹ ਤੇ ਪਾਉਂਦੇ ਹੀ ਨਹੀਂ ਨੇ, ਉਹਨਾਂ ਦਾ ਮਾਸਕ ਇੱਥੇ ਹੀ ਰਹਿ ਜਾਂਦਾ ਹੈ। ਉਹ ਇਸ ਕਰਕੇ ਇੰਡੀਆ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਪਿਛਲੇ ਕੁਝ ਡਿਊਰੇਸ਼ਨ ਦੇ ਵਿੱਚ ਹਾਈਕ ਇੰਨਾ ਜ਼ਿਆਦਾ ਬਾਕੀ ਕੰਟਰੀਜ਼ ਦੇ ਵਿੱਚ ਕੰਟਰੋਲ ਦੇ ਵਿੱਚ ਆ ਰਿਹਾ, ਪਰ ਇੱਥੇ ਜਿਹੜਾ ਵੱਧਦਾ ਜਾ ਰਿਹਾ, ਕਿਉਂਕਿ ਇੱਥੇ ਸ਼ਾਇਦ ਲੋਕੀ ਸਮਝਦੇ ਨੇ, ਬਹੁਤ ਸਾਰੇ ਲੋਕੀ ਅੱਜ ਵੀ ਇਹੀ ਸਮਝਦੇ ਨੇ ਕਿ ਕਰੋਨਾ ਤੇ ਜੇ ਇੱਕ ਜਿਹੜੀ ਹੈ ਨਾ ਕੋਈ ਅਫਵਾਹ ਹੀ ਹੈ, ਓਰੀਜਨਲ ਦੇ ਵਿੱਚ ਕਰੋਨਾ ਹੈ ਕੁਝ ਵੀ ਨਹੀਂ ਹੈ। ਉਹ ਇਸ ਕਰਕੇ ਜਿਹੜਾ ਬਿਲਕੁਲ ਇਸ ਚੀਜ਼ ਨੂੰ ਨਿਗਲੈਕਟ ਕਰਦੇ ਨੇ ਤੇ ਪ੍ਰੋਪਰਲੀ ਮਾਸਕ ਨਹੀਂ ਪਾਉਂਦੇ। ਤੇ ਮੈਂ ਸਾਰਿਆਂ ਨੂੰ ਇਹ ਬਹੁਤ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਮਾਸਕ ਨੂੰ ਜ਼ਰੂਰ ਪ੍ਰੋਪਰਲੀ ਪਾਓ, ਨੱਕ ਤੇ ਮੂੰਹ ਨੂੰ ਢੱਕਿਆ ਹੋਣਾ ਚਾਹੀਦਾ। ਇਹ ਨਹੀਂ ਕਿ ਥੋੜੀ ਦੇ ਉੱਤੇ ਜਿਹੜਾ ਤੁਹਾਡਾ ਮਾਸਕ ਹੋਵੇ। ਉਹਦੇ ਨਾਲ ਆਪਣੇ ਆਪ ਨੂੰ ਵੀ ਬਚਾਓ ਤੇ ਸਾਹਮਣੇ ਵਾਲੇ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਇਹ ਮਹਾਂਮਾਰੀ ਜਿਹੜੀ ਹੈ ਕਿਤੇ ਨਾ ਕਿਤੇ ਜਲਦੀ ਤੋਂ ਜਲਦੀ ਕੰਟਰੋਲ 'ਚ ਆਵੇ ਤੇ ਪੂਰਾ ਵਿਸ਼ਵ ਜਿਹੜਾ ਸੁੱਖ ਦਾ ਸਾਹ ਲਵੇ। ਜੀ ਮੇਰਾ ਖਿਆਲ ਆ ਵੀ ਉਹ ਸ਼ਾਇਦ ਸੀਮਾ ਜੀ ਦਾ ਜਿਹੜਾ ਉਹ ਮੇਰਾ ਖਿਆਲ ਵੀ ਭਾਰਤ ਦੇ ਵਿੱਚ ਕੱਲੀ ਆਕਸੀਜਨ ਦੀ ਸਮੱਸਿਆ ਨਹੀਂ ਹੈ, ਇੰਟਰਨੈਟ ਦੀ ਵੀ ਬਹੁਤ ਵੱਡੀ ਸਮੱਸਿਆ ਹੈਗੀ ਆ। ਇਹ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ। ਅੱਛਾ, ਇੱਕ ਚੀਜ਼ ਮੈਨੂੰ ਤੁਸੀਂ ਸ਼ਾਇਦ ਸੀਮਾ ਜੀ ਦੁਬਾਰਾ ਆ ਗਏ ਆ। ਸੀਮਾ ਜੀ ਤੁਹਾਡਾ ਕਨੈਕਸ਼ਨ ਬਾਰ-ਬਾਰ ਕੱਟ ਰਿਹਾ, ਤੁਸੀਂ ਡਾਕਟਰ ਸਾਹਿਬ ਨੂੰ ਕਹਿ ਰਹੇ ਤੁਹਾਡਾ ਕਨੈਕਸ਼ਨ ਜ਼ਿਆਦਾ ਬੈਡ ਹੈ। ਹਾਂਜੀ, ਤੁਹਾਨੂੰ ਸੁਣ ਨਹੀਂ ਪਾ ਰਹੇ ਅਸੀਂ, ਮੈਨੂੰ ਨਹੀਂ ਆਵਾਜ਼ ਆ ਰਹੀ ਤੁਹਾਡੀ। ਨਹੀਂ ਹਾਂਜੀ, ਆਵਾਜ਼ ਨਹੀਂ ਆ ਰਹੀ। ਸੋ ਸਮਥਿੰਗ ਇਜ਼ ਰੋਂਗ ਐਟ ਯੂਅਰ ਐਂਡ। ਤੇ ਹਾਂਜੀ ਚਲੋ ਡਾਕਟਰ ਸਾਹਿਬ ਕੋਈ ਗੱਲ ਨਹੀਂ, ਉਹ ਜਦੋਂ ਸੀਮਾ ਜੀ ਦੁਬਾਰਾ ਆਉਣਗੇ ਕੋਈ ਗੱਲ ਨਹੀਂ, ਦੁਬਾਰਾ ਜੁੜ ਜਾਣਗੇ ਸਾਡੇ ਨਾਲ। ਤੇ ਅੱਛਾ, ਇੱਕ ਚੀਜ਼ ਹੁਣ ਜਿਹੜੇ ਪੇਸ਼ੈਂਟ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਾ ਇਹ ਹੋ ਰਿਹਾ ਵੀ ਉਹ ਕਰੋਨਾ ਉਹਨਾਂ ਨੂੰ ਸੀਗਾ, ਵੈਕਸੀਨ ਵੀ ਲੈ ਲਈ, ਠੀਕ ਹੈ, ਬਾਅਦ ਦੇ ਵਿੱਚ ਲੋਕ ਕਿਤੇ ਨਾ ਕਿਤੇ ਇਸ ਗੱਲ ਨੂੰ ਜ਼ਿਆਦਾ ਮਿਸਅੰਡਰਸਟੈਂਡ ਕਰ ਰਹੇ ਆ ਵੀ ਵੈਕਸੀਨ ਲੈਣ ਤੋਂ ਬਾਅਦ ਉਹਨਾਂ ਨੂੰ ਕੋਵਿਡ ਨਹੀਂ ਹੋ ਸਕਦਾ। ਨਹੀਂ, ਇਹ ਚੀਜ਼ ਜਿਹੜੀ ਹੈ ਨਾ ਇਹ ਗਲਤ ਸਮਝ ਰਹੇ ਨੇ। ਬੇਸਿਕਲੀ ਵੈਕਸੀਨ ਦੇ ਵਿੱਚ ਵੀ ਆਪਾਂ ਉਹੀ ਚੀਜ਼ ਅੰਦਰ ਦੇ ਰਹੇ ਹਾਂ। ਆਪਾਂ ਬੇਸਿਕਲੀ ਉਸ ਬੰਦੇ ਦੀ ਇਮਿਊਨਿਟੀ ਡਿਵੈਲਪ ਕਰ ਰਹੇ। ਵੈਕਸੀਨ ਦਾ ਮਤਲਬ ਕੀ ਹੈ? ਵੈਕਸੀਨ ਵੱਖੋ-ਵੱਖ ਤਰ੍ਹਾਂ ਦੀਆਂ ਹੁੰਦੀਆਂ, ਲਾਈਵ ਵੈਕਸੀਨ ਹੁੰਦੀਆਂ ਨੇ ਜਾਂ ਫਿਰ ਇੰਜੈਕਟ ਕਰ ਰਹੇ ਹਾਂ। ਦੈਟਸ ਵਾਟ ਯੂ ਆਰ ਸੇਇੰਗ। ਹਾਂਜੀ, ਜਿਹੜੀ ਆਪਾਂ ਬਾਡੀ ਦੇ ਵਿੱਚ ਇੰਜੈਕਟ ਕਰ ਰਹੇ ਹਾਂ, ਬੇਸਿਕਲੀ ਉਹਦੇ ਵਿੱਚ ਵਾਇਰਸ ਇਨਐਕਟਿਵ ਕਰਕੇ ਆਪਾਂ ਬਾਡੀ ਦੇ ਵਿੱਚ ਇੰਜੈਕਟ ਕਰ ਰਹੇ ਹਾਂ, ਸੋ ਦੈਟ ਕਿ ਸਾਡੇ ਜਿਹੜੇ ਪੁਲਿਸਮੈਨ ਨੇ, ਜਿਹੜੇ ਇੰਟਰਨਲ ਬਾਡੀ ਦੇ ਵਿੱਚ ਜਿਹੜੇ ਪੁਲਿਸਮੈਨ ਨੇ, ਉਹ ਉਹਨੂੰ ਆਇਡੈਂਟੀਫਾਈ ਕਰ ਸਕਣ। ਉਹ ਜਦੋਂ ਬਾਡੀ ਵਿੱਚ ਆਇਡੈਂਟੀਫਾਈ ਕਰਨਗੇ ਉਸ ਟਾਈਮ ਵੀ ਰਿਐਕਸ਼ਨ ਆਉਂਦਾ ਬਾਡੀ ਦੇ ਵਿੱਚ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਫੀਵਰ ਬਾਡੀ ਮਹਿਸੂਸ ਕਰਦੀ ਹੈ, ਬਾਡੀ ਇਚਿਸ ਹੁੰਦੀਆਂ ਨੇ, ਬਾਡੀ ਵੀਕਨੈਸ ਮਹਿਸੂਸ ਕਰਦੀ ਹੈ, ਸਾਡੀ ਬਾਡੀ ਇਹਦੇ ਅਗੇਂਸਟ ਐਂਟੀਬਾਡੀਜ਼ ਪ੍ਰੋਡਿਊਸ ਕਰ ਰਹੀ ਹੈ। ਜਦੋਂ ਐਂਟੀਬਾਡੀ ਪ੍ਰੋਡਿਊਸ ਕਰਦੀ ਹੈ, ਇੱਕ ਵਾਰੀ ਜਿਹੜਾ ਵਾਇਰਸ ਅੰਦਰ ਹੈ ਉਹਨੂੰ ਪਛਾਣ ਲੈਂਦੀ ਹੈ ਕਿ ਅੱਛਾ ਇਹ ਚੀਜ਼ ਆਊਗੀ ਤੇ ਮੈਂ ਇਹਨੂੰ ਅਟੈਕ ਕਿੱਦਾਂ ਕਰਨਾ। ਪਰ ਉਹਦੇ ਨਾਲ ਇਹ ਨਹੀਂ ਹੈ ਕਿ ਦੁਬਾਰਾ ਕਦੀ ਉਹ ਵਾਇਰਸ ਅਟੈਕ ਕਰ ਹੀ ਨਹੀਂ ਸਕਦਾ, ਜਾਂ ਦੁਬਾਰਾ ਕਦੀ ਉਹ ਤੁਹਾਡੀ ਬਾਡੀ ਦੇ ਵਿੱਚ ਐਂਟਰ ਕਰੇਗਾ ਤੇ ਤੁਹਾਨੂੰ ਕੋਈ ਲੱਛਣ ਆਏਗਾ ਨਹੀਂ। ਹਾਂ, ਹੁਣ ਇਹ ਚੀਜ਼ ਹੋ ਜਾਏਗੀ ਵੈਕਸੀਨ ਆਉਣ ਤੋਂ ਬਾਅਦ ਸਾਡੀ ਜਿਹੜੀ ਹੈ ਜਦੋਂ ਐਂਟਰ ਕਰੇਗਾ ਤੇ ਉਹਦੀ ਪੋਟੈਂਸੀ ਓਨੀ ਕੁ ਨਹੀਂ ਰਹਿ ਜਾਏਗੀ, ਉਹ ਉਹਨਾਂ ਡੈਡਲੀ ਨਹੀਂ ਰਹਿ ਜਾਏਗਾ ਕਿ ਸਾਨੂੰ ਜਿਹੜਾ ਡੈਥ ਬੈਡ ਤੱਕ ਲੈ ਕੇ ਜਾਵੇ। ਉਹ ਮਾਈਲਡ ਸਿੰਪਟਮਸ ਲੈ ਕੇ ਆਊਗਾ ਤੇ ਪੇਸ਼ੈਂਟ ਉਹਦੇ ਵਿੱਚੋਂ ਈਜ਼ੀਲੀ ਬਾਹਰ ਆ ਸਕਦਾ ਹੈ। ਸੋ ਇਹ ਚੀਜ਼ ਕਹਿਣੀ ਕਿ ਬਈ ਵੈਕਸੀਨ ਲਗਾਉਣ ਤੋਂ ਬਾਅਦ ਪੇਸ਼ੈਂਟ ਨੂੰ ਕਦੀ ਦਿੱਕਤ ਆਏਗੀ ਨਹੀਂ, ਇਹ ਚੀਜ਼ ਗਲਤ ਹੈ। ਇਹ ਨੈਟ ਤੇ ਵੀ ਸਾਰਾ ਕੁਝ ਦੱਸਿਆ ਜਾ ਰਿਹਾ, ਸਾਰੇ ਡਾਕਟਰਸ ਵੀ ਦੱਸ ਰਹੇ ਨੇ, ਫਿਰ ਵੀ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਹਿਮ ਆ ਜਾਂਦਾ ਕਿ ਨਹੀਂ ਮੈਂ ਵੈਕਸੀਨ ਲਵਾ ਲਈ, ਹੁਣ ਮੈਨੂੰ ਕਦੀ ਕੁਝ ਹੋਏਗਾ। ਇਹ ਚੀਜ਼ ਨਹੀਂ ਹੈ। ਪਰ ਜਿਹੜੀ ਇੱਕ ਵੈਕਸੀਨ ਹੈ, ਜਿਹੜੀ ਵੈਕਸੀਨ ਦਾ ਮਤਲਬ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਹੈ ਵੀ ਵੈਕਸੀਨ ਹੈ ਜਿਹੜੀ ਸ਼ਾਇਦ ਪਤਾ ਨਹੀਂ ਸਰਕਾਰ ਸਾਨੂੰ ਕੀ ਦੇ ਰਹੀ ਹੈ। ਅਜਿਹਾ ਮਤਲਬ ਤੁਸੀਂ ਕਿਉਂਕਿ ਐਜ਼ ਏ ਡਾਕਟਰ, ਠੀਕ ਹੈ, ਤੁਸੀਂ ਕੀ ਸੁਜੈਸਟ ਕਰ ਰਹੇ ਹੋ? ਦੇਖੋ, ਵੈਕਸੀਨ ਲਵਾਉਣੀ ਬਹੁਤ ਜ਼ਰੂਰੀ ਹੈ। ਤੁਸੀਂ ਜਦੋਂ ਬਚਪਨ ਦੇ ਵਿੱਚ ਬੱਚਿਆਂ ਦੇ ਵਿੱਚ ਵੈਕਸੀਨੇਸ਼ਨ ਕਰਦੇ ਆ, ਕੀ ਕਦੀ ਆਪਾਂ ਸੋਚਦੇ ਹਾਂ ਕਿ ਪੋਲੀਓ ਦੀ ਵੈਕਸੀਨ ਕਰਵਾਈ ਹੈ, BCG ਦੀ ਵੈਕਸੀਨ ਕਰਵਾਈ ਹੈ, ਮੀਜ਼ਲਸ ਵੈਕਸੀਨ ਕਰਵਾਈ ਹੈ ਕਿ ਕੁਝ ਹੋ ਜਾਏਗਾ? ਇਹ ਵੀ ਤੇ ਕਦੀ ਨਾ ਕਦੀ ਇਹੋ ਜਿਹੀਆਂ ਮਹਾਂਮਾਰੀਆਂ ਸੀਗੀਆਂ ਜੋ ਆਈਆਂ ਸੀਗੀਆਂ ਤੇ ਉਸ ਡਿਊਰੇਸ਼ਨ ਦੇ ਵਿੱਚ ਵੈਕਸੀਨ ਡਿਵੈਲਪ ਹੋਈ। ਬਸ ਫਰਕ ਇਹ ਹੈਗਾ ਕਿ ਅੱਜ ਦੀ ਵੈਕਸੀਨ ਦੇ ਵਿੱਚ ਸਾਡੇ ਕੋਲ ਹਜੇ ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਟ੍ਰਾਇਲ ਨਹੀਂ ਹੈਗਾ ਕਿ ਆਪਾਂ ਇਹ ਵੈਕਸੀਨ ਕੀ ਸਾਈਡ ਇਫੈਕਟ ਕਰ ਸਕਦੀ ਹੈ। ਬਟ ਜਿੰਨੇ ਕਿ ਆਪਾਂ ਹੁਣ ਅੱਜ ਤੱਕ ਲਗਾ ਚੁੱਕੇ ਹਾਂ, ਪਿਛਲੇ ਫਰਵਰੀ ਤੋਂ ਇਹ ਸ਼ੁਰੂ ਹੋ ਚੁੱਕੀ ਹੈ ਵੈਕਸੀਨ, ਫਰਵਰੀ, ਮਾਰਚ, ਅਪ੍ਰੈਲ, 3 ਮਹੀਨੇ ਤੋਂ ਜ਼ਿਆਦਾ ਹੀ ਹੋ ਚੁੱਕੇ ਨੇ।
ਤੇ ਉਹਦੇ ਵਿੱਚ ਆਪਾਂ ਇਹ ਹਜੇ ਤੱਕ ਵੇਖਿਆ ਕਿ ਜਿੰਨਿਆਂ ਕਿਨੇ ਵੀ ਵੈਕਸੀਨ ਲਵਾਈ ਕੋਈ ਬਹੁਤ ਵੱਡਾ ਕੋਈ ਸਾਈਡ ਇਫੈਕਟ ਨਹੀਂ ਆਇਆ। ਸੋ ਇਸ ਕਰਕੇ ਆਪਾਂ ਕਹਿ ਦਈਏ ਕਿ ਨਹੀਂ ਵੈਕਸੀਨ ਗਲਤ ਹੈਗੀ ਹੈ, ਸਰਕਾਰ ਗਲਤ ਕਰ ਰਹੀ ਹੈ, ਇਹ ਚੀਜ਼ ਨਹੀਂ ਹੈ। ਇਸ ਕਰਕੇ ਵੈਕਸੀਨ ਲਵਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਇਹ ਤੁਹਾਡੀ ਬੋਡੀ ਨੂੰ ਚੰਗਾ ਹੀ ਰੱਖੂਗੀ ਤੇ ਤੁਹਾਡੇ ਜਿਹੜਾ ਵਾਇਰਸ ਆਊਗਾ ਉਹ ਇੰਨਾ ਡੈਡਲੀ ਨਹੀਂ ਰਹੂਗਾ ਤਾਂ ਕਿ ਤੁਹਾਨੂੰ ਡੈਥ ਬੈਡ ਤੱਕ ਲੈ ਕੇ ਜਾਵੇ। ਬੈਟਰ ਹੈ ਕਿ ਵੈਕਸੀਨ ਲਵਾ ਲੈਣੀ ਚਾਹੀਦੀ ਹੈ। ਜੀ ਸੀਮਾ ਜੀ, ਜੇ ਤੁਹਾਡੀ ਆਵਾਜ਼ ਆ ਗਈ ਹੋਵੇ। ਨਹੀਂ, ਤੁਹਾਡੀ ਆਵਾਜ਼ ਫੇਰ ਨਹੀਂ ਆ ਰਹੀ। ਸਮਥਿੰਗ ਇਜ਼ ਰੋਂਗ। ਅੰਮ੍ਰਿਤਸਰ ਦੇ ਵਿੱਚ ਅੱਜ ਕੋਈ ਵਾਇਰਸ ਦਾ ਜ਼ਿਆਦਾ ਪ੍ਰਭਾਵ ਹੈ, ਮੈਂ ਹਿਸਾਬ ਲਾ ਲਿਆ। there is something wrong, ਠੀਕ ਹੈ। ਤੇ ਬਾਕੀ ਮੈਂ ਚਲੋ ਜੇ ਸੀਮਾ ਜੀ ਨੂੰ ਅਗਰ ਸਾਡੀ ਗੱਲ ਸੁਣ ਰਹੀ ਹੈ ਤਾਂ ਮਤਲਬ ਸਾਡੀ ਟੈਕਨੀਕਲ ਟੀਮ ਨੂੰ ਵੀ ਮੈਂ ਕਹੂੰਗਾ ਵੀ ਉਹ ਸੀਮਾ ਜੀ ਨੂੰ ਪਲੀਜ਼ ਕਿਰਪਾ ਕਰਕੇ ਕਾਲ ਕਰਕੇ ਇੱਕ ਗੱਲ ਕਹਿਣ ਵੀ ਉਹ ਉਹਨਾਂ ਨੂੰ ਕਾਲ ਤੇ ਦੱਸਣ ਵੀ ਅਗਰ ਉਹਨਾਂ ਦੇ ਉਸ ਤੇ ਨਹੀਂ ਕਨੈਕਟ ਹੋ ਰਹੇ ਨਾ ਤਾਂ ਸਿੱਧਾ ਫੋਨ ਦੇ ਉੱਤੇ ਹੀ ਕਰ ਲੈਣ। ਬਾਕੀ ਉਹ ਸਾਰੇ ਮਾਈਕ ਸ਼ੈਕ ਨੇ ਜਿਹੜੇ ਉਹ ਹਟਾ ਦੇਣ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਸਿੱਧਾ ਫੋਨ ਦੇ ਉੱਤੇ ਹੀ ਕਰਨ ਦੀ ਕੋਸ਼ਿਸ਼ ਕਰੋ। ਤੇ ਇੱਕ ਵਾਰ ਉਹਨਾਂ ਦੀ ਮੂਰਤ ਆ ਗਈ ਹੈ ਦੁਬਾਰਾ। ਹਾਂਜੀ, ਬਟ ਵੀ ਆਰ ਸਟਿਲ ਨਾਟ ਏਬਲ ਟੂ ਹੀਅਰ ਯੂ। ਹਾਂਜੀ ਹਾਂਜੀ, ਬੋਲੋ। ਹੁਣ ਸੁਣਨਾ ਚਾਹੀਦਾ ਜੀ। ਹਾਂਜੀ ਹਾਂਜੀ, ਆ ਗਈ ਜੀ। ਹਾਂ, ਦਿਸ ਇਜ਼ ਮਚ ਬੈਟਰ। ਜਸਟ ਗੋ ਅਹੈਡ। ਸਤਿ ਸ਼੍ਰੀ ਅਕਾਲ ਜੀ। ਸੋ ਸੀਮਾ ਜੀ ਬੈਕ ਕਹਿੰਦੇ ਨੇ ਤੁਹਾਡਾ ਸ਼ੋਅ ਸੀ ਮੈਨੂੰ ਦੁਬਾਰਾ। ਸੋ ਇਟ ਵਾਸ ਦ ਫਰਸਟ ਟ੍ਰਾਇਲ। ਇਦਾਂ ਹੁੰਦਾ ਨਾ ਜਿਵੇਂ ਕਿ ਅਸੀਂ ਹੁਣ ਗੱਲਾਂ ਵੀ ਕਰ ਰਹੇ ਸੀ ਕਿ ਟ੍ਰਾਇਲਸ ਈਵਨ ਸਾਡੀ ਪੈਥੀ ਦੇ ਵਿੱਚ ਵੀ ਮੈਡੀਸਿਨ ਦੇ ਵਿੱਚ ਵੀ ਡਾਕਟਰ ਸਾਹਿਬ ਗਵਾਹ ਨੇ ਕਿ ਟ੍ਰਾਇਲਸ ਕਰਨੇ ਪੈਂਦੇ ਆ ਨਾ, ਕਿਹੜੀ ਚੀਜ਼ ਇਫੈਕਟਿਵ ਹੈ। ਜਿੰਨੀਆਂ ਵੀ ਰਿਸਰਚ ਟ੍ਰਾਇਲਸ ਕਰਨੇ ਪੈਂਦੇ। ਸੋ ਅੱਜ ਜਿੱਥੇ ਜਿੱਥੇ ਕਮੀਆਂ ਲੱਗ ਰਹੀਆਂ ਉਹ ਦਿਖ ਰਹੀਆਂ ਨੇ ਤੇ ਅਗਲੀ ਵਾਰੀ ਉਹ ਕਮੀਆਂ ਪੂਰੀਆਂ ਕਰ ਲਈਆਂ ਜਾਣਗੀਆਂ ਜੀ। ਸੋ ਡਾਕਟਰ ਸਾਹਿਬ ਆਪਾਂ ਗੱਲ ਵੈਕਸੀਨ ਤੱਕ ਪਹੁੰਚ ਗਏ ਸੀ, ਆਕਸੀਜਨ ਤੱਕ ਵੀ ਪਹੁੰਚ ਗਏ ਸੀ, ਲੇਕਿਨ ਇਹ ਜਿਹੜੇ ਸਟੈਪਸ ਨੇ ਇਹ ਬਾਅਦ ਚੋਂ ਆਉਂਦੇ ਨੇ ਹਨਾ। ਉਸ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਹੈ ਜੋ ਹੁਣ ਤੱਕ ਦੀਆਂ ਰਿਸਰਚਸ ਵੀ ਦੱਸ ਰਹੀਆਂ ਨੇ, ਨਿਊਜ਼ ਵੀ, ਸਾਰੇ ਡਾਕਟਰਸ ਦੇ ਜਿਹੜੇ ਸਟੇਟਮੈਂਟਸ ਉਹ ਵੀ ਦੱਸਦੇ ਆ। ਇਹ ਸਭ ਤੋਂ ਅਹਿਮ ਹੈ ਕਿ ਜੇ ਤੁਹਾਡੇ ਉੱਪਰ ਕੋਈ ਇਹ ਹਾਵੀ ਹੋ ਵੀ ਜਾਂਦੀ ਹੈ ਪ੍ਰੋਬਲਮ, ਤੇ ਜੇਕਰ ਤੁਹਾਡੀ ਇਮਿਊਨਿਟੀ ਚੰਗੀ ਹੈ, ਤੁਹਾਡੀ ਰੋਗ ਪ੍ਰਤੀਰੋਧਕ ਜਿਹੜੀ ਸ਼ਕਤੀ ਚੰਗੀ ਹੈ ਤੇ ਤੁਹਾਡੇ ਉੱਪਰ ਇਹਦਾ ਜ਼ਿਆਦਾ ਅਸਰਕਾਰਕ ਨਹੀਂ ਹੁੰਦੀ ਹੈ ਨਾ। ਸੋ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਹੈਲਥ ਮੇਨਟੇਨ ਕਿਵੇਂ ਕਰਨੀ ਹੈ, ਆਪਣੀ ਇਮਿਊਨਿਟੀ ਮੇਨਟੇਨ ਕਿਵੇਂ ਕਰਨੀ ਹੈ ਔਰ ਇਮਿਊਨਿਟੀ ਬੂਸਟ ਕਿਵੇਂ ਕਰਨੀ ਹੈ। ਉਹਦੇ ਲਈ ਤੁਹਾਡੇ ਕੋਲ ਜੇ ਕੋਈ ਰੈਮੇਡੀਜ਼ ਹੋਣ ਜਨਰਲ ਹੈਲਥ ਦੇ ਲਈ ਉਹ ਤੁਸੀਂ ਜ਼ਰੂਰ ਸਾਂਝੀਆਂ ਕਰੋ ਪਲੀਜ਼। ਬਿਲਕੁਲ ਸੀਮਾ ਜੀ, ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਆਪਣੀ ਇਮਿਊਨਿਟੀ ਨੂੰ ਮੇਨਟੇਨ ਕਰਕੇ ਰੱਖਦੇ ਹਾਂ ਤਾਂ ਇਹ ਵਾਇਰਸ ਸਾਡੇ ਉੱਤੇ ਅਟੈਕ ਨਹੀਂ ਕਰ ਸਕਦਾ। ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਆਯੁਰਵੇਦ ਦੇ ਵਿੱਚ ਕਹਿੰਦੇ ਆ ਕਿ ਆਹ ਕਾੜੇ ਲੈ ਲਓ ਜਾਂ ਫਿਰ ਦੂਸਰਾ ਕਾੜਾ ਲੈ ਲਓ। ਇਦਾਂ ਦੇ ਵੱਖਰੇ ਵੱਖਰੇ ਡਿਫਰੈਂਟ ਟਾਈਪ ਆਫ ਕਾੜੇ ਜਿਹੜੇ ਨੇ ਅਵੇਲੇਬਲ ਹੋ ਰਹੇ ਨੇ। ਬਟ ਕਿਤੇ ਨਾ ਕਿਤੇ ਕਾੜੇ ਵੀ ਜਿਹੜੇ ਨੇ ਉਹ ਜੇ ਐਸ ਪਰ ਦ ਆਯੁਰਵੇਦਾ ਵਾਤ ਪਿੱਤ ਕਫ 3 ਵੱਖਰੀਆਂ ਵੱਖਰੀਆਂ ਕੰਡੀਸ਼ਨਸ ਹੁੰਦੀਆਂ ਨੇ ਤੇ ਹਰ ਇੱਕ ਦੇ ਵਿੱਚ ਇੱਕੋ ਹੀ ਕਾੜਾ ਸੂਟ ਨਹੀਂ ਕਰ ਸਕਦਾ। ਜੇ ਕਿਸੇ ਨੂੰ ਪਿੱਤ ਦੀ ਬਿਮਾਰੀ ਹੈਗੀ ਹੈ, ਮਤਲਬ ਜਿਹਨੂੰ ਸਾੜ ਬਹੁਤ ਪੈਂਦਾ ਹੈ, ਸਰੀਰ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ, ਜੇ ਉਸ ਕੰਡੀਸ਼ਨ ਦੇ ਵਿੱਚ ਆਪਾਂ ਗਰਮ ਚੀਜ਼ਾਂ ਦੇ ਕਾੜੇ ਦੇ ਦਾਂਗੇ ਤੇ ਜੋ ਹੁਣ ਸੀਜ਼ਨ ਚੱਲ ਰਿਹਾ ਗ੍ਰੀਸ਼ਮ ਰਿਤੂ ਸ਼ੁਰੂ ਹੋਣ ਵਾਲੀ ਹੈ ਤੇ ਇਸ ਕੰਡੀਸ਼ਨ ਦੇ ਵਿੱਚ ਆਪਾਂ ਗਰਮ ਚੀਜ਼ਾਂ ਜਿੱਦਾਂ ਦਾਲਚੀਨੀ ਹੈ ਜਾਂ ਕਾਲੀ ਮਿਰਚ ਹੈ, ਇਸ ਕਾੜੇ ਦਾ ਜ਼ਿਆਦਾ ਪ੍ਰਯੋਗ ਕਰਾਂਗੇ ਤਾਂ ਕਿਤੇ ਨਾ ਕਿਤੇ ਉਸ ਪਿੱਤ ਪ੍ਰਕਿਰਤੀ ਵੱਲ ਨੂੰ ਕਾੜੇ ਵਾਲੀ ਜਾਂ ਮੈਡੀਸਿਨਸ ਵੱਲ ਵਧੀਏ। ਕਿਉਂ ਨਾ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸ ਦਿੱਤਾ ਜਾਵੇ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵਾਤ ਪਿੱਤ ਕਫ 3 ਪਿਲਰਸ ਆਫ ਆਯੁਰਵੇਦ ਆਪਾਂ ਕਹਿੰਦੇ ਕਿ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਕਿ ਵਾਤ ਕੀ ਹੈ, ਪਿੱਤ ਕੀ ਹੈ, ਕਫ ਕੀ ਹੈ, ਸੋ ਦੈਟ ਉਹਨਾਂ ਨੂੰ ਸਮਝਣਾ ਈਜ਼ੀ ਹੋ ਜਾਏਗਾ। ਬਿਲਕੁਲ। ਵਾਤ ਦੇਖੋ, ਵਾਤ ਜਿਹੜਾ ਹੈ ਬੋਡੀ ਦੇ ਵਿੱਚ ਜਿਹਨੂੰ ਆਪਾਂ ਵਾਈਬਾਦੀ ਕਹਿੰਦੇ ਆ, ਜਿਨ੍ਹਾਂ ਦੇ ਪੇਟ ਦੇ ਵਿੱਚ ਗੈਸ ਬਹੁਤ ਜ਼ਿਆਦਾ ਬਣਦੀ ਹੈ ਜਾਂ ਮਸਲਸ ਦੇ ਵਿੱਚ ਥੋੜਾ ਬਹੁਤ ਪੇਨ ਰਹਿੰਦਾ ਹੈ ਜਾਂ ਸਰੀਰ ਖੁਸ਼ਕ ਰਹਿੰਦਾ ਹੈ, ਜਿਹੜੇ ਬਹੁਤ ਜ਼ਿਆਦਾ ਗੱਲਾਂ ਬਾਤਾਂ ਕਰਦੇ ਨੇ, ਜਿਹੜੇ ਬਹੁਤ ਜ਼ਿਆਦਾ ਤੁਰਦੇ ਫਿਰਦੇ ਨੇ, ਥੋੜੇ ਥਿਨ ਮਤਲਬ ਨਾ ਬਹੁਤ ਕੀ ਕਹਿ ਸਕਦੇ ਆ ਮੀਡੀਅਮ ਜੇ ਬਿਲਟ ਦੇ ਹੁੰਦੇ ਨੇ ਤੇ ਨਾ ਹੀ ਜਿਹੜਾ ਬਹੁਤ ਹੈਵੀ ਬਿਲਟ ਦੇ ਨੇ, ਬਲਕਿ ਲੀਨ ਐਂਡ ਥਿਨ ਹਾਈਟਡ ਬੋਡੀ ਜਿਹੜੀ ਹੁੰਦੀ ਹੈ ਇਹ ਵਾਤਜ ਪ੍ਰਕਿਰਤੀ ਦੇ ਪੇਸ਼ੈਂਟ ਹੁੰਦੇ ਨੇ, ਸਾਂਵਲੇ ਰੰਗ ਦੇ ਪੇਸ਼ੈਂਟ ਹੁੰਦੇ ਨੇ। ਹਾਂਜੀ, ਜਿਹੜੇ ਵਾਈਬਾਦੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜੇ ਰਾਜਮਾ ਖਾ ਲਏ ਤੇ ਪੇਟ 'ਚ ਗੈਸ ਬਣਨਾ ਲਾਜ਼ਮੀ ਹੈ, ਥੋੜਾ ਕਨਸਟੀਪੇਸ਼ਨ ਰਹਿਣਾ, ਖੁਸ਼ਕ ਰਹਿਣਾ ਸਰੀਰ, ਇਹ ਚੀਜ਼ਾਂ ਜਿਹੜੀਆਂ ਜਿਹੜੀ ਪ੍ਰਕਿਰਤੀ ਦਾ ਪੇਸ਼ੈਂਟ ਹੈ ਉਹਦੇ ਵਿੱਚ ਜ਼ਿਆਦਾ ਸਾਨੂੰ ਮਿਲ ਸਕਦੀਆਂ ਨੇ। ਫਿਰ ਪਿੱਤ ਪ੍ਰਕਿਰਤੀ ਦਾ ਪੇਸ਼ੈਂਟ ਇਹੋ ਜਿਹਾ ਹੁੰਦਾ ਜਿਹੜਾ ਗੋਰਾ ਜ਼ਿਆਦਾ ਹੁੰਦਾ ਹੈ, ਉਹਦੇ ਚਿਹਰੇ ਦੇ ਉੱਤੇ ਥੋੜੇ ਜਿਹੇ ਫਰੈਕਲਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਜ਼ਿਆਦਾਤਰ ਨਜ਼ਰ ਆਉਂਦੇ ਨੇ ਤੇ ਮੀਡੀਅਮ ਜੀ ਬਿਲਟ ਦਾ ਹੁੰਦਾ ਹੈ। ਉਹਦੇ ਵਿੱਚ ਵਾਲ ਜਿਹੜੇ ਨੇ ਉਹ ਜਲਦੀ ਆਪਾਂ ਕਹਿ ਸਕਦੇ ਹਾਂ ਕਿ ਛੋਟੀ ਏਜ ਦੇ ਵਿੱਚ ਪੱਕਣੇ ਸ਼ੁਰੂ ਹੋ ਜਾਂਦੇ ਨੇ। ਜੇ ਆਪਾਂ ਕਹੀਏ ਕਿ ਵਾਲਾਂ ਦਾ ਕਲਰ ਵੇਖੀਏ ਤੇ ਉਹ ਬਰਾਊਨਿਸ਼ ਜਿਹੜਾ ਕਹਿ ਸਕਦੇ ਆਪਾਂ ਉਹ ਬਰਾਊਨਿਸ਼ ਟੋਨ ਦੇ ਵਿੱਚ ਹੁੰਦਾ ਹੈ। ਧੁੱਪ ਦੇ ਵਿੱਚ ਜਾਣ ਦੇ ਨਾਲ ਇਹਨਾਂ ਨੂੰ ਜਿਹੜਾ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ, ਇਹਨਾਂ ਨੂੰ ਪਸੀਨਾ ਥੋੜਾ ਜ਼ਿਆਦਾ ਆਉਂਦਾ ਹੈ, ਕਈ ਵਾਰੀ ਪਸੀਨੇ ਦੇ ਵਿੱਚ ਬਦਬੂ ਵੀ ਆਉਂਦੀ ਹੈ ਇਹਨਾਂ ਨੂੰ
ਕੋਈ ਵੀ ਗਰਮ ਚੀਜ਼ ਖਾ ਲੈਂਦੇ ਨੇ ਤੇ ਗਰਮ ਚੀਜ਼ ਖਾਣ ਤੋਂ ਬਾਅਦ ਸਰੀਰ ਦੇ ਵਿੱਚ ਸਿੱਕਾ ਜਿਹਾ ਮਹਿਸੂਸ ਹੁੰਦਾ ਹੈ, ਕੋਸ਼ਿਸ਼ ਕਰਦੇ ਨੇ ਠੰਡੀ ਜਗ੍ਹਾ ਦੇ ਵਿੱਚ ਰਹਿਣ ਦੀ ਜਾਂ ਠੰਡੀਆਂ ਚੀਜ਼ਾਂ ਪੀਣ ਦੀਆਂ। ਇਹ ਪੇਸ਼ੈਂਟ ਜਿਹੜੇ ਨੇ ਜ਼ਿਆਦਾਤਰ ਜਿਹੜੇ ਨੇ ਪਿੱਤ ਪ੍ਰਕਿਰਤੀ ਦੇ ਪੇਸ਼ੈਂਟ ਹੁੰਦੇ ਨੇ। ਤੇ ਕਫ ਪ੍ਰਕਿਰਤੀ ਇਹ ਉਹਨੂੰ ਕਹਿ ਸਕਦੇ ਹਾਂ ਜਿਹਦੇ ਵਿੱਚ ਸਰੀਰ ਦੇ ਵਿੱਚ ਬਲਗਮ ਜਾਂ ਮਿਊਕਸ ਪ੍ਰੋਡਕਸ਼ਨਸ ਜਿਹੜੀਆਂ ਨੇ ਜ਼ਿਆਦਾ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਖੰਘ ਦੀ ਪ੍ਰੋਬਲਮ ਜ਼ਿਆਦਾ ਹੋ ਸਕਦੀ ਹੈ। ਥੋੜੇ ਜਿਹੇ ਮੋਟੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਮੋਟੇ ਪ੍ਰਕਿਰਤੀ ਦੇ ਪੇਸ਼ੈਂਟ ਹੁੰਦੇ ਨੇ, ਵਾਲ ਇਹਨਾਂ ਦੇ ਕਰਲੀ ਹੁੰਦੇ ਨੇ, ਥੋੜਾ ਇਹ ਲੇਜ਼ੀ ਮਤਲਬ ਹਰ ਐਕਟੀਵਿਟੀ ਅੱਛਾ ਕਰ ਲੈਤੇ ਹੈ, ਕਰ ਲਾਂਗੇ ਕੋਈ ਨਹੀਂ, ਥੋੜਾ ਜਿਹਾ ਇਦਾਂ ਦੀ ਜਿਹਨਾਂ ਦੀ ਬੋਡੀ ਟਾਈਪ ਰਹਿੰਦੀ ਹੈ, ਉਹ ਕਫ ਪ੍ਰਕਿਰਤੀ ਦੇ ਪੇਸ਼ੈਂਟ ਹੁੰਦੇ ਨੇ। ਵਾਲ ਇਹਨਾਂ ਦੇ ਬਿਲਕੁਲ ਕਾਲੇ ਨਜ਼ਰ ਆਉਂਦੇ ਨੇ, ਦੇਖਣ ਦੇ ਵਿੱਚ ਬਹੁਤ ਸੋਹਣੇ ਲੱਗਣਗੇ, ਵੈਲ ਬਿਲਟ ਸਕਿਨ ਬਹੁਤ ਵਧੀਆ ਨਜ਼ਰ ਆਏਗੀ, ਸਮੂਥ ਸਕਿਨ ਨਜ਼ਰ ਆਏਗੀ। ਤੇ ਇਹਨਾਂ ਨੂੰ ਜ਼ਿਆਦਾਤਰ ਪ੍ਰੋਬਲਮਸ ਆਣਗੀਆਂ, ਚੈਸਟ ਰਿਲੇਟਡ ਪ੍ਰੋਬਲਮਸ ਆਣਗੀਆਂ, ਮਿਊਕਸ ਰਿਲੇਟਡ ਪ੍ਰੋਬਲਮਸ ਆਣਗੀਆਂ, ਜ਼ੁਕਾਮ ਵਗੈਰਾ ਜਿਹੜਾ ਹੈ ਇਹ ਇਦਾਂ ਦੀ ਪ੍ਰੋਬਲਮਸ ਜਿਹੜੇ ਨੇ ਕਫ ਪ੍ਰਕਿਰਤੀ ਦੇ ਪੇਸ਼ੈਂਟ ਨੂੰ ਆਉਂਦੀਆਂ ਨੇ। ਸੋ ਇਹੀ ਚੀਜ਼ ਹੈ ਜੇ ਆਪਾਂ ਮੇਰੇ ਵਰਗਾ ਇਨਸਾਨ ਮੋਟਾ ਸਮਝ ਲਵੇ ਕਿ ਮੇਰੇ ਚ ਕਫ ਦੀ ਅਧਿਕਤਾ, ਕਫ ਦੀ ਪ੍ਰਮੁਖਤਾ ਹੈ। ਦੇਖੋ ਜ਼ਰੂਰੀ ਨਹੀਂ ਕਿ ਇਦਾਂ ਕਹਿ ਦਈਏ ਆਪਾਂ ਕਿ ਹਾਂਜੀ ਜਿਹੜਾ ਮੋਟਾ ਹੋਏਗਾ ਉਹਨੂੰ ਕਫ ਹੋਏਗਾ ਹੀ ਹੋਏਗਾ, ਕਿਉਂਕਿ ਸਾਨੂੰ ਬੋਡੀ ਆਇਡੈਂਟੀਫਾਈ ਕਰਨ ਵਾਸਤੇ ਕੁਝ ਪੈਰਾਮੀਟਰਸ ਦਿੱਤੇ ਗਏ ਨੇ ਆਯੁਰਵੇਦ ਦੇ ਵਿੱਚ, ਜੋ ਆਪਾਂ ਬਿਨਾਂ ਐਨਾਲਾਈਜ਼ ਕੀਤੇ ਸਿਰਫ ਬੋਡੀ ਬਿਲਡ ਚੈੱਕ ਕਰਕੇ ਨਹੀਂ ਕਹਿ ਸਕਦੇ। ਕਿਉਂਕਿ ਜੇ ਮੈਂ ਵਾਤ ਪਿੱਤ ਕਫ ਕੱਲੀ ਗੱਲ ਕਰ ਰਹੀ ਹਾਂ ਤੇ ਇਹਨਾਂ ਦੇ ਅੱਗੇ ਦਵੰਦਜ ਪ੍ਰਕਿਰਤੀਆਂ ਵੀ ਆਉਂਦੀਆਂ ਨੇ, ਜਿੱਦਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਆਹ ਪੇਸ਼ੈਂਟ ਜਿਹੜਾ ਆ ਵਾਤ ਪਿੱਤਜ ਹੋ ਸਕਦਾ ਹੈ, ਆਹ ਪੇਸ਼ੈਂਟ ਪਿੱਤ ਕਫਜ ਹੋ ਸਕਦਾ। ਸੋ ਇਹ ਵਾਲੀ ਕੰਡੀਸ਼ਨ ਦੇ ਵਿੱਚ ਜੋ ਮੈਂ ਕਹਿ ਰਿਹਾ ਕਿ ਪਿੱਤ ਕਫਜ ਹੋ ਸਕਦਾ, ਇਹਦਾ ਮਤਲਬ ਇਹ ਹੈ ਕਿ ਪੇਸ਼ੈਂਟ ਦੇ ਵਿੱਚ ਪਿੱਤ ਦੇ ਵੀ ਲੱਛਣ ਆ ਰਹੇ ਨੇ ਤੇ ਕਫ ਦੇ ਵੀ ਲੱਛਣ ਆ ਰਹੇ ਨੇ। ਦਿਸ ਇਜ਼ ਨੋਨ ਐਜ਼ ਅ ਕੰਬੀਨੇਸ਼ਨ ਟਾਈਪ ਆਫ ਪੇਸ਼ੈਂਟ, ਜਿਹਨੂੰ ਦੋਵੇਂ ਚੀਜ਼ਾਂ ਨੂੰ ਡੀਲ ਕਰਨਾ ਪੈ ਸਕਦਾ। ਹੁਣ ਇਹ ਅੱਗੇ ਵੇਰੀਏਸ਼ਨ ਆ ਜਾਂਦੀਆਂ ਐਸ ਪਰ ਦਾ ਸੀਜ਼ਨ, ਜਿੱਦਾਂ ਆਪਾਂ ਕਹਿ ਦਈਏ ਕਿ ਜੇ ਕਫ ਦਾ ਸੀਜ਼ਨ ਆਏਗਾ ਤੇ ਪੇਸ਼ੈਂਟ ਨੂੰ ਪ੍ਰੋਬਲਮ ਕਫ ਦੀ ਹੋ ਸਕਦੀ ਹੈ, ਜੇ ਪਿੱਤ ਦਾ ਸੀਜ਼ਨ ਆਏਗਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸ਼ਰਦ ਰਿਤੂ ਆਏਗੀ ਤੇ ਸ਼ਰਦ ਰਿਤੂ ਦੇ ਵਿੱਚ ਪੇਸ਼ੈਂਟ ਨੂੰ ਜਿਹੜੀ ਆ ਪਿੱਤ ਦੀਆਂ ਪ੍ਰੋਬਲਮਸ ਆ ਜਾਣਗੀਆਂ। ਜਾਂ ਫਿਰ ਕਦੀ-ਕਦੀ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਅਲੱਗ-ਅਲੱਗ ਤਰ੍ਹਾਂ ਦੀ ਸਿੰਪਟਮਸ ਜਿਹੜੇ ਨੇ, ਜੋ ਖਾਣਾ ਜ਼ਿਆਦਾ ਖਾ ਰਿਹਾ, ਜਿੱਦਾਂ ਉਹ ਜੇ ਜ਼ਿਆਦਾ ਗਰਮ ਚੀਜ਼ਾਂ ਖਾ ਰਿਹਾ ਸੀ। ਬੇਸਿਕ ਕਨਸੈਪਟ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਵਾਤ ਪਿੱਤ ਕਫ ਦੀ ਗੱਲ ਕਿਸ ਤਰ੍ਹਾਂ ਹੋ ਰਹੀ ਹੈ, ਉਹਦੇ ਅਕੋਰਡਿੰਗਲੀ ਮੈਡੀਸਿਨਸ ਜਿਹੜੀਆਂ ਦਿੱਤੀਆਂ ਜਾਂਦੀਆਂ। ਤਾਂ ਆਪਾਂ ਵਾਪਸ ਆਉਂਦੇ ਹਾਂ ਕਾੜਿਆਂ ਦੇ ਉੱਪਰ, ਕਿਸ ਤਰੀਕੇ ਨਾਲ ਇਹਦੇ ਵਿੱਚ ਕਾੜੇ ਨਾਲੋਂ ਜ਼ਿਆਦਾ ਬੇਸਿਕਲੀ ਆਪਾਂ ਇਹ ਯੂਜ਼ ਕਰਦੇ ਹਾਂ ਕਿ ਹੁਣ ਜਿੱਦਾਂ ਗ੍ਰੀਸ਼ਮ ਰਿਤੂ ਸ਼ੁਰੂ ਹੋ ਰਹੀ ਹੈ ਤੇ ਇਸ ਕੰਡੀਸ਼ਨ ਦੇ ਵਿੱਚ ਗਿਲੋਏ ਜਿਹੜੀ ਆ ਉਹ ਸਭ ਤੋਂ ਬੈਸਟ ਕੰਮ ਕਰੇਗੀ। ਪੇਸ਼ੈਂਟ ਨੂੰ ਇਹ ਚਾਹੀਦਾ ਹੈ ਕਿ ਗਿਲੋ ਨੂੰ ਲੈ ਕੇ ਉਹਨੂੰ ਵੱਡੀ ਇੱਕ ਪੈਨ ਸਾਈਜ਼ ਦੀ ਜਿਹੜੀ ਡੰਡੀ ਹੈ, 2 ਤੋਂ 2.5 ਇੰਚ ਦੀ ਡੰਡੀ ਲੈ ਲੇ, ਅੰਗੂਠੇ ਦੇ ਸਾਈਜ਼ ਦੀ, ਉਹਨੂੰ ਕੁੱਟ ਕੇ ਰਾਤ ਨੂੰ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿਓ ਤੇ ਉਹ ਸਵੇਰੇ ਖਾਲੀ ਪੇਟ ਛਾਣ ਕੇ ਉਹਨੂੰ ਪੀ ਲੈਣਾ ਚਾਹੀਦਾ ਹੈ। ਇਦਾਂ ਹੀ ਸਵੇਰੇ ਭਿਗੋ ਕੇ ਰੱਖ ਦਿਓ, ਸ਼ਾਮ ਨੂੰ ਪੀ ਲੈਣਾ ਚਾਹੀਦਾ ਹੈ। ਜੇ ਇਹ ਵੀ ਕਰਦੇ ਨੇ, ਇਹਦੇ ਨਾਲ ਵੀ ਸਾਡੀ ਬੋਡੀ ਦੇ ਅੰਦਰ ਇਮਿਊਨਿਟੀ ਬਹੁਤ ਜ਼ਿਆਦਾ ਬੈਟਰ ਇੰਪਰੂਵ ਹੁੰਦੀ ਹੈ। ਤੁਲਸੀ ਜਿਹੜਾ, ਤੁਲਸੀ ਦਾ ਸੇਵਨ ਕੀਤਾ ਜਾਵੇ। ਤੁਲਸੀ ਦਾ ਪੱਤਾ ਜਿਹੜਾ, ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਸਾਨੂੰ ਜਦੋਂ ਚਰਨਾਮ੍ਰਿਤ ਮਿਲਦਾ ਸੀਗਾ ਮੰਦਿਰਾਂ ਦੇ ਵਿੱਚ ਜਾ ਕੇ, ਉਹਦੇ ਵਿੱਚ ਤੁਲਸੀ ਦਾ ਪੱਤਾ ਕਿਤੇ ਨਾ ਕਿਤੇ ਹਮੇਸ਼ਾ ਪਿਆ ਹੀ ਹੁੰਦਾ। ਜੇ ਆਪਾਂ ਉਹ ਪੰਚਾਮ੍ਰਿਤ ਦੀ ਫਾਰਮੂਲੇਸ਼ਨ ਜੇ ਆਪਾਂ ਘਰ 'ਚ ਬਣਾ ਕੇ ਪੀਂਦੇ ਆ, ਜਿਹਦੇ ਵਿੱਚ ਦੁੱਧ, ਦਹੀਂ, ਦੇਸੀ ਘਿਓ, ਸ਼ੱਕਰ ਤੇ ਸ਼ਹਿਦ, ਇਹ ਪੰਜੇ ਚੀਜ਼ਾਂ ਆਪਾਂ ਲੈ ਕੇ ਇਹਦੇ ਵਿੱਚ ਤੁਲਸੀ ਪਾ ਕੇ, ਜੇ ਇਹਨੂੰ ਹੀ ਇੱਕ ਪ੍ਰੋਪਰ ਕੁਆਂਟੀਟੀ, ਦੇਸੀ ਘਿਓ, ਦੁੱਧ, ਸ਼ਹਿਦ, ਸ਼ੱਕਰ, ਠੀਕ ਹੈ, ਇਹਨੂੰ ਪੰਚਾਮ੍ਰਿਤ ਕਹਿੰਦੇ ਆ ਨਾ। ਤੇ ਇਹ ਚੀਜ਼ਾਂ ਆਪਾਂ ਹਾਂਜੀ, ਇਹਨਾਂ ਦੀ ਕਿੰਨੀ ਕੁਆਂਟੀਟੀ ਲੈਣੀ ਹੈ? ਕੁਆਂਟੀਟੀ ਇਕੁਅਲ ਕੁਆਂਟੀਟੀ ਵੀ ਯੂਜ਼ ਕਰ ਸਕਦੇ ਆ ਆਪਾਂ। ਜੋ ਇਕੁਅਲ ਕੁਆਂਟੀਟੀ ਲੈ ਕੇ ਉਹਦੇ ਵਿੱਚ ਜਿਹੜਾ ਤੁਸੀਂ ਇੱਕ ਤੁਲਸੀ ਦਾ ਪੱਤਾ ਪਾ ਕੇ ਉਹਨੂੰ, ਜੇ ਤੇ ਤੁਸੀਂ ਮੰਦਿਰ ਦੇ ਵਿੱਚ ਪੂਜਾ ਪਾਠ ਕਰਦੇ ਹੋ ਤੇ ਸ਼ੁਰੂਆਤ ਤੁਸੀਂ ਉੱਥੇ ਹੀ ਕਰ ਲਓ ਕਿ ਮੰਦਿਰ ਦੇ ਵਿੱਚ ਪਹਿਲੇ ਅਰਪਣ ਕਰ ਦਿਓ। ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਸਾਰਿਆਂ ਨੂੰ ਇਹੀ 1-1 2-2 ਚਮਚ ਉਹਨਾਂ ਨੂੰ ਪਿਲਾ ਦਿੰਦੇ ਹੋ ਤੇ ਐਜ਼ ਅ ਚਰਨਾਮ੍ਰਿਤ ਹੀ ਹੋ ਜਾਏਗਾ। ਤੇ ਚਰਨਾਮ੍ਰਿਤ ਜਦੋਂ ਭਗਵਾਨ ਨੂੰ ਭੋਗ ਲੱਗ ਗਿਆ ਤੇ ਉਹ ਡੈਫੀਨੇਟਲੀ ਉਹਦਾ ਅਸਰ ਹੋਰ ਵੱਧ ਜਾਂਦਾ ਤੇ ਇਹ ਵੀ ਡੈਫੀਨੇਟਲੀ ਸਾਡੀ ਬੋਡੀ ਦੇ ਵਿੱਚ ਇਮਿਊਨਿਟੀ ਲੈਵਲ ਨੂੰ ਵਧਾਉਂਦਾ। ਫਿਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤੁਲਸੀ ਇਹਦੇ ਇਸ ਤਰ੍ਹਾਂ ਵੀ ਲੈ ਸਕਦੇ ਹਾਂ, ਜਾਂ ਫਿਰ ਜੇ ਇਦਾਂ ਨਹੀਂ ਲੈਣੀ ਹੈ ਤੇ ਤੁਸੀਂ ਤੁਲਸੀ ਦੇ 1 ਜਾਂ 2 ਪੱਤੇ ਜਿਹੜੇ ਨੇ ਉਹ ਆਪਣੀ ਪਾਣੀ ਦੇ ਬੋਟਲ ਦੇ ਵਿੱਚ ਪਾ ਕੇ ਰੱਖ ਛੱਡੋ। ਉਹ ਵੀ ਜਦੋਂ ਆਪਾਂ ਸੇਵਨ ਕਰਦੇ ਹਾਂ, ਉਹਦੇ ਨਾਲ ਵੀ ਸਾਡੀ ਬੋਡੀ ਦੇ ਅੰਦਰ ਇਮਿਊਨ ਸਿਸਟਮ ਐਕਟੀਵੇਟ ਹੁੰਦਾ। ਜਿਹੜਾ ਵੀ ਅਸੀਂ ਪਾਣੀ ਪੀਣਾ ਹੈ ਦਿਨ ਭਰ ਬੋਟਲ ਵਗੈਰਾ 'ਚ ਭਰਨਾ, ਉਹਦੇ 'ਚ 1 2 3 ਜਿੰਨੇ ਵੀ ਤੁਸੀਂ ਕਰ ਸਕਦੇ ਹੋ ਪੱਤੇ ਤੁਲਸੀ ਦੇ ਪਾ ਕੇ ਰੱਖ ਲਓ, ਪਾਣੀ ਕੰਜ਼ਿਊਮ ਕਰੋ। ਪਾਣੀ ਭਰਨਾ, ਨਵਾਂ ਤੁਲਸੀ ਦਾ ਪੱਤਾ। ਸੋ ਉਹਦੇ ਲਈ ਜਿਵੇਂ ਸਾਡੇ ਦਰਸ਼ਕ ਬਾਹਰਲੇ ਕੰਟਰੀਜ਼ ਦੇ ਵਿੱਚ ਜਿੱਥੇ ਤੁਲਸੀ ਹੈ ਸੱਚ ਤੌਰ ਤੇ ਨਹੀਂ ਮਿਲੇਗੀ, ਤਾਂ ਫਿਰ ਮੇਰੇ ਖਿਆਲ ਉਹ ਸਪਲੀਮੈਂਟ ਸ਼ਾਪਸ ਦੇ ਉੱਪਰ ਜਾ ਕੇ ਆਰਗੈਨਿਕ ਇੰਡੀਆ ਜਾਂ ਬਾਕੀ ਕੰਪਨੀਜ਼ ਦੇ ਡਰਾਈਡ ਤੁਲਸੀ ਲੀਵਸ ਮਿਲ ਜਾਂਦੇ ਆ,
ਇਸਤੇਮਾਲ ਕਰ ਸਕਦੇ ਉਹ ਵੀ ਯੂਜ਼ ਕਰ ਸਕਦੇ ਨੇ। ਉਹ ਕੰਪੈਰੀਟਿਵਲੀ ਉਹਦੇ ਨਾਲੋਂ ਤੇ ਉਹਨਾਂ ਇਫੈਕਟ ਘੱਟ ਆਏਗਾ, ਬਟ ਡੈਫੀਨਿਟਲੀ ਉਹਦਾ ਵੀ ਇਫੈਕਟ ਜ਼ਰੂਰ ਆਏਗਾ। ਇਹਦੇ ਵਿੱਚ ਲੀਵਸ ਦਾ ਹਾਂਜੀ ਬੇਸਿਕ ਲੀਵਸ ਮਿਲ ਜਾਂਦੇ ਨੇ। ਦੂਸਰੀ ਚੀਜ਼ ਹੈ ਕਿ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਯੁਰਵੇਦ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਾਦੋ ਰੋਗ ਵਰਧਨਾ ਨਾਮ। ਵਿਸ਼ਾਦ ਕੀ ਹੈ? ਵਿਸ਼ਾਦ ਮੀਨਸ ਟੈਨਸ਼ਨ, ਜੋ ਅੱਜ ਕੱਲ੍ਹ ਚੱਲ ਰਹੀ ਹੈ, ਜੋ ਆਪਾਂ ਮੀਡੀਆ ਦੇ ਵਿੱਚ ਦੇਖ ਰਹੇ ਹਾਂ, ਇੱਥੇ ਵੀ ਡੈਥ ਹੋ ਗਈ ਹੈ, ਇੱਥੇ ਇੰਨੀਆਂ ਡੈਥ ਹੋ ਗਈਆਂ ਨੇ, ਉਹਨੂੰ ਆਕਸੀਜਨ ਨਹੀਂ ਮਿਲ ਰਹੀ ਹੈ, ਉਹਨੂੰ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਹੈ। ਇਹ ਸਾਰੀ ਚੀਜ਼ ਕਿਤੇ ਨਾ ਕਿਤੇ ਸਾਡੇ ਅੰਦਰ ਵਿਸ਼ਾਦ, ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਇਹ ਪੈਦਾ ਕਰ ਰਹੀ ਹੈ। ਜਦੋਂ ਸਾਡੀ ਬਾਡੀ ਦੇ ਵਿੱਚ ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ ਦੇ ਸਿੰਪਟਮਸ ਪੈਦਾ ਹੁੰਦੇ ਨੇ, ਸਾਡੀ ਇਮਿਊਨਿਟੀ ਆਟੋਮੈਟਿਕਲੀ ਥੱਲੇ ਜਾਣਾ ਸ਼ੁਰੂ ਕਰ ਦਿੰਦੀ ਹੈ। ਇਹ 5000 ਈਅਰਸ ਅਗੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਯੁਰਵੇਦ ਦੇ ਵਿੱਚ ਦੱਸੀਆਂ ਗਈਆਂ ਨੇ ਕਿ ਵਿਸ਼ਾਦੋ ਰੋਗ ਵਰਧਨਾ ਨਾ। ਸੋ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜੋ ਜਿੰਨੀ ਕੁ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਆਪਾਂ ਰਾਦਰ ਦੈਨ ਵਾਚਿੰਗ ਥੀਸ ਜਿਹੜੀਆਂ ਮਤਲਬ ਸੈਡਨੈਸ ਵਾਲੀਆਂ ਇਮੇजेस ਨੇ, ਸੈਡਨੈਸ ਵਾਲੀਆਂ ਨਿਊਜ਼ ਨੇ, ਇਸ ਤੋਂ ਚੰਗਾ ਆਪਾਂ ਥੋੜੀ ਹੈਪੀ ਹੋਣ ਵਾਲੀਆਂ ਚੀਜ਼ਾਂ ਨੂੰ ਆਪਾਂ ਫੋਲੋ ਕਰੀਏ, ਜਾਂ ਆਪਾਂ ਇੱਕ ਦੂਸਰੇ ਦੇ ਨਾਲ ਆਪਣੇ ਫੈਮਿਲੀ ਦੇ ਵਿੱਚ ਟਾਈਮ ਸਪੈਂਡ ਕਰੀਏ, ਉਹ ਜ਼ਿਆਦਾ ਬੈਟਰ ਰਹੇਗਾ। ਥੋੜਾ ਮੈਡੀਟੇਸ਼ਨ ਕਰੋ, ਕਰਾਟਾ ਕਰ ਸਕਦੇ ਹਾਂ ਆਪਾਂ। ਕਲਚਰ ਦੇ ਵਿੱਚ ਅਕਸਰ ਗੱਲ ਕੀਤੀ ਜਾਂਦੀ ਚੜ੍ਹਦੀ ਕਲਾ ਦੀ, ਹਾਈ ਸਪਿਰਿਟਸ ਦੀ, ਉਹ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਔਰ ਕਿਉਂਕਿ ਆਯੁਰਵੇਦ ਐਂਸ਼ੀਐਂਟ ਇੱਕ ਸਟੱਡੀ ਹੈ ਜਿਹੜੀ ਇੰਡੀਅਨ ਸਿਸਟਮ ਆਫ ਮੈਡੀਸਿਨਸ ਹੈ, ਉਹਦੇ ਵਿੱਚ ਬਕਾਇਦਾ ਤੌਰ ਤੇ ਇਸ ਚੀਜ਼ ਦਾ ਜ਼ਿਕਰ ਹੈ, ਹਨਾ। ਤੁਸੀਂ ਜੇ ਸ਼ਲੋਕ ਉਹ ਦੁਹਰਾ ਦੋਗੇ ਉਹ ਵੀ ਜ਼ਿਆਦਾ ਵਧੀਆ ਹੋਏਗਾ, ਕਿ ਜਿਹਦੇ ਵਿੱਚ ਮਨ ਦੀ, ਆਤਮਾ ਦੀ ਸਾਰੀਆਂ ਗੱਲਾਂ ਦਾ ਜ਼ਿਕਰ ਹੈ, ਕਿ ਉਹਨੂੰ ਹਰ ਚੀਜ਼ ਨੂੰ ਖੁਸ਼ ਰੱਖਣਾ ਜ਼ਰੂਰੀ ਹੈ। ਜੇ ਤੁਸੀਂ ਸਰੀਰ ਨੂੰ ਸਿਹਤਮੰਦ ਰੱਖਣਾ, ਤੁਹਾਨੂੰ ਮਨ ਨੂੰ ਵੀ ਸ਼ਾਂਤ ਤੇ ਸਿਹਤਮੰਦ ਰੱਖਣਾ ਪਏਗਾ, ਔਰ ਤੁਹਾਡੀ ਰੂਹ ਨੂੰ ਵੀ ਤੁਹਾਡੇ ਮਤਲਬ ਅੰਦਰੋਂ ਖੁਸ਼ੀ ਦਾ ਪ੍ਰਗਟਾਵਾ ਹੋਵੇ, ਹਨਾ। ਔਰ ਇਹਦੇ ਲਈ ਮੇਰੇ ਖਿਆਲ ਜ਼ਿਆਦਾ ਜ਼ਰੂਰੀ ਹੈ ਕਿ ਨੈਗੇਟਿਵਿਟੀ ਤੋਂ ਤੁਸੀਂ ਆਪਣੇ ਆਪ ਨੂੰ ਪਰਾਂ ਕਰਨਾ, ਉਹਨੂੰ ਪੋਜ਼ਿਟਿਵਿਟੀ ਵੱਲ ਜੋੜਨਾ ਹੈ। ਤੇ ਉਹ ਹਾਲਾਂਕਿ ਬੜਾ ਮੁਸ਼ਕਿਲ ਹੁੰਦਾ ਹੈ ਕੰਮ, ਤੁਸੀਂ ਵੀ ਮੰਨਦੇ ਹੋ ਇਸ ਗੱਲ ਨੂੰ, ਕਿ ਜਦੋਂ ਕੋਈ ਪ੍ਰੋਬਲਮ ਹੈ, ਕੋਈ ਪੇਨ ਵਿੱਚ ਹੈ, ਚਾਹੇ ਉਹ ਮੈਂਟਲ ਪੇਨ ਹੈ, ਚਾਹੇ ਫਿਜ਼ੀਕਲ ਪੇਨ ਹੈ, ਉਹਦੇ ਚ ਆਪਣੇ ਆਪ ਨੂੰ ਕੱਢਣਾ ਕਾਫੀ ਮੁਸ਼ਕਿਲ ਹੈ, ਬਟ ਇਫ ਵੀ ਟਰਾਈ ਤੇ ਉਹ ਨਿਕਲ ਜਾਂਦਾ। ਦੇਖੋ, ਉਹਨੂੰ ਫੀਲ ਕਰਨਾ ਇਜ਼ ਅ ਹਿਊਮਨ ਇੰਸਟਿੰਕਟ ਹੈ, ਉਹ ਸਾਡੀ, ਹੈ ਨਾ, ਉਹ ਅਸੀਂ ਕਰਨਾ ਹੀ ਕਰਨਾ, ਨਹੀਂ ਤੇ ਫਿਰ ਅਸੀਂ ਹਿਊਮਨ ਦੀ ਕੈਟੇਗਰੀ 'ਚ ਵੀ ਨਹੀਂ ਆਵਾਂਗੇ। ਬਲਕਿ ਮੈਂ ਤੇ ਐਨੀਮਲਸ ਦੀ ਵੀ ਸਹਿਮਤੀ ਜਤਾਵਾਂਗੀ ਕਿ ਉਹ ਵੀ ਬਹੁਤ ਕੁਝ ਫੀਲ ਕਰਦੇ ਆ, ਬਟ ਸਾਡੇ 'ਚ ਕੈਪੈਸਿਟੀ ਹੈ ਕਿ ਅਸੀਂ ਉਸਨੂੰ ਫੀਲ ਕਰੀਏ, ਮਹਿਸੂਸ ਕਰੀਏ, ਉਹਦੇ ਵਿੱਚ ਰਹੀਏ, ਉਸ ਤੋਂ ਬਾਅਦ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਤੇ ਜਿਹੜੀ ਐਕਸਪਰਟਾਈਜ਼ ਹਾਸਲ ਕਰੀਏ। ਬਿਲਕੁਲ ਮੈਮ, ਆਯੁਰਵੇਦ ਦੇ ਵਿੱਚ ਵੀ ਸਵਸਥ ਆਦਮੀ ਦੀ ਇੱਕ ਬਹੁਤ ਵਧੀਆ ਡੈਫੀਨੇਸ਼ਨ ਦਿੱਤੀ ਗਈ ਹੈ। ਸਮ ਦੋਸ਼ਾ ਸਮ ਆਗਨੀ ਸਮ ਧਾਤੂ ਮਲਕ੍ਰਿਆ ਪ੍ਰਸੰਨ ਆਤਮੇਂਦਰੀਆ ਸਵਸਥ ਇਤਿਵਿਧੀਯਤੇ। ਮਤਲਬ ਇਹਦੇ ਵਿੱਚ ਨਾ ਹੀ ਉਹਨਾਂ ਨੇ ਇਹ ਦੱਸਿਆ ਕਿ ਤੁਹਾਡੀ ਬਾਡੀ ਚੰਗੀ ਹੋਣੀ ਚਾਹੀਦੀ, ਬਲਕਿ ਫਿਜ਼ੀਕਲ, ਮੈਂਟਲ ਲੈਵਲ ਤੇ ਵੀ ਜੇ ਤੁਸੀਂ ਵਧੀਆ ਮਹਿਸੂਸ ਕਰ ਰਹੇ ਹੋ, ਜੇ ਤੁਸੀਂ ਹੈਲਦੀ ਮਹਿਸੂਸ ਕਰ ਰਹੇ ਹੋ, ਫਿਰ ਹੀ ਤੁਸੀਂ ਹੈਲਦੀ ਹੋ। ਜੇ ਤੁਸੀਂ ਇਹ ਸੋਚੋ ਕਿ ਮੇਰੇ ਕੋਲ ਪੈਸਾ ਬਹੁਤ ਜ਼ਿਆਦਾ ਹੈਗਾ, ਇਹ ਪੈਸਾ ਜਿਹੜਾ ਹੈ ਮੈਂ ਇਹਦੇ ਨਾਲ ਸਭ ਕੁਝ ਖਰੀਦ ਸਕਦਾ, ਬਟ ਘਰ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਗਈ ਹੈ, ਘਰ ਦੇ ਵਿੱਚ ਜੇ ਕੋਈ ਬਿਮਾਰ ਹੋ ਗਿਆ ਹੈ, ਤਾਂ ਡੈਫੀਨਿਟਲੀ ਉਹ ਮੈਂਟਲੀ ਤੁਹਾਨੂੰ ਵੀਕ ਕਰ ਦੇਗਾ। ਜੇ ਉਹ ਮੈਂਟਲੀ ਵੀਕ ਕਰੇਗਾ ਤਾਂ ਕਿਤੇ ਨਾ ਕਿਤੇ ਤੁਹਾਡੀ ਬਾਡੀ ਦੇ ਉੱਤੇ ਫਿਜ਼ੀਕਲੀ ਵੀ ਉਹਦਾ ਇਫੈਕਟ ਨਜ਼ਰ ਆਏਗਾ ਹੀ ਆਏਗਾ। ਸੋ ਇਸੇ ਕਰਕੇ ਹੁਣ ਮਾਡਰਨ ਸਾਇੰਸ ਵੀ ਐਕਸੈਪਟ ਕਰਦੀ ਹੈ ਕਿ ਮੈਂਟਲੀ ਵੀ ਓਨਾ ਹੀ ਸਟਰੋਂਗ ਹੋਣਾ ਚਾਹੀਦਾ ਹੈ ਪੇਸ਼ੈਂਟ ਨੂੰ, ਤਾਂ ਹੀ ਉਹ ਆਪਣੀ ਬਿਮਾਰੀ ਦੇ ਉੱਤੇ ਲੜ ਕੇ ਆਪਣੇ ਆਪ ਨੂੰ ਉਸ ਤੋਂ ਜਿੱਤ ਪਾਏਗਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਮੈਂਟਲੀ ਵੀ ਸਟਰੋਂਗ, ਮੈਡੀਟੇਸ਼ਨ ਕਰੋ, ਪ੍ਰਾਣਾਯਾਮ ਕਰੋ। ਜਿਹੜੇ ਪ੍ਰਾਣਾਯਾਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਪਾਲਭਾਤੀ, ਭਸਤ੍ਰਿਕਾ ਪ੍ਰਾਣਾਯਾਮ, ਓਮਕਾਰ, ਉਦਗੀਤ ਪ੍ਰਾਣਾਯਾਮ। ਜਿੰਨਾ ਜ਼ਿਆਦਾ ਆਪਾਂ ਓਮਕਾਰ ਦਾ ਜਾਪ ਕਰਦੇ ਹਾਂ, ਜਦੋਂ ਆਪਾਂ ਓਮਕਾਰ ਦਾ ਜਾਪ ਕਰਦੇ ਹਾਂ ਨਾ, ਉਹਦੇ ਵਿੱਚ ਆਪਾਂ ਜਦੋਂ ਓਮ ਦਾ ਉਚਾਰਨ ਕਰਦੇ ਹਾਂ, ਮੈਂ ਪੇਸ਼ੈਂਟ ਨੂੰ ਸਮਝਾਉਂਦਾ ਕਿ ਵੀ ਓਮ ਦਾ ਉਚਾਰਨ ਕਿੱਦਾਂ ਕਰਨਾ ਹੈ। ਉਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਬਿਲਕੁਲ ਆਰਾਮ ਨਾਲ ਆਪਣਾ ਸੁਖ ਆਸਨ ਦੇ ਵਿੱਚ ਬੈਠ ਜਾਓ, ਜਾਂ ਪਦਮ ਆਸਨ ਦੇ ਵਿੱਚ ਬੈਠ ਜਾਓ। ਪਦਮ ਆਸਨ ਦੇ ਵਿੱਚ ਬੈਠ ਕੇ ਤੁਸੀਂ ਚਿੰਨ ਮੁਦਰਾ ਲਗਾ ਲੈਣੀ ਹੈ। ਚਿੰਨ ਮੁਦਰਾ ਮਾਰ ਕੇ ਜਿਹੜਾ ਈਜ਼ੀ ਹੋ ਕੇ ਬੈਕ ਸਟ੍ਰੇਟ, ਹਾਂਜੀ ਔਰ ਕ੍ਰਾਸ ਲੈਗ, ਹਾਂਜੀ ਬੈਕ ਸਟ੍ਰੇਟ ਹੋ ਜਾਣਗੀਆਂ ਤੇ ਆਪਾਂ ਕ੍ਰਾਸ ਲੈਗ ਬੈਠ ਜਾਵਾਂਗੇ ਪਦਮ ਆਸਨ। ਜਾਂ ਜੇ ਪੇਸ਼ੈਂਟ ਪਦਮ ਆਸਨ ਦੇ ਵਿੱਚ ਨਹੀਂ ਬੈਠ ਸਕਦਾ ਤੇ ਉਹ ਸੁਖ ਆਸਨ ਦੇ ਵਿੱਚ ਬੈਠ ਸਕਦਾ। ਸੁਖ ਆਸਨ ਦੇ ਵਿੱਚ ਬੈਠ ਕੇ ਉਹ ਚਿੰਨ ਮੁਦਰਾ ਲਗਾ ਸਕਦਾ ਹੈ। ਬੇਸਿਕਲੀ ਮੁਦਰਾਵਾਂ ਦੇ ਵਿੱਚ ਉੱਤੇ ਵੀ ਆਪਾਂ ਗੱਲ ਕਰ ਸਕਦੇ ਹਾਂ। ਚੇਅਰ ਤੇ ਵੀ ਬੈਠ ਸਕਦੇ ਹਨ, ਉਹਦੇ 'ਚ ਵੀ ਕੋਈ ਆਬਜੈਕਸ਼ਨ ਨਹੀਂ। ਹਾਂਜੀ, ਜੋ ਪੇਸ਼ੈਂਟ ਪ੍ਰੋਬਲਮ ਦੇ ਵਿੱਚ ਹੈ, ਜੋ ਸੁਖ ਆਸਨ ਦੇ ਵਿੱਚ ਵੀ ਬੈਠ ਨਹੀਂ ਸਕਦਾ, ਜੋ ਪਦਮ ਆਸਨ 'ਚ ਨਹੀਂ ਬੈਠ ਸਕਦਾ, ਬਿਲਕੁਲ ਚੇਅਰ ਤੇ ਬੈਠ ਸਕਦਾ ਹੈ। ਚੇਅਰ ਤੇ ਬੈਠ ਕੇ ਆਪਣੀ ਬੈਕ ਬਿਲਕੁਲ ਸਟ੍ਰੇਟ ਕਰ ਲੈਣੀ ਹੈ। ਬੈਕ ਦਾ ਸਟ੍ਰੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕੰਡੀਸ਼ਨ ਦੇ ਵਿੱਚ, ਕਿਉਂਕਿ ਸਾਡੀ ਜਿਹੜੀ ਕੁੰਡਲਿਨੀ ਸ਼ਕਤੀ ਹੈ ਉਹ ਥੱਲੇ ਮੂਲਾਧਾਰ ਚੱਕਰ ਤੋਂ ਲੈ ਕੇ ਉੱਪਰ ਸਹਸਤਰਧਾਰ ਚੱਕਰ ਤੱਕ ਜਾਏਗੀ, ਤੇ ਜੇ ਬੈਕ ਸਟ੍ਰੇਟ ਨਹੀਂ ਹੋਏਗੀ ਤੇ ਡੈਫੀਨਿਟਲੀ ਉਹਨਾਂ ਇਫੈਕਟ ਸਾਡੀ ਬਾਡੀ ਨੂੰ ਨਹੀਂ ਦੇਗੀ। ਜਦੋਂ ਬੈਕ ਸਟ੍ਰੇਟ ਹੋਏਗੀ, ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਕਿ ਇੱਕ ਲੰਮਾ ਗਹਿਰਾ ਸਾਹ ਖਿੱਚ ਕੇ, ਮੈਂ ਇੱਕ ਵਾਰੀ ਕਰਕੇ ਦਿਖਾਣਾ, ਕੋਸ਼ਿਸ਼ ਕਰਿਓ ਕਿ ਜਿਹੜੇ ਵੀ ਦੇਖ ਰਹੇ ਨੇ ਉਹ ਪ੍ਰੈਕਟਿਸ ਕਰ ਸਕਦੇ ਨੇ, ਤੇ ਰੈਗੂਲਰ ਮਾਰਨਿੰਗ ਦੇ ਵਿੱਚ ਐਟਲੀਸਟ 5 to 10 ਮਿੰਟਸ ਵੀ ਜੋ ਇਹ ਕਰਦੇ ਨੇ, ਤੇ ਉਹਨਾਂ ਦੀ ਆਉਣ ਵਾਲੇ 10-15 ਦਿਨ ਦੇ ਅੰਦਰ ਆਪਣੀ ਬਾਡੀ ਦੇ ਅੰਦਰ એનર્ਜੀ ਲੈਵਲਸ ਜਿਹੜੇ ਨੇ ਵਧੇ ਹੋਏ ਮਹਿਸੂਸ ਕਰਨ। ਇੱਕ ਵਾਰ ਮੈਂ ਤੁਹਾਨੂੰ ਪ੍ਰੈਕਟਿਸ ਕਰਕੇ ਦਿਖਾਣਾ ਕਿ
ਆਕਸੀਜਨ ਦੀ ਗੱਲ ਕਰ ਰਹੇ ਸੀ, ਸੋ ਜਦੋਂ ਅਸੀਂ ਮੇਨਟੇਨੈਂਸ ਵੱਲ ਆਉਂਦੇ ਹਾਂ ਹੈਲਥ ਦੇ, ਤੇ ਇਹ ਬਹੁਤ ਅੱਛਾ ਤਰੀਕਾ ਹੈ ਕਿ ਅਸੀਂ ਪ੍ਰਾਣਾਯਾਮ ਦਾ ਅਭਿਆਸ ਕਰੀਏ। ਬਿਲਕੁਲ, ਆਕਸੀਜਨ ਲੈਵਲ ਵੱਧਦਾ ਹੀ ਜੇ ਆਪਾਂ ਆਪਣੇ ਲੰਗ ਦੀ ਕੈਪੈਸਿਟੀ ਵਧਾਉਂਦੇ ਆ ਪ੍ਰਾਣਾਯਾਮ ਕਰਕੇ, ਤੇ ਆਟੋਮੈਟਿਕਲੀ ਸਾਡੀ ਬੋਡੀ ਦੇ ਵਿੱਚ ਉਹ ਜਿਹੜੀ ਸਾਹ ਲੈਣ ਦੀ ਔਖ ਆ ਰਹੀ ਉਹ ਆਏਗੀ ਨਹੀਂ ਨਾ। ਸਾਡੇ ਲੰਗਸ ਨੂੰ ਆਦਤ ਹੀ ਨਹੀਂ ਹੈ ਇੰਨਾ ਹਾਈਪਰ ਐਕਸਪੈਂਡ ਕਰਨ ਦੀ। ਮੇਰੇ ਖਿਆਲ ਦਰਸ਼ਕਾਂ ਨੂੰ ਇਹ ਵੀ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪ੍ਰਾਣਾਯਾਮ, it is all about how you manage the ਪ੍ਰਾਣ ਬੇਸਿਕਲੀ ਤਾਂ ਆਕਸੀਜਨ ਨੂੰ ਕਿਹਾ, ਜਾਂ ਫਿਰ ਜਿਹੜਾ ਸਾਹ ਲੈਂਦੇ ਆ ਨਾ ਉਸ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਟੈਕਨੀਕਲੀ, ਉਸੇ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ। ਔਰ ਜਦੋਂ ਅਸੀਂ ਉਹਨੂੰ ਟੈਕਨੀਕਲੀ ਮੈਨੇਜ ਕਰ ਲਿਆ ਤੇ ਆਟੋਮੈਟਿਕਲੀ ਅਸੀਂ ਆਕਸੀਜਨ ਲੈਵਲਸ ਠੀਕ ਕਰ ਲਏ। ਬਿਲਕੁਲ, ਮੈਂ ਇੱਕ ਵਾਰੀ ਤੁਹਾਨੂੰ ਕਰਕੇ ਦਿਖਾਣਾ ਤੇ ਕੋਸ਼ਿਸ਼ ਕਰਿਓ ਕੀ ਕਰ ਸਕਦੇ ਹਾਂ ਆਪਾਂ। ਜਿੱਦਾਂ ਹੁਣ ਬੈਕ ਸਟ੍ਰੇਟ ਕਰ ਲਈ ਆ, ਚਿੰਨ ਮੁਦਰਾ ਤੇ ਬੈਠ ਜਾਣਾ, ਲੰਮਾ ਗਹਿਰਾ ਸਾਹ ਅੰਦਰ ਲੈਣਾ, ਅੱਖਾਂ ਬੰਦ ਕਰ ਲੈਣੀਆਂ। ਇਸ ਤਰ੍ਹਾਂ ਆਪਾਂ ਕਰਾਂਗੇ ਜਦੋਂ ਇਹਨੂੰ, ਤੇ ਜਦੋਂ ਆਪਾਂ ਲੰਮਾ ਗਹਿਰਾ ਸਾਹ ਲੈ ਕੇ ਉਚਾਰਨ ਕਰਨਾ ਹੈ, ਓਮ ਦਾ ਉਚਾਰਨ ਹੋਣਾ ਚਾਹੀਦਾ ਹੈ। 3 ਮਾਤਰਾਵਾਂ ਆਉਂਦੀਆਂ ਨੇ, ਅ, ਉ, ਮ। ਜਿੰਨਾ ਕੁ ਆਪਾਂ ਮ ਦਾ ਉਚਾਰਨ ਜ਼ਿਆਦਾ ਕਰਦੇ ਹਾਂ, ਹਾਂਜੀ, ਜਿੰਨਾ ਕੁ ਆਪਾਂ ਮ ਦਾ ਉਚਾਰਨ ਜ਼ਿਆਦਾ ਕਰਦੇ ਹਾਂ, ਜਦੋਂ ਤੁਸੀਂ ਕਰਕੇ ਵੇਖੋਗੇ ਤਾਂ ਯੂ ਵਿਲ ਫੀਲ ਕਿ ਤੁਹਾਡਾ ਪੂਰਾ ਬ੍ਰੇਨ ਵਾਈਬ੍ਰੇਟ ਹੋ ਰਿਹਾ, ਨੈਕ ਤੋਂ ਬਾਅਦ ਪੂਰਾ ਜਿਹੜਾ ਹਿੱਸਾ ਹੈ ਉਹ ਸਾਰਾ ਵਾਈਬ੍ਰੇਟ ਹੋ ਰਿਹਾ। ਤੇ ਜਿੰਨੀ ਕਿ ਜ਼ਿਆਦਾ ਆਪਾਂ ਕਰਾਂਗੇ ਉਹਨਾਂ ਜ਼ਿਆਦਾ ਮੈਂਟਲੀ ਆਪਾਂ ਰਿਲੈਕਸ ਹੋ ਜਾਂਦੇ ਹਾਂ ਇਸ ਚੀਜ਼ ਨੂੰ ਕਰਨ ਦੇ ਨਾਲ। ਈਵਨ ਕਿ ਜਿੰਨਾ ਜਦੋਂ ਵੀ ਪੇਸ਼ੈਂਟ, ਇਹ ਦੱਸਣਾ ਬੜਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਮੈਂ ਪ੍ਰੈਕਟੀਕਲੀ ਬਹੁਤ ਪੇਸ਼ੈਂਟਸ ਐਸੇ ਦੇਖੇ ਜਿਹੜੇ ਕਹਿੰਦੇ ਜੀ ਅਸੀਂ ਓਮ ਨਾ ਕਹੀਏ, ਵਾਹਿਗੁਰੂ ਕਹਿ ਲਈਏ। ਸੋ ਮੇਰੇ ਖਿਆਲ ਉੱਥੇ ਉਹ ਸਾਰੀ ਗੱਲ ਬੇਸ ਹੁੰਦੀ ਹੈ, ਬਿਕੋਜ਼ ਮੈਨੂੰ ਲੱਗਦਾ ਕਿ ਇਹ ਠੀਕ ਹੈ ਟਾਈਮ ਨਾਲ ਪਬਲਿਕ ਨੂੰ ਸਿਖਾਉਣ ਵਾਸਤੇ ਜੋੜ ਦਿੱਤਾ ਗਿਆ, ਪਰ ਇਸ ਦਾ ਧਰਮ ਨਾਲ ਕੋਈ ਰਿਲੇਸ਼ਨ ਨਹੀਂ ਹੈ। ਇਟ ਇਜ਼ ਬੇਸਿਕਲੀ ਇੱਕ ਮੰਤਰ ਹੈ, ਫੋਨੈਟਿਕ ਸਾਊਂਡ ਦੇ ਨਾਲ ਇਹਦਾ ਸੰਬੰਧ ਹੈ, ਹਨਾ। ਇਹਦਾ ਧਰਮ ਨਾਲ ਬੇਸਿਕਲੀ ਸੰਬੰਧ ਨਹੀਂ ਹੈ। ਸੋ ਜੇਕਰ ਤੁਸੀਂ ਓ, ਊ, ਮ ਇਸ ਤਰ੍ਹਾਂ ਹੀ ਤੁਸੀਂ ਦੱਸਿਆ ਨਾ, ਅ, ਉ, ਮ, ਸੋ ਉਹ ਜਿਹੜਾ ਉਹਦਾ ਉਹ ਤੁਸੀਂ ਸਮਝਾਓਗੇ ਹੋਰ ਬੈਟਰ ਐਕਸਪਲੇਨ ਹੋ ਜਾਏਗਾ ਕਿ ਜਦੋਂ ਤੁਸੀਂ ਸਟਾਰਟ ਕਰਦੇ ਹੋ ਤੁਹਾਡੇ ਟਮੀ ਤੋਂ ਸਟਾਰਟ ਹੁੰਦੀ ਹੈ, ਪੇਟ ਤੋਂ ਸਟਾਰਟ ਹੁੰਦੀ ਹੈ, ਫਿਰ ਉਹ ਤੁਹਾਡੀ ਚੈਸਟ ਇਨਵੋਲਵ ਹੁੰਦੀ ਹੈ, ਫਿਰ ਤੁਹਾਡਾ ਜਦੋਂ ਮ ਕਰਦੇ ਹੋ ਸਾਰਾ ਤੁਹਾਡਾ ਊਰਧ ਜਠਰਗਤ ਜਿਹੜਾ ਤੁਹਾਡਾ ਅਪਰ ਪੋਰਸ਼ਨ ਹੈ, ਸਾਰਾ ਨਰਵਸ ਸਿਸਟਮ, ਬ੍ਰੇਨ ਹੈਗਾ। ਔਰ ਇੱਥੇ ਜਦੋਂ ਤੁਸੀਂ ਆਉਂਦੇ ਤੁਹਾਡਾ ਸਾਰਾ ਸ਼ਵਾਸ ਤੰਤਰ ਹੈਗਾ, ਉਹਦੇ ਵਿੱਚ ਵਾਈਬ੍ਰੇਸ਼ਨਸ ਹੁੰਦੀਆਂ, ਸਟਿਮੂਲੇਸ਼ਨ ਹੋਏਗੀ ਤੇ ਉਹ ਆਟੋਮੈਟਿਕਲੀ ਤੁਹਾਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਏਗੀ। ਸੋ ਬੇਸਿਕ ਜਿਹੜਾ ਸੰਬੰਧ ਹੈ ਮੇਰੇ ਖਿਆਲ ਫੋਨੈਟਿਕਸ ਨਾਲ ਹੈ, ਸਾਊਂਡ ਨਾਲ ਜ਼ਿਆਦਾ, ਧਰਮ ਨਾਲ ਨਹੀਂ ਹੈਗਾ। ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਆਪਣਾ ਇੱਕ ਓਮਕਾਰ ਹੈ ਉਹਦੇ ਵਿੱਚ ਵੀ ਤੇ ਓਮਕਾਰ ਹੀ ਆ ਰਿਹਾ ਨਾ ਬੇਸਿਕਲੀ। ਜੇ ਆਪਾਂ ਕਵਾਂਗੇ ਤੇ ਫਿਰ ਉਹ ਲੰਬਾ ਲੈ ਜਾਏਗਾ, ਉਹਨੂੰ ਫਿਰ ਤੁਸੀਂ ਧੁਨੀ ਨੂੰ ਕਿਸ ਤਰ੍ਹਾਂ ਐਡਜਸਟ ਕਰੋਗੇ ਨਾ। ਨਹੀਂ, ਆਪਾਂ ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਕਿ ਤੁਸੀਂ ਇੱਕ ਓਮਕਾਰ ਕਹੋ, ਮੈਂ ਤੇ ਇਹ ਕਹਿ ਰਿਹਾ ਕਿ ਓਮਕਾਰ ਦਾ ਜਾਪ ਤੇ ਉੱਥੇ ਵੀ ਆ ਰਿਹਾ, ਦੱਸਿਆ ਤੇ ਉੱਥੇ ਵੀ ਗਿਆ। ਜੇ ਮੰਨਣ ਵਾਲੇ ਜੇ ਬੇਸਿਕਲੀ ਮੰਨਣ ਵਾਲੇ ਸਿੱਖੀਜ਼ਮ ਨੂੰ ਮੰਨਦੇ ਨੇ ਤੇ ਜੇ ਉਹ ਓਰੀਜਨਲ ਗੁਰਬਾਣੀ ਦੇ ਵਿੱਚ ਪੜ੍ਹਦੇ ਨੇ ਤੇ ਉੱਥੇ ਵੀ ਜੋ ਆਪਣੇ ਦੇਵੀ ਦੇਵਤਾ ਨੇ ਉਹਨਾਂ ਦਾ ਵੀ ਡਿਸਕ੍ਰਿਪਸ਼ਨ ਆਇਆ ਹੀ ਹੋਇਆ। ਇਸ ਕਰਕੇ ਆਪਾਂ ਇਹ ਕਹੀਏ ਕਿ ਇਹ ਚੀਜ਼ਾਂ ਵੱਖਰੀਆਂ ਨੇ ਜਾਂ ਇਹ ਚੀਜ਼ ਵੱਖਰੀ ਨੇ, ਏਦਾਂ ਨਹੀਂ ਆਪਾਂ ਕਹਿ ਸਕਦੇ। ਆਪਾਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਇਸ ਟਾਈਮ ਕਿ ਜਿੰਨਾ ਕਿ ਤੁਸੀਂ ਬੈਟਰ ਆਪਣਾ ਮੈਡੀਟੇਸ਼ਨ ਕਰ ਸਕਦੇ ਹੋ, ਜੋ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ, ਜੋ ਤੁਸੀਂ ਕਰ ਸਕਦੇ ਹੋ ਉਹਨਾਂ ਜ਼ਿਆਦਾ ਕਰੋ, ਕਿਉਂਕਿ ਸਾਡਾ ਬੇਸਿਕ ਏਮ ਇਹ ਹੈ ਕਿ ਤੁਸੀਂ ਜਿੰਨਾ ਮੈਂਟਲੀ ਸਟਰੋਂਗ ਰਹੋਗੇ ਉਹ ਜ਼ਿਆਦਾ ਬੈਟਰ ਹੈ, ਰਾਦਰ ਦੈਨ ਕਿ ਆਪਾਂ ਇਹ ਕਹਿ ਲਈਏ ਕਿ ਨਹੀਂ ਜੀ ਤੁਸੀਂ ਜ਼ਬਰਦਸਤੀ ਓਮਕਾਰ ਕਰੋ। ਕਿਉਂਕਿ ਜੇ ਓਮਕਾਰ ਪੇਸ਼ੈਂਟ ਨਹੀਂ ਪਸੰਦ ਕਰਦਾ ਬੋਲਣਾ ਤੇ ਉਹ ਜਪਜੀ ਸਾਹਿਬ ਦਾ ਪਾਠ ਕਰ ਲੈ, ਜਾਂ ਜੋ ਉਹਨੂੰ ਵਧੀਆ ਲੱਗਦਾ ਹੈ ਉਹ ਆਪਣਾ ਸਾਰੇ ਧਰਮਾਂ ਦੇ ਵਿੱਚ ਕੋਈ ਨਾ ਕੋਈ ਵਰਡਸ ਹੁੰਦੇ ਨੇ ਜਿਹੜੇ ਉਹ ਕਰ ਸਕਦੇ ਨੇ। ਇੱਥੇ ਮੰਤਵ ਕਮਿਊਨਿਟੀ ਅਵੇਅਰਨੈਸ ਕ੍ਰੀਏਟ ਕਰਨਾ ਵੀ ਹੈ, ਹਨਾ, ਕੋਈ ਕੰਟਰੋਵਰਸੀ ਕਰਨਾ ਨਹੀਂ, ਕਮਿਊਨਿਟੀ ਅਵੇਅਰਨੈਸ। ਬਿਲਕੁਲ ਆਪਣਾ ਕੋਈ ਮਤਲਬ ਕੰਟਰੋਵਰਸੀ ਕਰਨਾ ਨਹੀਂ। ਇਸ ਟਾਈਮ ਆਲਰੇਡੀ ਇੰਨੀ ਕੁ ਪ੍ਰੋਬਲਮ ਚੱਲ ਰਹੀ ਹੈ ਕਿ ਰਾਦਰ ਦੈਨ ਕ੍ਰੀਏਟਿੰਗ ਕੰਟਰੋਵਰਸੀ ਆਪਾਂ ਕਰੀਏ, ਜਿੰਨਾ ਮਰਜ਼ੀ ਆਪਣੇ ਇਸ਼ਟ ਨੂੰ ਧਿਆਈਏ, ਉਹ ਧਿਆਉਣਾ ਧਿਆਨ ਮੈਡੀਟੇਸ਼ਨ ਦੇ ਵਿੱਚ ਆ ਜਾਏਗਾ। ਆਪਣਾ ਮੇਨ ਕੰਮ ਹੈ ਯੋਗ ਦੇ 8 ਅੰਗ ਨੇ, ਹਨਾ, ਉਹ ਤੁਸੀਂ
ਸਾਰਾ ਕੁਝ ਮੈਂ ਹੀ ਨਾ ਬੋਲਾਂ, ਤੁਸੀਂ ਦੱਸ ਦੇਣਾ ਹੈ ਨਾ ਜਿਹੜਾ ਯਮ ਸਾਰਾ ਨਿਯਮ ਪ੍ਰਾਣਾਯਾਮ। ਆਸਨ। ਬਿਲਕੁਲ, ਉਹਦੇ ਚ ਉਹਦਾ ਇੱਕ ਪਾਰਟ ਹੈ ਦੇ ਵਿੱਚੋਂ, ਉਹਦੇ ਚ ਪ੍ਰਾਣਾਯਾਮ ਇੱਕ ਪਾਰਟ ਹੈ, ਧਿਆਨ ਇੱਕ ਪਾਰਟ ਹੈ। ਤੁਹਾਡਾ ਪਾਠ ਪੂਜਾ ਮੈਡੀਟੇਸ਼ਨ ਧਿਆਨ ਦੇ ਵਿੱਚ ਚਲਾ ਜਾਏਗਾ, ਇਹ ਪ੍ਰਾਣਾਯਾਮ ਅਲੱਗ ਚੀਜ਼ ਹੈ। ਸੋ ਓਮ ਨੂੰ ਪ੍ਰਾਣਾਯਾਮ ਚ ਫਿੱਟ ਕਰ ਲਓ, ਓਮ ਉਚਾਰਨ ਨੂੰ, ਤੇ ਪਾਠ ਪੂਜਾ ਨੂੰ ਧਿਆਨ ਦੇ ਵਿੱਚ ਫਿੱਟ ਕਰ ਲਓ। ਸੋ ਤੁਸੀਂ 8 ਅੰਗ ਵੀ ਜ਼ਰੂਰ ਦੱਸ ਦੇਣਾ ਜੀ ਯੋਗ ਦੇ। ਯਮ ਨਿਯਮ ਆਸਨ ਪ੍ਰਾਣਾਯਾਮ ਧਿਆਨ ਧਾਰਨਾ ਸਮਾਧੀ, ਇਹ ਬੇਸਿਕਲੀ ਇਹ ਸਾਰੇ ਆਉਂਦੇ ਨੇ ਇਹਦੇ ਵਿੱਚ, ਜੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਯੋਗ ਦੇ 8 ਅੰਗ ਨੇ ਤੇ ਇਹ ਜ਼ਰੂਰੀ ਨੇ ਕਰਨੇ। ਇਹਦੇ ਵਿੱਚ ਆਪਾਂ ਇਹ ਜਿੰਨਾ ਕੁ ਜ਼ਿਆਦਾ ਪ੍ਰਾਣਾਯਾਮ ਆਪਾਂ ਕਰਦੇ ਹਾਂ ਉਹ ਸਾਡੇ ਅੰਦਰ ਸ਼ਵਾਸਾਂ ਨੂੰ ਜ਼ਿਆਦਾ ਇੰਪਰੂਵ ਕਰਦਾ। ਤੇ ਉਹੀ ਆਪਾਂ ਕਹਿ ਰਹੇ ਕਿ ਅੱਜ ਦੀ ਕੰਡੀਸ਼ਨ ਦੇ ਵਿੱਚ ਜੋ ਕੋਵਿਡ ਦੀ ਕੰਡੀਸ਼ਨ ਹੈ ਉਹਦੇ ਵਿੱਚ ਸ਼ਵਾਸ ਹੀ ਕਿਤੇ ਨਾ ਕਿਤੇ ਪੇਸ਼ੈਂਟ ਦੇ ਘਟ ਰਹੇ ਨੇ। ਤੇ ਜੇ ਆਪਾਂ ਪ੍ਰਾਣਾਯਾਮ ਨੂੰ ਆਪਾਂ ਕਰਦੇ ਹਾਂ, ਜਿੱਦਾਂ ਆਪਾਂ ਦੀਰਘ ਸ਼ਵਾਸ ਪ੍ਰਾਣਾਯਾਮ ਹੈ, ਭਸਤ੍ਰਿਕਾ ਪ੍ਰਾਣਾਯਾਮ ਹੈ, ਅਨੁਲੋਮ ਵਿਲੋਮ ਪ੍ਰਾਣਾਯਾਮ ਹੈ, ਕਪਾਲਭਾਤੀ ਪ੍ਰਾਣਾਯਾਮ ਹੈ, ਜਿੰਨੇ ਆਪਾਂ ਪ੍ਰਾਣਾਯਾਮ ਜ਼ਿਆਦਾ ਤੋਂ ਜ਼ਿਆਦਾ ਕਰਦੇ ਹਾਂ ਉਹਨਾਂ ਆਪਾਂ ਬੋਡੀ ਦੇ ਅੰਦਰ ਆਪਣੀ ਆਕਸੀਜਨ ਲੈਵਲ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਸ ਕਰਕੇ ਇਹ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਪ੍ਰਾਣਾਯਾਮ ਦਾ ਥੋੜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਆਪਾਂ ਵਧਾ ਸਕੀਏ, ਕਿਉਂਕਿ ਹੁਣ ਲਾਕਡਾਊਨ ਹੈ, ਕੰਮ ਤੇ ਕੋਈ ਹੈ ਨਹੀਂ ਹੈ ਜ਼ਿਆਦਾਤਰ। ਤੇ ਕੋਸ਼ਿਸ਼ ਕਰੋ ਆਪਣੀ ਇਮਿਊਨਿਟੀ ਵੱਲ ਧਿਆਨ ਦੇਣ ਦੀ, ਆਪਣੇ ਆਪ ਨੂੰ ਹੈਪੀ ਰੱਖਣ ਦੀ। ਜਿੰਨਾ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋਗੇ ਉਹਨਾਂ ਜ਼ਿਆਦਾ ਬੈਟਰ ਤੁਸੀਂ ਆਪਣੀ ਇਮਿਊਨਿਟੀ ਨੂੰ ਇਨਕਰੀਜ਼ ਕਰੋਗੇ। ਜਿੰਨਾ ਜ਼ਿਆਦਾ ਪ੍ਰਾਣਾਯਾਮ ਕਰੋਗੇ ਉਹਨਾਂ ਜ਼ਿਆਦਾ ਇਮਿਊਨਿਟੀ ਨੂੰ ਇਨਕਰੀਜ਼ ਕਰੋਗੇ। ਈਵਨ ਕਿ ਪ੍ਰਾਣਾਯਾਮ ਦੇ ਨਾਲ ਨਾਲ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਆਯੁਰਵੇਦ ਦੇ ਵਿੱਚ ਇੱਕ ਧੂਪਨ ਚਿਕਿਤਸਾ ਦਿੱਤੀ ਹੋਈ ਹੈ ਕਿ ਜਿੱਥੇ ਪੇਸ਼ੈਂਟ ਨੂੰ, ਜੇ ਪੇਸ਼ੈਂਟ ਔਸ਼ਧੀ ਨਹੀਂ ਖਾ ਸਕਦਾ ਤੇ ਉਹਦੇ ਸ਼ਵਾਸਾਂ ਰਾਹੀਂ ਆਪਾਂ ਉਹਦੇ ਅੰਦਰ ਮੈਡੀਸਨ ਪਹੁੰਚਾ ਰਹੇ ਹਾਂ, ਜਿਹਨੂੰ ਆਪਾਂ ਯੱਗ ਚਿਕਿਤਸਾ ਦੇ ਨਾਲ ਵੀ ਕਹਿ ਸਕਦੇ ਹਾਂ। ਕਿਉਂਕਿ ਯੱਗ ਚਿਕਿਤਸਾ ਦੇ ਵਿੱਚ ਵੀ ਬਹੁਤ ਸਾਰੀ ਆਯੁਰਵੈਦਿਕ ਮੈਡੀਸਿਨਸ ਹੀ ਯੂਜ਼ ਹੁੰਦੀਆਂ ਨੇ। ਤੇ ਆਯੁਰਵੇਦ ਦੇ ਵਿੱਚ ਕਾਸ਼ਯਪ ਸੰਹਿਤਾ ਦੇ ਵਿੱਚ ਇੱਕ ਪੂਰਾ ਅਧਿਆਏ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਵੱਖੋ ਵੱਖ ਤਰ੍ਹਾਂ ਦੇ ਜਿਹੜੇ ਧੂਏ ਨੇ, ਉਹ ਧੂਏ ਦੇ ਨਾਲ ਆਪਾਂ ਪੇਸ਼ੈਂਟ ਨੂੰ ਕਿੱਦਾਂ ਠੀਕ ਕਰ ਸਕਦੇ ਹਾਂ, ਉਸ ਧੂਏ ਦੇ ਨਾਲ ਪੇਸ਼ੈਂਟ ਦੇ ਜਵਰ ਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ। ਜਿੱਦਾਂ ਅੱਜ ਆਪਾਂ ਦੇਖ ਰਹੇ ਹਾਂ ਕਿ ਇਹ ਜਿਹੜਾ ਪ੍ਰੋਬਲਮ ਹੈ ਇਹ ਏਅਰਬੋਰਨ ਜ਼ਿਆਦਾ ਹੋ ਗਿਆ। ਹੁਣ ਦਾ ਜਿਹੜਾ ਰੀਸੈਂਟ ਸਟੱਡੀ ਆ ਰਹੀ ਹੈ ਉਹ ਇਹ ਦੱਸਦੀ ਹੈ ਕਿ ਇਹ ਵਾਇਰਸ ਹਵਾ ਤੋਂ ਜ਼ਿਆਦਾ ਫੈਲ ਰਿਹਾ। ਤੇ ਕਿਉਂ ਨਾ ਆਪਾਂ ਹਵਾ ਨੂੰ ਪਿਊਰੀਫਾਈ ਕਰਨ ਦੀ ਕੋਸ਼ਿਸ਼ ਕਰੀਏ। ਜੇ ਆਪਾਂ ਹਵਾ ਨੂੰ ਪਿਊਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਤੇ ਨਾ ਕਿਤੇ ਵਾਇਰਸ ਦਾ ਜਿਹੜਾ ਫੈਲਾਵ ਹੈ ਉਹ ਰੁਕ ਸਕਦਾ ਹੈ। ਇਸ ਨੂੰ ਕਰਨ ਦੇ ਵਿੱਚ ਇਹ ਜਿਹੜੀ ਧੂਆਂ ਚਿਕਿਤਸਾ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਹਾਂ ਕਿ ਨਿੰਮ ਦੇ ਪੱਤੇ ਤੇ ਕਿਤੇ ਨਾ ਕਿਤੇ ਹਰ ਇੱਕ ਦੇ ਆਲੇ ਦੁਆਲੇ ਮਿਲ ਸਕਦੇ ਨੇ, ਜਾਂ ਫਿਰ ਜੇ ਆਪਾਂ US ਦੇ ਵਿੱਚ ਹੈਗੇ ਤੇ ਉੱਥੇ ਅਵੇਲੇਬਿਲਿਟੀ ਜਿਹੜੀ ਹੈ ਨਿੰਮ ਦੇ ਡਰਾਈਡ ਲੀਵਸ ਦੀ ਪੈਕੇਟ ਦੇ ਫਾਰਮਸ ਦੇ ਵਿੱਚ ਹੈਗੀ ਆ। ਉੱਥੇ ਗੂਗਲ ਵੀ ਆ, ਈਜ਼ੀਲੀ ਆਰਾਮ ਨਾਲ ਉੱਥੇ ਮਿਲ ਸਕਦਾ। ਤੇ ਕੋਈ ਵੀ ਕੋਇਲਾ ਜਲਾ ਕੇ ਜਾਂ ਲੱਕੜ ਜਲਾ ਕੇ ਉਹਦੇ ਵਿੱਚ ਆਪਾਂ ਜੇ ਇਸ ਨਿੰਮ ਦੇ ਪੱਤੇ ਨੂੰ, ਦੇਸੀ ਘਿਓ ਤੇ ਗੂਗਲ, ਇਹਨੂੰ ਜੇ ਆਪਾਂ ਘਰ ਦੇ ਵਿੱਚ ਧੂਆਂ ਕਰਦੇ ਹਾਂ ਤੇ ਇਹ ਸਾਡੇ এনवायरमेंट ਜਿਹੜਾ ਸਾਡੇ ਕਮਰਾ ਹੈ ਉਹਦੇ ਵਿੱਚ ਜਿਹੜਾ ਵਾਇਰਸ ਹੈ ਉਹਦੀ ਜਿਹੜੀ ਮਲਟੀਪਲੀਕੇਸ਼ਨ ਹੈ ਉਹਨੂੰ ਰੋਕਦਾ ਹੈ, ਉਹਨੂੰ ਅੱਗੇ ਫੈਲਣ ਤੋਂ ਰੋਕਦਾ। ਤੋ ਇਹ ਜਦੋਂ ਧੂਆਂ ਸਾਡੀ ਬੋਡੀ ਦੇ ਅੰਦਰ ਜਾਂਦਾ ਹੈ ਤੇ ਇਹ ਸਾਡੀ ਬੋਡੀ ਦੇ ਅੰਦਰ ਵੀ ਆਪਣੇ ਪੋਜ਼ਿਟਿਵ ਇਫੈਕਟ ਦਿਖਾਉਂਦਾ ਹੈ ਤੇ ਪੇਸ਼ੈਂਟ ਇਹਦੇ ਨਾਲ ਵੀ ਇੰਪਰੂਵ ਹੁੰਦੇ ਨੇ। ਸੋ ਸਾਨੂੰ ਇਸ ਚੀਜ਼ ਦੀ ਵੀ ਦੋ ਚੀਜ਼ਾਂ ਮੇਨ ਨੇ। ਇੱਕ ਤੇ ਤੁਸੀਂ ਇਹਨਾਂ ਦੇ ਇੰਗਲਿਸ਼ ਨੇਮਸ ਵੀ ਜ਼ਰੂਰ ਦੱਸ ਦਿਓ, ਜਿਵੇਂ ਕਿ ਕਪੂਰ ਦਾ ਦੱਸਿਆ ਹੀ ਤੁਸੀਂ, ਕੈਂਫਰ, ਗੂਗਲ ਦਾ ਵੀ ਤੁਸੀਂ ਦੱਸ ਦਿਓ ਕਿ ਜਿਹੜੇ ਬਾਹਰ ਦੋਸਤ ਬੈਠੇ ਉਹਨਾਂ ਲਈ ਈਜ਼ੀ ਹੋ ਜਾਏਗਾ। ਇੱਕ ਮਿਥ ਇਹਦੇ ਨਾਲ ਜੁੜਿਆ ਹੈ ਕਿ ਜਦੋਂ ਵੀ ਕੋਈ ਚੀਜ਼ ਬਰਨ ਕਰਦੀ ਹੈ, ਇਟ ਕੰਜ਼ਿਊਮਸ ਆਕਸੀਜਨ। ਸਾਨੂੰ ਬਚਪਨ ਤੋਂ ਪਤਾ, ਸਾਇੰਸ ਅਸੀਂ ਪੜ੍ਹਦੇ ਹਾਂ। ਸੋ ਉਹ ਮਿਥ ਇਹ ਜੁੜ ਗਿਆ ਕਿ ਤੁਸੀਂ ਉਹਨੂੰ ਬਰਨ ਕਰੋਗੇ ਤੇ ਉਲਟਾ ਜੀ ਆਕਸੀਜਨ ਕੰਜ਼ਿਊਮ ਕਰ ਰਿਹਾ। ਸੋ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਂਦਾ ਕਿ ਜੇ ਤੁਸੀਂ ਖੇਤਾਂ ਵਿੱਚ ਇੰਨੀ ਜ਼ਿਆਦਾ ਪਰਾਲੀ ਜਲਾ ਰਹੇ ਹੋ ਜਾਂ ਕਿਤੇ ਬਹੁਤ ਵੱਡੀ ਅੱਗ ਲੱਗੀ, ਉੱਥੇ ਤੇ ਅਸੀਂ ਕਹਿ ਸਕਦੇ ਹਾਂ ਕਿ ਲਾਰਜ ਸਕੇਲ ਦੇ ਉੱਪਰ ਆਕਸੀਜਨ ਕੰਜ਼ਿਊਮਰ ਹੀ। ਜੇ ਤੁਸੀਂ ਇੰਨਾ ਕੋ ਲੈ ਕੇ ਕੋਇਲਾ ਜਾਂ ਇੰਨਾ ਕੁਝ ਲੈ ਕੇ ਉਹਦੇ ਚ ਥੋੜੀਆਂ ਚੀਜ਼ਾਂ ਪਾਉਂਦੇ ਹੋ ਤੇ ਇੱਕ ਹਵਨ, ਛੋਟਾ ਹਵਨ ਹੋ ਜਾਂਦਾ। ਉਹਦੀ ਵੀ ਪ੍ਰਥਾ ਕਿਸੇ ਵਜ੍ਹਾ ਕਰਕੇ ਬਣੀ ਹੋਈ ਹੈ ਨਾ, ਪਿਊਰੀਫਾਈ ਕਰਨ ਲਈ। ਸੋ ਇਹ ਮਿਥ ਜ਼ਰੂਰ ਕਲੀਅਰ ਕਰਨਾ ਪਲੀਜ਼। ਬਿਲਕੁਲ, ਦੇਖੋ ਇੱਥੇ ਆਪਾਂ ਕੀ ਜਲਾ ਰਹੇ ਹਾਂ। ਦੇਖੋ ਜੋ ਜਲਾਓਗੇ ਉਹੋ ਜਿਹਾ ਹੀ ਪਾਓਗੇ। ਜਿੱਦਾਂ ਆਪਾਂ ਕਹਿੰਦੇ ਨਾ ਕਿ ਜ਼ਮੀਨ ਦੇ ਵਿੱਚ ਜੋ ਬੀਜ ਪਾਵਾਂਗੇ ਉਦਾਂ ਦਾ ਹੀ ਬੂਟਾ ਨਿਕਲੂਗਾ। ਤੇ ਜੇ ਆਪਾਂ ਮਾੜੀ ਚੀਜ਼ ਸਾੜਾਂਗੇ ਤੇ ਉਹ ਧੂਆਂ ਵੀ ਮਾੜਾ ਹੀ ਦਊਗਾ, ਤੇ ਜੇ ਆਪਾਂ ਚੰਗੀ ਚੀਜ਼ ਜਲਾਵਾਂਗੇ ਤੇ ਉਹ ਧੂਆਂ ਵੀ ਚੰਗਾ ਹੀ ਸਾਡੀ ਬੋਡੀ ਦੇ ਉੱਤੇ ਅਸਰ ਕਰੂਗਾ। ਜੇ ਆਪਾਂ ਇਹ ਕਹੀਏ ਕਿ ਜੇ ਆਪਾਂ ਕਮਰੇ ਦੇ ਵਿੱਚ ਜਲਾ ਰਹੇ ਹਾਂ ਤੇ ਉਹਦੇ ਨਾਲ ਸਾਨੂੰ ਪ੍ਰੋਬਲਮ ਆ ਰਹੀ ਹੈ, ਤੇ ਕੀ ਆਪਾਂ ਕਦੀ ਆਪਣੇ ਹਿੰਦੂ ਧਰਮ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤੇ ਅਜਿਹੇ ਕਿੰਨੇ ਕੁ ਹਵਨ ਜਿਹੜੇ ਆ ਹੋਏ ਨੇ। ਪੂਰੇ ਜਦੋਂ ਦੀ ਸ੍ਰਿਸ਼ਟੀ ਸ਼ੁਰੂ ਹੋਈ ਹੈ ਹਵਨ ਤੇ ਤਾਂ ਦੇ ਸ਼ੁਰੂ ਹੋਏ ਨੇ। ਤੇ ਜੇ ਇਦਾਂ ਦੀ ਗੱਲ ਹੋਵੇ ਤੇ ਹਵਨ ਕਰਨ ਦੇ ਨਾਲ ਤੇ ਫਿਰ ਤੇ ਸਾਰੇ ਜ਼ਿਆਦਾ ਤੋਂ ਜ਼ਿਆਦਾ ਮਰਨੇ ਚਾਹੀਦੇ ਨੇ, ਬਟ ਇਦਾਂ ਦੀ ਤੇ ਕੋਈ ਗੱਲ ਨਹੀਂ ਹੈ। ਦੂਸਰੀ ਚੀਜ਼ ਇਹ ਹੈ ਕਿ ਹਵਨ ਦੇ ਡਿਊਰੇਸ਼ਨ ਦੇ ਵਿੱਚ ਉਹਨਾਂ ਨੇ ਇਹ ਦੇਖਿਆ, ਜੋ ਇੱਕ ਸਟੱਡੀ ਮੈਂ ਅੱਜ ਤੋਂ ਕੁਝ ਸਾਲ ਪਹਿਲੇ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇਹ ਦੇਖਿਆ ਸੀਗਾ ਉਹਨਾਂ ਨੇ ਕਿ ਜਿਹੜੇ ਕਮਰੇ ਦੇ ਵਿੱਚ ਹਵਨ ਹੋਇਆ ਉਸ ਕਮਰੇ ਦਾ ਹਵਾ ਦਾ ਸੈਂਪਲ ਉਹਨਾਂ ਨੇ ਕਲੈਕਟ ਕੀਤਾ। ਜਦੋਂ ਉਹਨਾਂ ਨੇ ਉਸ ਕਮਰੇ ਦਾ ਹਵਾ ਦਾ ਸੈਂਪਲ ਕਲੈਕਟ ਕੀਤਾ ਤੇ ਉੱਥੇ ਜਿਹੜੀ ਵਾਇਰਸ ਤੇ ਬੈਕਟੀਰੀਆ ਦੀ ਤਾਦਾਦ ਸੀਗੀ ਉਹ ਬਹੁਤ ਘੱਟ ਸੀਗੀ।
ਫਿਰ ਉਹਨਾਂ ਨੇ ਅੱਗੇ ਐਨਾਲਾਈਜ਼ ਕੀਤਾ ਕਿ ਕਿੰਨੇ ਰੇਂਜ ਤੱਕ ਇਸ ਚੀਜ਼ ਦਾ ਅਸਰ ਸਾਨੂੰ ਨਜ਼ਰ ਆ ਰਿਹਾ। ਆਲਮੋਸਟ 1 ਕਿਲੋਮੀਟਰ ਤੱਕ ਉਹ ਤੁਰਦੇ ਗਏ ਤੇ ਤੁਰਦੇ ਤੁਰਦੇ ਉਹਨਾਂ ਨੇ ਉੱਥੇ ਦੀ ਹਵਾ ਦਾ ਐਨਾਲਾਈਜ਼ ਕੀਤਾ ਤੇ 1 ਕਿਲੋਮੀਟਰ ਤੱਕ ਉਹਦਾ ਅਸਰ ਸਾਨੂੰ ਨਜ਼ਰ ਆ ਰਿਹਾ ਸੀਗਾ ਕਿ ਜਿੱਥੇ ਆਪਾਂ ਜਲਾਇਆ ਸੀਗਾ ਉੱਥੇ ਵਾਇਰਸ ਬੈਕਟੀਰੀਆ ਘੱਟ ਸੀਗੇ, ਉਸ ਤੋਂ ਬਾਅਦ ਥੋੜਾ ਅੱਗੇ ਜਾਵਾਂਗੇ ਤੇ ਥੋੜੀ ਵਾਇਰਸ ਬੈਕਟੀਰੀਆ ਵਧੇ, ਬਟ ਉਹਨੇ ਨਹੀਂ ਵਧੇ ਜਿੰਨੇ ਦੂਸਰੇ এনवायरमेंट ਦੇ ਵਿੱਚ ਸੀਗੇ। ਆਲਮੋਸਟ 1 ਕਿਲੋਮੀਟਰ ਤੱਕ ਉਹ ਚੀਜ਼ ਸਾਨੂੰ ਰਾਦਰ ਦੈਨ ਜਿਹੜਾ ਵਾਇਰਸ ਦੂਸਰੀ ਥਾਂ ਤੇ ਜ਼ਿਆਦਾ ਸੀਗਾ, ਉਹ 1 ਕਿਲੋਮੀਟਰ ਤੱਕ ਵਾਇਰਸ ਉਸ ਕੰਡੀਸ਼ਨ ਨਾਲੋਂ ਇੱਥੇ ਘੱਟ ਨਜ਼ਰ ਆ ਰਿਹਾ ਸੀਗਾ। ਸੋ ਇਹੋ ਜੀ ਕੰਡੀਸ਼ਨ ਦੇ ਵਿੱਚ ਜਦੋਂ ਆਪਾਂ 에ਅਰ ਦੇ ਵਿੱਚ ਇਹ ਚੀਜ਼ਾਂ ਨੂੰ ਜਲਾਉਂਦੇ ਆ, ਤੇ ਜਿੱਦਾਂ ਆਪਾਂ ਗੂਗਲ ਚਲਾ ਰਹੇ ਆ, ਆਪਾਂ ਨਿੰਮ ਜਿਹਨੂੰ ਮੈਂ ਕਿਹਾ ਅਜ਼ਾਡੀਰੈਚਟਾ ਇੰਡੀਕਾ, ਨਿੰਮ ਨੂੰ ਆਪਾਂ ਕਹਿ ਸਕਦੇ ਆ ਅਜ਼ਾਡੀਰੈਚਟਾ ਇੰਡੀਕਾ, ਗੂਗਲ ਇਜ਼ ਗੋਮੀਫੋਰਾ ਮੁਕੁਲ, ਇਹ ਚੀਜ਼ਾਂ ਉੱਥੇ ਅਵੇਲੇਬਲ ਹੋ ਸਕਦੀਆਂ ਨੇ। ਜਦੋਂ ਆਪਾਂ ਇਹਨਾਂ ਨੂੰ ਅੰਬ ਦੀ ਲੱਕੜ ਦੇ ਉੱਤੇ ਜਲਾਵਾਂਗੇ, ਅੰਬ ਦੀ ਲੱਕੜ ਮਿਲਣੀ ਪੋਸੀਬਲ ਨਹੀਂ ਹੈ, ਇਸ ਕਰਕੇ ਜੋ ਵੀ ਤੁਹਾਨੂੰ ਜੋ ਵੀ ਕੋਇਲਾ ਮਿਲ ਸਕਦਾ ਹੈ, ਜਾਂ ਸਭ ਤੋਂ ਜ਼ਿਆਦਾ ਬੈਸਟ ਜਿਹੜੀ ਚੀਜ਼ ਹੈ ਉਹ ਹੈਗੀ ਹੈ ਪਾਥੀ। ਜੇ ਪਾਥੀ ਮਿਲ ਜੇ, ਅੱਜ ਕੱਲ ਤੇ ਮੈਂ ਵੇਖਿਆ ਕਿ ਆਨਲਾਈਨ ਪਾਥੀਆਂ ਵੀ ਅਵੇਲੇਬਲ ਹੋ ਰਹੀਆਂ ਨੇ, ਆਨਲਾਈਨ ਇੰਟਰਨੈਟ ਤੇ ਉਹਦੀ ਵੀ ਭਰਪੂਰ ਵਿਕਰੀ ਹੋ ਰਹੀ ਹੈ ਤੇ ਪਾਥੀ ਵੀ ਈਜ਼ੀਲੀ ਆਰਾਮ ਨਾਲ ਮਿਲ ਸਕਦੀ ਹੈ। ਸੋ ਬੈਟਰ ਇਹ ਕਿ ਉੱਥੇ ਜੇ ਤੁਸੀਂ ਗੈਸ ਦੇ ਉੱਪਰ ਵੀ ਕੋਈ ਬਰਤਨ ਰੱਖ ਦਿੰਦੇ ਹੋ ਹਨਾ, ਉਹਦੇ ਵਿੱਚ ਵੀ ਜਦੋਂ ਪਾਓਗੇ ਉਹਨੂੰ ਗਰਮ ਹੋਣ ਤੇ ਫਿਊਮ ਆਉਣੇ ਆ। ਜੀ ਬਿਲਕੁਲ, ਜੇ ਉਹ ਵੀ ਨਹੀਂ ਮਿਲ ਪਾ ਰਿਹਾ, ਕੁਝ ਵੀ ਨਹੀਂ ਮਿਲ ਪਾ ਰਿਹਾ, ਮੈਂ ਕਹਿੰਦਾ ਘਰ ਦੇ ਵਿੱਚ ਨਾ ਨਿੰਮ ਮਿਲ ਰਹੀ ਹੈ, ਕੁਝ ਨਹੀਂ ਮਿਲ ਰਿਹਾ, ਅਜਵਾਇਨ ਤੇ ਮਿਲ ਜੇਗੀ, ਕੈਂਫਰ ਮਿਲ ਜੇਗੀ। ਅਜਵਾਇਨ ਲੈ ਕੇ ਤਵੇ ਦੇ ਉੱਤੇ ਰੱਖ ਕੇ ਉਹਨੂੰ ਗਰਮ ਕਰ ਦੋ, ਉਹਦੇ ਉੱਤੇ ਥੋੜਾ ਜਿਹਾ ਕਪੂਰ ਪਾ ਦੋ, ਉਹਦਾ ਵੀ ਤੇ ਧੂਆਂ ਉੱਠੂਗਾ, ਉਹ ਧੂਆਂ ਵੀ ਉੱਠ ਕੇ ਐਟਲੀਸਟ ਕਮਰੇ ਨੂੰ ਸਾਫ਼ ਕਰੂਗਾ। ਦੇਸੀ ਘਿਓ ਜਿਹੜਾ ਆਪਾਂ ਪਾ ਰਹੇ ਆ ਉਹਦਾ ਜੀ ਜਿਹੜਾ ਇਹ ਵੀ ਸਵਾਲ ਹੈ ਕਿ ਦਿਨ ਚ ਕਿੰਨੀ ਵਾਰ ਕਰਨਾ, ਕਿੰਨੀ ਦੇਰ ਲਈ ਕਰਨਾ? ਇੱਕ ਹੀ ਵਾਰੀ ਆਪਾਂ ਜੇ ਚਲਾਉਂਦੇ ਆ ਉਹਨੂੰ ਤੇ ਉਹ ਆਪਣੇ ਆਪ ਜਿੰਨਾ ਕਿ ਧੂਆਂ ਉੱਠ ਜੇ ਉਹ ਸਫੀਸ਼ੀਐਂਟ ਹੈ, ਕਿਉਂਕਿ ਉਹਨੇ ਆਲੇ ਦੁਆਲੇ ਦਾ এনवायरमेंट ਆਪਣੇ ਆਪ ਕਲੀਨ ਕਰ ਦੇਣਾ। ਦਿਨ ਦੇ ਵਿੱਚ 2 ਵਾਰੀ ਹੋ ਜੇ, ਸਵੇਰੇ ਤੇ ਸ਼ਾਮ ਨੂੰ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਪੰਡਿਤ ਲੋਕ ਸੀਗੇ ਉਹ ਸੰਧਿਆ ਕਰਦੇ ਸੀਗੇ ਤੇ ਸਵੇਰ ਦੀ ਪੂਜਾ ਕਰਦੇ ਸੀਗੇ, ਉਹ ਦੋ ਹੀ ਟਾਈਮ ਜਿਹੜਾ ਹਵਨ ਕਰਦੇ ਸੀਗੇ, ਤੇ ਉਹੀ ਚੀਜ਼ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਕਰਨ ਦੀ, ਕਿ ਦਿਨ ਦੇ ਵਿੱਚ ਵੀ ਦਿਨ ਢਲੇ ਜਦੋਂ ਮਤਲਬ ਸੂਰਜ ਢਲਦਾ ਉਧਰੋਂ ਦਿਨ ਛੁਪਦਾ ਤੇ ਗੂਗਲ ਤੇ ਤੂਫਾਨ ਦਿੰਦੇ ਸੀ ਲੋਕ। ਬਿਲਕੁਲ ਹੁਣ ਵੀ ਦਿੰਦੇ ਆ, ਉਹ ਇਸੇ ਕਰਕੇ ਦਿੰਦੇ ਸੀਗੇ ਕਿ ਕਿਤੇ ਨਾ ਕਿਤੇ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਇਹ ਪਤਾ ਸੀਗਾ ਕਿ ਜਿੰਨੇ ਵੀ ਵਾਇਰਸ ਜਾਂ ਉਹ ਬੇਸਿਕਲੀ ਕਹਿੰਦੇ ਸੀਗੇ ਕਿ ਨਜ਼ਰ ਦਾ ਦੋਸ਼ ਹਟ ਜੇ ਜਾਂ ਕੋਈ ਬੁਰੀ ਚੀਜ਼ ਹੈਗੀ ਆ ਤੇ ਉਹ ਹਟ ਜੇ। ਉਹ ਬੇਸਿਕਲੀ ਉਹ ਬੁਰੀ ਚੀਜ਼ ਜਿਹੜੀ ਸੀਗੀ ਉਹ ਇਹੀ ਵਾਇਰਸ ਬੈਕਟੀਰੀਆ ਸੀਗੇ ਜਿਹੜੇ ਇਹਦੇ ਨਾਲ ਮਰ ਜਾਂਦੇ ਸੀਗੇ। ਜਦੋਂ ਆਪਾਂ ਦੇਸੀ ਘਿਓ ਨੂੰ ਜਗਾਉਂਦੇ ਆ ਨਾ ਇਹਦੇ ਵਿੱਚ, ਤੇ ਦੇਸੀ ਘਿਓ ਐਜ਼ ਅ ਡ੍ਰੌਪਲੇਟ ਬਣ ਕੇ ਉਹ ਹਵਾ ਦੇ ਵਿੱਚ ਉੱਡਦਾ ਹੈ। ਜਦੋਂ ਹਵਾ ਦੇ ਵਿੱਚ ਉੱਡਦਾ, ਦੇਖੋ ਜਦੋਂ ਆਪਾਂ ਕਿਚਨ ਦੇ ਵਿੱਚ ਕੰਮ ਕਰਦੇ ਆ ਤੇ ਸਾਡੇ ਜਿਹੜੇ ਐਗਜ਼ੌਸਟ ਫੈਨ ਨੇ ਉਹ ਕਾਲੇ ਹੋ ਚੁੱਕੇ ਹੁੰਦੇ ਨੇ। ਜੇ ਹਵਾ ਦੇ ਵਿੱਚ ਉਹ ਘਿਓ ਉੱਡਦਾ ਪਿਆ ਤਾਈਓ ਕਾਲੇ ਹੋ ਰਹੇ ਨੇ, ਤਾਈਓ ਚਿਪਚਿਪੇ ਜਿਹੇ ਹੋ ਰਹੇ ਨੇ। ਏਦਾਂ ਤੇ ਹੈ ਨਹੀਂ ਕਿ ਉਹ ਬਿਨਾਂ ਉਹਦੇ ਚਿਪਚਿਪੇ ਹੋ ਗਏ, ਇਹਦਾ ਮਤਲਬ ਡੈਫੀਨਿਟਲੀ ਉਹ ਉੱਥੋਂ ਨਿਕਲ ਕੇ ਬਾਹਰ ਜਾ ਰਹੇ ਤੇ ਉਹ ਚਿਪਚਿਪੇ ਹੋ ਰਹੇ ਨੇ। ਸੋ ਜਦੋਂ ਆਪਾਂ ਦੇਸੀ ਘਿਓ ਨੂੰ ਮੈਡੀਸਿਨਸ ਦੇ ਨਾਲ ਲੈ ਕੇ ਆਪਾਂ ਜਲਾਉਂਦੇ ਆ, ਉਹ ਧੂਆਂ ਉੱਪਰ ਨੂੰ ਉੱਠਦਾ। ਜਦੋਂ ਉੱਪਰ ਨੂੰ ਉੱਠਦਾ ਤੇ ਜਿੱਦਾਂ ਹੁਣ ਘਿਓ ਦੇ ਕੋਲ ਚਿਪਚਿਪੀ ਪਾਵਰ ਹੈਗੀ ਹੈ, ਜਦੋਂ ਉੱਪਰ ਉੱਠੇਗਾ ਤੇ ਉਹਨੇ ਠੰਡਾ ਵੀ ਹੋਣਾ, ਉਹਨੇ ਆਪਣੇ ਆਪ ਨੂੰ ਕੂਲ ਡਾਊਨ ਵੀ ਕਰਨਾ। ਜਦੋਂ ਕੂਲ ਡਾਊਨ ਹੋਊਗਾ ਤੇ ਉਹ 에ਅਰ ਦੇ ਵਿੱਚ ਜੋ ਵੀ ਮਾਈਕਰੋ ਆਰਗੇਨਿਜ਼ਮਸ ਨੇ, ਬੈਕਟੀਰੀਆ ਨੇ, ਵਾਇਰਸ ਨੇ, ਉਹ ਉਹਦੇ ਨਾਲ ਚਿਪਕ ਜਾਣਗੇ। ਤੇ ਚਿਪਕ ਕੇ ਜਦੋਂ ਠੰਡਾ ਹੋਏਗਾ ਤੇ ਉਹ ਥੱਲੇ ਬੈਠੇਗਾ, ਕਿਉਂਕਿ ਮਾਈਕਰੋ ਡ੍ਰੌਪਲੇਟਸ ਨੇ, ਸਾਨੂੰ ਨਜ਼ਰ ਨਹੀਂ ਆ ਰਹੇ ਨੇ, ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਆਹ ਦੇਖੋ ਜੀ ਨਜ਼ਰ ਆ ਰਿਹਾ ਤੁਹਾਨੂੰ। ਉਹ ਮਾਈਕਰੋ ਡ੍ਰੌਪਲੇਟਸ ਮਾਈਕਰੋ ਵਰਲਡ ਦੇ ਵਿੱਚ ਹੀ ਦੇਖਣੇ ਪੈਣਗੇ, ਮਾਈਕਰੋਸਕੋਪਿਕ ਵਿਊ ਦੇ ਨਾਲ ਹੀ ਦੇਖਣੇ ਪੈਣਗੇ। 5000x 200x ਜ਼ੂਮ ਕੈਮਰਾਸ ਜਿਹੜੇ ਨੇ ਉਹ ਇਸ ਚੀਜ਼ ਨੂੰ ਆਇਡੈਂਟੀਫਾਈ ਕਰ ਸਕਦੇ ਨੇ। ਤੇ ਜਦੋਂ ਕੀ ਕਹਿੰਦੇ ਘਿਓ ਦੇ ਮੋਲੀਕਿਊਲਸ ਜਦੋਂ ਡਿੱਗਦੇ ਨੇ ਥੱਲੇ, ਉਹ ਆਪਣੇ ਨਾਲ ਮਾਈਕਰੋ ਆਰਗੇਨਿਜ਼ਮਸ, ਬੈਕਟੀਰੀਆ, ਵਾਇਰਸ ਨੂੰ ਸਾਰੇ ਲੈ ਕੇ ਥੱਲੇ ਜ਼ਮੀਨ ਤੇ ਆ ਜਾਣਗੇ। ਉਹ ਜ਼ਮੀਨ ਤੇ ਸੈਟਲ ਡਾਊਨ ਹੋ ਜਾਣਗੇ। ਜਦੋਂ ਸੈਟਲ ਡਾਊਨ ਹੋਣਗੇ ਤੇ ਸਾਡੇ ਨੱਕ ਦੇ ਅੰਦਰ ਜਾਣ ਦਾ ਤੇ ਕੰਮ ਹੀ ਖਤਮ ਹੋ ਗਿਆ ਨਾ ਉਹਨਾਂ ਦਾ। ਸੋ ਇਸ ਕਰਕੇ ਜੇ ਉਹ ਸਾਡੀ ਬੋਡੀ ਦੇ ਅੰਦਰ ਐਂਟਰ ਹੀ ਨਹੀਂ ਕਰ ਪਾਏ ਇਸ ਦੇ ਨਾਲ, ਤੇ ਫਿਰ ਸਾਨੂੰ ਇਫੈਕਟ ਨਹੀਂ ਕਰ ਸਕਦੇ। ਇਸ ਕਰਕੇ ਜੇ ਆਪਾਂ ਇਹ ਹਮਨ ਜਾਂ ਇਹ ਧੂਆਂ ਦਾ ਪ੍ਰੋਸੈਸ ਧੂਪਨ ਚਿਕਿਤਸਾ ਜਿਹਨੂੰ ਆਯੁਰਵੇਦ ਦੇ ਵਿੱਚ ਕਿਹਾ ਜਾਂਦਾ, ਜੇ ਆਪਾਂ ਜ਼ਿਆਦਾ ਕਰਦੇ ਹਾਂ ਤੇ ਨਾ ਹੀ ਆਪਾਂ ਆਪਣਾ ਫਾਇਦਾ ਕਰ ਰਹੇ ਹਾਂ, ਆਪਾਂ ਆਪਣੇ ਆਲੇ ਦੁਆਲੇ ਦਾ এনवायरमेंट ਵੀ ਬੈਟਰ ਕਰ ਰਹੇ ਹਾਂ ਤੇ ਆਪਣੇ ਆਲੇ ਦੁਆਲੇ ਦੇ 4 ਘਰਾਂ ਨੂੰ ਵੀ ਫਾਇਦਾ ਦੇ ਰਹੇ ਹਾਂ। ਇਹ ਚੀਜ਼ ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ 2 ਮਿੰਟ ਜ਼ਰੂਰ ਲੈਣਾ ਚਾਹਾਂਗੀ। ਇੱਕ ਜਨਰਲ ਅਵੇਅਰਨੈਸ ਵਾਸਤੇ ਗੱਲ ਕਰਨਾ ਚਾਹਾਂਗੀ। ਜੇਕਰ ਤੁਸੀਂ ਮੇਰੇ ਨਾਲ ਸਹਿਮਤ ਹੋਏ ਜ਼ਰੂਰ ਦੱਸਣਾ ਕਿ ਇਹਦੀ ਇੱਕ ਵੱਡੀ ਐਗਜ਼ਾਮਪਲ ਇਹ ਹੈ ਕਿ ਜਿੰਨੀਆਂ ਵੀ ਚੀਜ਼ਾਂ ਬਣੀਆਂ ਸੀ ਸਾਡੇ ਕਲਚਰ ਦਾ ਹਿੱਸਾ ਨੇ, ਸਾਡੇ ਰੀਤੀ ਰਿਵਾਜ ਦਾ ਹਿੱਸਾ ਨੇ, ਉਹਨਾਂ ਦਾ ਕੋਈ ਨਾ ਕੋਈ ਸਾਇੰਟੀਫਿਕ ਬੈਕਗਰਾਉਂਡ ਜ਼ਰੂਰ ਹੁੰਦਾ ਸੀ। ਹੁਣ ਦੇਖੋ ਤੁਸੀਂ ਕਿ ਗਰਮੀ ਜੋ ਘਟਦੀ ਹੈ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ, ਸਰਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ। ਹੁਣ ਉਸ ਦਾ ਕੋਈ ਧਾਰਮਿਕ ਰਿਲੇਸ਼ਨ ਹੈ ਜਾਂ ਨਹੀਂ,
ਪਰ ਮੈਂ ਹਮੇਸ਼ਾ ਮੰਨਦੀ ਹਾਂ ਕਿ ਉਹਦਾ ਹੈਲਥ ਨਾਲ ਰਿਲੇਸ਼ਨ ਜ਼ਰੂਰ ਹੈ। ਬਾਕੀ ਵੀ ਆਉਣ ਵਾਲੇ ਟਾਈਮ 'ਚ ਗੱਲਾਂ ਕਰਾਂਗੇ ਕਿ ਜਿੰਨੇ ਵੀ ਸਾਡੇ ਰਿਵਾਜ ਬਣੇ ਹੋਏ ਨੇ ਉਹਨਾਂ ਦਾ ਸਾਇੰਟੀਫਿਕ ਬੈਕਗਰਾਉਂਡ ਜ਼ਰੂਰ ਹੈ ਕੋਈ। ਹੁਣ ਉਹ ਇੱਕ ਐਸਾ ਟਾਈਮ ਹੁੰਦਾ ਜਿੱਥੇ ਇੱਕ ਸੀਜ਼ਨ ਤੋਂ ਦੂਸਰੇ ਸੀਜ਼ਨ ਦੇ ਵਿੱਚ ਜਾਇਆ ਜਾਂਦਾ। ਗਰਮੀ ਦੇ ਵਿੱਚ ਹਵਾਵਾਰ ਦਰਵਾਜ਼ੇ ਬਾਰੀਆਂ ਸਭ ਖੁੱਲੇ ਹੁੰਦੇ ਆ, ਸਰਦੀ ਵਿੱਚ ਉਹ ਅੰਦਰ ਲੋਕ ਨਿੱਘ 'ਚ ਬੈਠਦੇ ਆ, ਸਾਰਾ ਕੁਝ ਬੰਦ ਹੋਣਾ ਹੁੰਦਾ। ਸੋ ਜਿਹੜਾ ਸਾਫ਼ ਸਫਾਈ ਦਾ ਸਾਰਾ ਸਿਸਟਮ ਬਣਿਆ ਹੋਇਆ, ਇਸ ਲਈ ਕਿ ਉਸ ਤੋਂ ਪਹਿਲਾਂ ਸਾਰੀ ਡਸਟ ਕਲੀਅਰ ਹੋ ਜਾਏ, ਸਾਰੇ ਜਰਮਸ ਵਗੈਰਾ ਕਲੀਅਰ ਹੋ ਜਾਣ, ਕਿਉਂਕਿ ਉਸ ਤੋਂ ਬਾਅਦ ਵੈਂਟੀਲੇਸ਼ਨ ਬੰਦ ਹੋ ਜਾਣੀ ਹੈ। ਹੁਣ ਉਸ ਦੇ ਵਿੱਚ ਸੀ ਕਿ ਲਾਰਜ ਸਕੇਲ ਦੇ ਉੱਪਰ ਦੀਪਾਵਲੀ ਦਾ ਰਿਵਾਜ ਹੈ ਨਾ, ਕਿ ਦੀਵੇ ਜਗਾਏ ਜਾਂਦੇ ਆ, ਤੇ ਦੀਵੇ ਜਿਹੜੇ ਸਰੋਂ ਦੇ ਜਗਦੇ ਆ, ਸਰੋਂ ਦਾ ਬਹੁਤ ਵੱਡਾ ਰੋਲ ਆ ਆਯੁਰਵੇਦ ਦੇ ਵਿੱਚ। ਸਰੋਂ ਬਲਦੀ ਹੈ, ਉਹਦੇ ਫਿਊਮਸ ਨੇ, ਉਹ ਸਕਿਨ ਦੇ ਉੱਪਰ ਲਾਉਂਦੇ ਆ ਤਾਂ ਉਹਦੇ ਬਹੁਤ ਅੱਛੇ ਸਕਿਨ ਦੇ ਲਈ ਇਫੈਕਟਸ ਨੇ। ਜਦੋਂ ਉਹ ਬਲਦੀ ਹੈ ਤਾਂ ਉਹਦੇ ਧੂਏ ਦੀ ਬਹੁਤ ਉਪਯੋਗਿਤਾ ਦੱਸੀ ਗਈ ਹੈ। ਸੋ ਜਦੋਂ ਇੰਨੇ ਲਾਰਜ ਸਕੇਲ ਦੇ ਵਿੱਚ ਦੀਵੇ ਬਲਦੇ ਆ ਕਿ ਇੱਕ ਵਿੱਚ ਇੰਨੇ ਦੀਵੇ ਬਲਦੇ, ਔਰ ਹਰ ਇੱਕ ਨੇ ਬਾਲਣੇ ਆ, ਸਰੋਂ ਦੇ ਦੀਵੇ ਬਲਦੇ, ਉਹਦੀ ਅਗਨੀ ਹੈ, ਫਿਰ ਉਹਦੇ ਜਿਹੜੇ ਫਿਊਮਸ ਨੇ ਉਹ ਵਾਤਾਵਰਣ ਦੇ ਵਿੱਚ, ਕਿਉਂਕਿ ਉਹ ਸੀਜ਼ਨ ਚੇਂਜ ਹੁੰਦਾ, ਮੈਕਸਿਮਮ ਬੈਕਟੀਰੀਆ ਗਰੋਥ ਹੋਣੀ ਹੈ, ਉਹਨੇ ਸਾਰੇ ਉਹ ਕਿਲ ਕਰ ਦੇਣੇ ਆ, ਕਿਉਂਕਿ ਇੰਨੇ ਲਾਰਜ ਸਕੇਲ ਦੇ ਵਿੱਚ ਉਹ ਫਿਊਮਸ ਉੱਡ ਰਹੇ ਨੇ ਹਵਾ ਦੇ ਵਿੱਚ। ਸੋ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਉਹ ਦੀਵਾਲੀ ਦੇ ਉੱਪਰ ਸਰੋਂ ਦੇ ਦੀਵੇ ਬਾਲ ਰਹੇ ਹੋ, ਜਾਂ ਫਿਰ ਕਿਤੇ ਕਹਿ ਸਕਦੇ ਦੇਸੀ ਘਿਓ ਦਾ ਦੀਵਾ ਬਾਲ ਰਹੇ ਹੋ, ਉਹ ਜਾਂ ਗੂਗਲ ਦਾ ਦੀਵਾ ਬਾਲ ਰਹੇ ਹੋ, ਜਾਂ ਫਿਰ ਜਿਹੜੀ ਗਿੱਦੜ ਸਿੰਘੀ ਉਹਦਾ ਬਾਲ ਰਹੇ ਹੋ, ਉਹਦਾ ਤੇ ਫਾਇਦਾ ਕਿਹਾ ਜਾ ਸਕਦਾ। ਜਿਹੜੇ ਅਸੀਂ ਚਾਈਨੀਜ਼ ਲੜੀਆਂ ਲਾਉਂਦੇ ਹਾਂ, ਮੋਮਬੱਤੀਆਂ ਲਾਉਂਦੇ ਹਾਂ, ਉਹਦਾ ਕੋਈ ਫਾਇਦਾ ਨਹੀਂ, ਉਲਟਾ ਆਕਸੀਜਨ ਬਰਨ ਕਰਦੇ। ਉਹ ਬੇਸਿਕਲੀ ਮੱਛਰ ਹੀ ਵਧਾਉਂਦੇ ਆ ਤੇ ਡੇਂਗੂ ਮਲੇਰੀਆ ਵਧਾਉਂਦੇ ਨੇ। ਛੋਟੇ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਸੋ ਹੁਣ ਤੁਸੀਂ ਗੱਲ ਤੇਲ ਦੀ ਕੀਤੀ, ਤੇ ਇਹ ਵੀ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਜਿਹੜੀ ਨੋਜ਼ ਦੇ ਵਿੱਚ ਐਪਲੀਕੇਸ਼ਨ ਹੈ, ਨੱਕ ਦੇ ਵਿੱਚ ਤੇਲ ਲਾਉਣਾ ਦੱਸਿਆ ਗਿਆ ਨਹਾਉਣ ਵੇਲੇ, ਜਾਂ ਫਿਰ ਗੰਡੂਸ਼ ਉਹਦੀ ਅਸੀਂ ਕੁਰਲੀ ਵੀ ਕਰਦੇ ਹਾਂ ਤੇਲ ਦੀ, ਉਹਦੇ ਬਾਰੇ ਵੀ ਦੱਸੋ ਕਿ ਉਹ ਕਿਸ ਤਰ੍ਹਾਂ ਸਾਨੂੰ ਪ੍ਰੋਟੈਕਟ ਕਰ ਸਕਦਾ। ਬਿਲਕੁਲ ਮੈਮ, ਜਿਵੇਂ ਜੀ ਤੁਸੀਂ ਜਾਣਦੇ ਹੀ ਹੋ ਕਿ ਜਿੱਦਾਂ ਇਹਨੂੰ ਆਪਾਂ ਨੱਸਿਆ ਚਿਕਿਤਸਾ ਆਯੁਰਵੇਦ ਦੇ ਵਿੱਚ ਇੱਕ ਦੱਸੀ ਗਈ ਹੈ, ਤੇ ਇਹਦੇ ਵਿੱਚ ਨੱਸੇ ਵੀ ਦੋ ਤਰ੍ਹਾਂ ਦਾ ਹੁੰਦਾ, ਮਰਸ਼ ਨੱਸੇ ਤੇ ਪ੍ਰਤੀਮਰਸ਼ ਨੱਸੇ। ਜਿਹੜਾ ਪ੍ਰਤੀਮਰਸ਼ ਨੱਸੇ ਹੈ ਉਹ ਪ੍ਰਤੀਦਿਨ ਲਿੱਤਾ ਜਾ ਸਕਦਾ ਹੈ, ਤੇ ਜੇ ਆਪਾਂ ਆਯੁਰਵੈਦਿਕ ਦਿਨਚਰਿਆ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇੱਕ ਜਿਹੜਾ ਪ੍ਰਤੀਮਰਸ਼ ਨੱਸਿਆ ਉਹ ਉਹਨਾਂ ਨੇ ਕਿਹਾ ਕਿ ਡੇਲੀ ਲੈਣਾ ਹੀ ਲੈਣਾ ਹੈ। ਈਵਨ ਉਹਨਾਂ ਨੇ ਇਹ ਵੀ ਕਿਹਾ ਕਿ 14 ਦਿਨ ਦੇ ਵਿੱਚ ਟਾਈਮ ਇਹੋ ਜਿਹੇ ਦੱਸੇ ਨੇ ਜਿਹਦੇ ਵਿੱਚ ਆਪਾਂ ਇਹ ਪ੍ਰਤੀਮਰਸ਼ ਨੱਸਿਆ ਲੈ ਸਕਦੇ ਹਾਂ। ਸੋ ਮੈਂ ਇਹ ਪੇਸ਼ੈਂਟ ਨੂੰ ਹਮੇਸ਼ਾ ਕਹਿਣਾ ਚਾਹੁੰਦਾ ਕਿ ਬਈ ਜਦੋਂ ਕੋਵਿਡ ਨਹੀਂ ਵੀ ਸੀਗਾ ਤਾਂ ਵੀ ਮੈਂ ਪ੍ਰਤੀਮਰਸ਼ ਨੱਸੇ ਆਪਣੇ ਪੇਸ਼ੈਂਟ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦੇ ਵਿੱਚ ਯੂਜ਼ ਕਰਵਾਈ, ਈਵਨ ਕਿ ਜਿਨ੍ਹਾਂ ਦੇ ਮਾਈਗ੍ਰੇਨ ਰਹਿੰਦਾ ਹੈ, ਜਿਨ੍ਹਾਂ ਨੂੰ ਹੇਅਰ ਫਾਲ ਰਹਿੰਦਾ ਹੈ, ਜਿਨ੍ਹਾਂ ਦੇ ਗ੍ਰੇਇੰਗ ਆਫ ਹੇਅਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਔਖ ਰਹਿੰਦੀ ਹੈ, ਜਿਨ੍ਹਾਂ ਦੇ ਨਿਊਰੋਲੋਜੀਕਲ ਇਸ਼ੂਜ਼ ਰਹਿੰਦੇ ਨੇ, ਇਹ ਸਾਰੀਆਂ ਕੰਡੀਸ਼ਨਸ ਦੇ ਵਿੱਚ ਮੈਂ ਪੁਰਾਣੇ ਕਾਫੀ ਸਾਲਾਂ ਤੋਂ ਮੈਂ ਪ੍ਰਤੀਮਰਸ਼ ਨੱਸੇ ਪੇਸ਼ੈਂਟ ਨੂੰ ਦੇ ਰਿਹਾ, ਤੇ ਪੇਸ਼ੈਂਟ ਮੇਰੇ ਬਹੁਤ ਜ਼ਿਆਦਾ ਸੈਟਿਸਫਾਈਡ ਨੇ। ਈਵਨ ਇਨਫਰਟਿਲਿਟੀ ਤੱਕ ਦੇ ਪੇਸ਼ੈਂਟ ਜੋ ਸੋਚ ਵੀ ਨਹੀਂ ਸਕਦੇ ਕਿ ਇਨਫਰਟਿਲਿਟੀ ਕਿਹੜਾ ਏਰੀਆ ਤੇ ਨੱਕ ਕਿਹੜਾ ਏਰੀਆ, ਤੇ ਇਨਫਰਟਿਲਿਟੀ ਦੇ ਵਿੱਚ ਵੀ ਆਪਾਂ ਪ੍ਰਤੀਮਰਸ਼ ਨੱਸੇ ਜਾਂ ਨੱਸੇ ਦੇ ਕੇ ਆਪਾਂ ਪੇਸ਼ੈਂਟ ਨੂੰ ਕਨਸੀਵ ਕਰਨ ਦੇ ਵਿੱਚ ਹੈਲਪ ਕਰਦੇ ਹਾਂ। ਸੋ ਹੁਣ ਕੋਵਿਡ ਦੀ ਕੰਡੀਸ਼ਨ ਦੇ ਵਿੱਚ ਕੀ ਹੈ ਕਿ ਜਿਹੜਾ ਵਾਇਰਸ ਹੈ ਉਹ ਬੇਸਿਕਲੀ ਐਂਟਰ ਤੇ ਨੱਕ ਥਾਣੀ ਹੀ ਕਰਦਾ ਪਿਆ, ਤੇ ਜੇ ਆਪਾਂ ਨੱਕ ਦੇ ਉੱਤੇ ਹੀ ਉਹਦੀ ਐਂਟਰੀ ਨੂੰ ਬਲੌਕ ਕਰ ਦਾਂਗੇ ਤੇ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੰਘਣ ਹੀ ਨਹੀਂ ਦੇਣਾ। ਬਿਲਕੁਲ ਉਹਦੀ ਐਂਟਰੀ ਹੀ ਬਲੌਕ ਕਰਨੀ ਹੈ, ਕਿਉਂਕਿ ਜੇ ਐਂਟਰੀ ਬਲੌਕ ਹੋ ਜਾਏਗੀ, ਪਹਿਲੀ ਦੇਖੋ ਧੂਏ ਨਾਲ ਕਰਤੀ, ਪਹਿਲੇ ਤਾਂ ਉਹ ਧੂਏ ਦੇ ਵਿੱਚੋਂ ਹੀ ਉਹਨੂੰ ਆਪਾਂ ਕਿਲ ਕਰ ਦਿੱਤਾ। ਜੇ ਥੋੜਾ ਬਹੁਤ ਰਹਿ ਵੀ ਗਿਆ 에ਅਰ ਦੇ ਵਿੱਚ, ਫਿਰ ਉਹਨੂੰ ਆਪਾਂ ਟਰੈਪ ਕਰਨ ਵਾਸਤੇ ਆਪਾਂ ਨੱਕ ਦੇ ਵਿੱਚ ਜੋ ਆਪਾਂ ਪ੍ਰਤੀਮਰਸ਼ ਨੱਸੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਨਾਲ ਉੱਥੇ ਹੀ ਟਰੈਪ ਹੋ ਜਾਏਗਾ। ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਮੈਂ ਜੋ ਆਪਣੇ ਪੇਸ਼ੈਂਟ ਨੂੰ ਕਹਿੰਦਾ ਕਿ ਇੱਕ ਛੋਟੀ ਜਿਹੀ ਜਿੰਨਾ ਆਪਾਂ ਕਹਿ ਸਕਦੇ ਆਈ ਡ੍ਰੌਪਸ ਵਰਗੀ ਸ਼ੀਸ਼ੀਆਂ ਜਿਹੜੀਆਂ ਹੁੰਦੀਆਂ ਨੇ, ਉਹ ਆਈ ਡ੍ਰੌਪ ਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਇਸ ਟਾਈਮ ਘਰ ਦੇ ਵਿੱਚ ਤੇਲ ਪਿਆ ਹੋਇਆ, ਭਾਵੇਂ ਸਰਸੋਂ ਦਾ ਤੇਲ ਹੈ, ਭਾਵੇਂ ਤਿਲ ਦਾ ਤੇਲ ਹੈ, ਜਾਂ ਦੇਸੀ ਘਿਓ ਹੈ, ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਅਵੇਲੇਬਲ ਹੈਗੀ ਹੈ ਉਹ ਆਪਾਂ ਲੈ ਸਕਦੇ ਹਾਂ, ਤੇ ਉਹਨੂੰ ਛੋਟੀ ਫਿੰਗਰ ਦੇ ਉੱਤੇ, ਮੈਂ ਕਹਿੰਦਾ ਕਿ ਛੋਟੀ ਫਿੰਗਰ ਦੇ ਉੱਤੇ ਇੱਕ ਛੋਟਾ ਜਿਹਾ ਡ੍ਰੌਪ ਆਇਆ, ਛੋਟਾ ਜਿਹਾ ਡ੍ਰੌਪ ਆਪਾਂ ਪਾ ਕੇ ਉਹਨੂੰ ਨੱਕ ਦੇ ਅੰਦਰ ਐ ਘੁਮਾ ਛੱਡ, ਦੋਵੇਂ ਨੋਸਟਰਲਸ ਦੇ ਅੰਦਰ ਆਪਾਂ ਘੁਮਾ ਛੱਡਣਾ। ਜਦੋਂ ਵੀ ਆਪਾਂ ਨਾਕ ਮੇਂ ਉਂਗਲੀ, ਆਂਖ ਮੇਂ ਉਹ ਜਿਹੜਾ ਮਤਕਰ ਸੀ ਹੋਣਾ ਹੈ ਕਿ ਤੇਲ ਲਗਾ ਕੇ ਕਰ ਲੈ। ਹਾਂ, ਤੇ ਬਿਲਕੁਲ ਤੇਲ ਲਾ ਕੇ ਕਰਨ ਨੂੰ ਕਿਹਾ, ਬਿਨਾਂ ਤੇਲ ਲਾਏ ਨਹੀਂ ਆਪਾਂ ਕਰ ਸਕਦੇ। ਸੋ ਇਹੋ ਜੀ ਕੰਡੀਸ਼ਨ ਦੇ ਵਿੱਚ ਜਦੋਂ ਆਪਾਂ ਤੇਲ ਲਗਾ ਕੇ ਉਹਨੂੰ ਨੱਕ ਦੇ ਅੰਦਰ ਘੁਮਾਵਾਂਗੇ ਤੇ ਕਿਤੇ ਨਾ ਕਿਤੇ ਉਹ ਸਾਡਾ ਇੰਟਰਨਲ ਨੇਜ਼ਲ ਟਰੈਕ ਜਿਹੜਾ ਉਹਨੂੰ ਲੁਬਰੀਕੇਟ ਕਰ ਦੇਗਾ। ਬਹੁਤ ਸਾਰੇ ਟਾਈਮ ਮੈਂ ਇਹ ਵੀ ਵੇਖਿਆ ਕਿ ਪੇਸ਼ੈਂਟ ਆ ਕੇ ਕਹਿੰਦੇ ਨੇ ਕਿ ਸਰ ਨੱਕ ਬੰਦ ਹੀ ਰਹਿੰਦਾ, ਨੱਕ ਦੇ ਵਿੱਚ ਹਮੇਸ਼ਾ ਥੋੜਾ ਜਿਹਾ ਖੁਸ਼ਕੀ ਜੀ ਰਹਿੰਦੀ ਹੈ, ਤੇ ਜਦੋਂ ਵੀ ਮੈਂ ਆਪਣੇ ਪੇਸ਼ੈਂਟ ਨੂੰ ਇਹ ਲਗਵਾਉਣਾ ਤੇ ਪੇਸ਼ੈਂਟ ਆ ਕੇ ਥੋੜੇ ਦਿਨ ਬਾਅਦ ਕਹਿੰਦਾ ਸਰ ਸਾਹ ਲੈਣ ਦੇ ਵਿੱਚ ਤੇ ਹੁਣ ਮੈਨੂੰ ਮਜ਼ਾ ਆ ਰਿਹਾ, ਹੁਣ ਮੈਨੂੰ ਲੱਗਦਾ ਕਿ ਮੇਰਾ ਨੱਕ ਇੱਥੇ ਤੱਕ ਖੁੱਲਾ, ਅਦਰਵਾਈਜ਼ ਇੱਥੇ ਹੀ ਹਵਾ ਜੀ ਆ ਗਈ, ਠੀਕ ਹੈ, ਨਹੀਂ ਤੇ ਨਾ ਸਹੀ। ਹੁਣ ਏਦਾਂ ਲੱਗਦਾ ਕਿ ਇੱਥੇ ਤੱਕ ਨੱਕ ਦੀ ਜਿਹੜੀ ਓਪਨਿੰਗ ਹੈ ਉਹ 에ਅਰ ਇੱਥੇ ਤੱਕ ਮਹਿਸੂਸ ਹੋ ਰਹੀ ਹੈ, ਮੈਨੂੰ ਚੰਗਾ ਸਾਹ ਆ ਰਿਹਾ ਹੈ,
ਸਿਰਫ ਪ੍ਰਤੀਮਰਸ਼ ਨਸ਼ੇ ਕਰਨ ਦੇ ਨਾਲ। ਦਿਨ ਦੇ ਵਿੱਚ ਜਦੋਂ ਵੀ ਆਪਾਂ ਬਾਹਰ ਜਾਣਾ, ਘਰੋਂ ਬਾਹਰ ਨਿਕਲਣਾ ਤੇ ਡੈਫੀਨੇਟਲੀ ਪ੍ਰਤੀਮਰਸ਼ ਮਤਲਬ ਇਹ ਨੱਕ ਦੇ ਵਿੱਚ ਇੱਕ ਡ੍ਰੌਪ ਲਗਾ ਕੇ ਤੇ ਆਪਾਂ ਨਿਕਲਣਾ ਹੀ ਨਿਕਲਣਾ। ਜੇ ਆਪਾਂ ਕਿਤੇ ਕੰਮ ਤੇ ਚਲੇ ਗਏ ਆ ਤੇ ਡਿਊਰੇਸ਼ਨ ਉਹਦੇ ਵਿੱਚ ਇਹ ਹੈ ਕਿ ਆਪਾਂ ਇੱਕ ਵਾਰੀ ਫਿਰ ਜਾਂ 2 ਵਾਰੀ 4 ਵਾਰੀ, ਜਿੱਦਾਂ ਕਿ ਮੈਂ ਦੱਸਿਆ ਕਿ ਆਯੁਰਵੇਦ ਦੇ ਵਿੱਚ ਤੇ ਦਿਨ ਦੇ ਵਿੱਚ 14 ਟਾਈਮ ਇਹੋ ਜਿਹੇ ਦੱਸੇ ਗਏ ਨੇ ਜਿਹਦੇ ਵਿੱਚ ਆਪਾਂ ਇਹ ਲਗਾ ਸਕਦੇ ਹਾਂ। तो प्रैक्टिकली लोकी 14 टाइम तो नहीं करते, तो मैं पेशेंट ਨੂੰ ਕਹਿੰਦਾ ਕਿ ਤੁਸੀਂ ਬੋਟਲ ਆਪਣੀ ਜੇਬ ਦੇ ਵਿੱਚ ਰੱਖੋ, ਦਿਨ ਦੇ ਵਿੱਚ 3 ਵਾਰੀ 4 ਵਾਰੀ ਜਿੰਨਾ ਕੁ ਵਾਰੀ ਯਾਦ ਆ ਜੇ ਉਹਨੇ ਵਾਰੀ ਤੁਸੀਂ ਆਪਣੀ ਨੱਕ ਦੇ ਅੰਦਰ ਇੱਕ ਡ੍ਰੌਪ ਜਿਹੜਾ ਉਹ ਲਗਾ ਸਕਦੇ ਹੋ। ਇਹ ਸਾਡੀ ਬੈਕਟੀਰੀਆ ਦੀ ਸੌਰੀ ਵਾਇਰਸ ਦੀ ਐਂਟਰੀ ਨੂੰ ਜਿਹੜਾ ਹੈ ਬਲੌਕ ਕਰਦਾ ਤੇ ਨਾਲ ਹੀ ਨੇਜ਼ਲ ਪੈਸੇਜ ਨੂੰ ਬੈਟਰ ਕਰਦਾ ਹੈ ਤੇ ਸਾਡੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਵੀ ਇੰਪਰੂਵ ਕਰਦਾ ਹੈ। ਆਕਸੀਜਨ ਲੈਵਲ ਇਹਦੇ ਨਾਲ ਵੀ ਵੱਧ ਜਾਏਗਾ ਕਿਉਂਕਿ ਜੇ ਨੇਜ਼ਲ ਪੈਸੇਜ ਹੀ ਵਧੀਆ ਤਰੀਕੇ ਦੇ ਨਾਲ ਓਪਨ ਰਹੇਗਾ ਤੇ ਆਟੋਮੈਟਿਕਲੀ ਸਾਹ ਵਧੇਗਾ ਤੇ ਪੇਸ਼ੈਂਟ ਦਾ ਆਕਸੀਜਨ ਲੈਵਲ ਤੇ ਵਧੇਗਾ ਹੀ ਵਧੇਗਾ। ਔਰ ਫਿਰ ਜੇ ਇੱਕ ਹੋਰ ਵੀ ਦੱਸਿਆ ਜਾਂਦਾ ਕਿ ਮੂੰਹ ਰਾਹੀਂ ਵੀ ਤੁਸੀਂ ਨੂੰ ਰੋਕਣਾ ਹੈ ਤੇ ਫਿਰ ਤੁਸੀਂ ਉਹਨੂੰ ਆਇਲ ਮਿਕਸਡ ਵਾਟਰ ਜਾਂ ਫਿਰ ਆਇਲ ਦਾ ਕੁਰਲੀ ਕਰ। ਜੇ ਆਪਾਂ ਮੂੰਹ ਰਾਹੀਂ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਆਪਾਂ ਥਰੋਟ ਦੇ ਵਿੱਚ ਆਪਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚ ਵੀ ਇਹੀ ਪ੍ਰੋਸੈਸ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਅੱਜ ਕੱਲ ਮਾਡਰਨ ਸਾਇੰਸ ਦੇ ਵਿੱਚ ਉਹਨੂੰ ਕਹਿੰਦੇ ਨੇ ਆਇਲ ਪੁਲਿੰਗ, ਬਟ ਇਨ ਆਯੁਰਵੈਦਿਕ ਸਾਇੰਸ ਇਹਨੂੰ ਆਪਾਂ ਕਹਿੰਦੇ ਆ ਗੰਡੂਸ਼ ਕਰਨਾ। ਗੰਡੂਸ਼ ਵੀ ਜਿਹੜਾ ਹੈ 2 ਤਰੀਕੇ ਦਾ ਹੁੰਦਾ। ਹਾਂਜੀ, ਗੰਡੂਸ਼ ਇਹਦੇ ਵਿੱਚ ਵੀ ਦੋ ਟਾਈਪਸ ਆ ਜਾਂਦੇ ਨੇ, ਇੱਕ ਹੁੰਦੀ ਨਹੀਂ ਹੈ ਕਵਲ, ਇੱਕ ਹੁੰਦਾ ਹੈ ਗੰਡੂਸ਼। ਕਵਲ ਦੇ ਵਿੱਚ ਆਪਾਂ ਥੋੜਾ ਪਾਣੀ ਯੂਜ਼, ਇਹਦੇ ਵਿੱਚ ਆਪਾਂ ਵੱਖੋ-ਵੱਖ ਕੰਡੀਸ਼ਨਸ ਦੇ ਅਕੋਰਡਿੰਗ ਆਪਾਂ ਯੂਜ਼ ਕਰਵਾ ਸਕਦੇ ਹਾਂ, ਜਿੱਦਾਂ ਵਾਟਰ ਵੀ ਯੂਜ਼ ਕਰਵਾ ਸਕਦੇ ਹਾਂ, ਦੁੱਧ ਵੀ ਯੂਜ਼ ਕਰਵਾ ਸਕਦੇ ਹਾਂ, ਆਇਲ ਜਾਂ ਦੇਸੀ ਘਿਓ ਐਸ ਪਰ ਦ ਪੇਸ਼ੈਂਟ ਪ੍ਰਕਿਰਤੀ, ਜਿੱਦਾਂ ਵਾਤਪਿਤ ਕਫ ਹੈ ਉਹਦੇ ਅਕੋਰਡਿੰਗ ਯੂਜ਼ ਕਰਵਾ ਸਕਦੇ। ਬਟ ਇਸ ਪ੍ਰੈਜ਼ੈਂਟ ਕੰਡੀਸ਼ਨ ਦੇ ਵਿੱਚ ਘਰਾਂ ਦੇ ਵਿੱਚ ਸਰਸੋਂ ਦਾ ਤੇਲ ਹੀ ਅਵੇਲੇਬਲ ਹੈ ਤੇ ਸਰਸੋਂ ਦੇ ਤੇਲ ਨੂੰ 2 ਤੋਂ 4 ਚਮਚ ਮੂੰਹ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਸਵਿਸ਼ ਕਰਨਾ ਹੈ ਆਪਣੇ ਮਾਊਥ ਦੇ ਵਿੱਚ। ਇਹਨੂੰ 2 4 5 ਮਿੰਟ ਆਪਾਂ ਕਰ ਸਕਦੇ ਹਾਂ। ਆਈਡੀਅਲੀ ਤੇ ਆਪਾਂ ਇਹਨਾਂ ਕਹਿੰਦੇ ਆ ਕਿ ਜਦੋਂ ਅੱਖਾਂ ਦੇ ਵਿੱਚੋਂ ਅਥਰੂ ਨਿਕਲਣੇ ਸ਼ੁਰੂ ਹੋ ਜਾਣ ਫਿਰ ਇਹਨੂੰ ਸਟਾਪ ਕਰਨਾ ਚਾਹੀਦਾ। ਬਟ ਪ੍ਰੈਕਟੀਕਲੀ ਉਹ 15 20 ਮਿੰਟ ਚਲੇ ਜਾਂਦੇ ਨੇ। ਪੂਰਾ ਪ੍ਰੋਸੈਸ ਹੈ ਫੁੱਲ ਫੇਸ ਤੇ ਪਹਿਲੇ ਆਇਲਿੰਗ ਕਰੋ, ਫਿਰ ਸਟੀਮਿੰਗ ਕਰੋ, ਫਿਰ ਆਇਲ ਮੂੰਹ ਚ ਪਾ ਕੇ ਫਿਰ ਉਹਦਾ ਪੂਰਾ ਪ੍ਰੋਸੈਸ ਕਰੋ। ਬਟ ਇੰਨਾ ਲੰਬਾ ਪ੍ਰੋਸੈਸ ਕੋਈ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਇਸ ਕਰਕੇ ਸਿੰਪਲ ਜੋ ਆਪਾਂ ਹੋਮ ਰੈਮਡੀ ਦੇ ਵਿੱਚ ਕੱਢਿਆ ਕਿ ਤੁਸੀਂ 2 ਤੋਂ 4 ਚਮਚ ਸਰਸੋਂ ਦੇ ਆਇਲ ਦੇ ਮੂੰਹ ਦੇ ਵਿੱਚ ਪਾ ਲੈਣੇ ਨੇ, ਉਹਨੂੰ ਸਵਿਸ਼ ਕਰਨਾ ਹੈ। ਜਦੋਂ ਲੱਗੇ ਕਿ ਹੁਣ ਮੈਂ ਸਵਿਸ਼ ਨਹੀਂ ਕਰ ਸਕਦਾ ਉਹਨੂੰ ਥਰੋ ਕਰ ਦੇਣਾ ਤੇ ਹਲਕਾ ਜਿਹਾ ਵਾਰਮ ਲਿਕੁਇਡ ਵਾਟਰ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਉਹਦੇ ਨਾਲ ਤੁਸੀਂ ਆਪਣਾ ਮੂੰਹ ਦਾ ਕਰੂਲਾ ਕਰ ਲੈਣਾ ਤੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣਾ ਖਾਣਾ ਵਗੈਰਾ ਜਿਹੜਾ ਉਹ ਖਾ ਸਕਦੇ ਹੋ। ਇਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਥਰੋਟ ਦਾ ਵੇਲੇ ਤੁਸੀਂ ਨੱਕ 'ਚ ਤੇਲ ਅਪਲਾਈ ਕਰ ਲਓ ਕਿਉਂਕਿ ਬੋਡੀ ਆਇਲ ਆਪਾਂ ਕਰਦੇ ਹਾਂ, ਜਿਹੜਾ ਬੋਡੀ ਆਇਲ ਇਸਤੇਮਾਲ ਕਰ ਨੱਕ 'ਚ ਵੀ ਅਪਲਾਈ ਕਰੋ। ਔਰ ਜਦੋਂ ਤੁਸੀਂ ਸਾਰੇ ਲਏ ਘਰੋਂ ਚੱਲਣ ਵੇਲੇ ਤੁਸੀਂ ਗੰਡੂਸ਼ ਕਰ ਸਕਦੇ ਹੋ, ਮਤਲਬ ਜਿਹੜੀ ਕੁਰਲੀ ਕਰਨੀ ਹੈ। ਤੇ ਉਹਦੇ ਨਾਲ ਕੋਈ ਖਾਣੇ ਦਾ ਸੰਬੰਧ ਹੈ ਕਿ ਤੁਸੀਂ ਬ੍ਰੇਕਫਾਸਟ ਜਾਂ ਲੰਚ ਵਗੈਰਾ ਜੋ ਵੀ ਖਾਣਾ ਕਿੰਨੀ ਦੇਰ ਪਹਿਲਾਂ ਕਰਨੀ ਹੈ ਕਿ ਆਪਾਂ ਖਾਣੇ ਤੋਂ ਪਹਿਲਾਂ ਹੀ ਕਰਨੀ ਹੈ, ਖਾਣੇ ਤੋਂ ਬਾਅਦ ਨਹੀਂ ਕਰਨੀ। ਜਿਹੜਾ ਆਪਾਂ ਉਹ ਜੇ ਅਸੀਂ ਕਹਿੰਦੇ ਰੈਪ ਕਰਨਾ ਹੈ, ਉਹਦੇ ਤੋਂ ਪ੍ਰੋਟੈਕਟ ਕਰਨਾ ਹੈ ਤੇ ਉੱਤੋਂ ਅਸੀਂ ਖਾਣਾ ਖਾ ਲਿਆ ਤੇ ਫਿਰ ਕੀ ਉਹਦਾ ਰੋਲ ਉਸ ਕੰਡੀਸ਼ਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਦੋਂ ਨਿਕਲਣ ਲੱਗੇ ਆ ਉਸ ਟਾਈਮ ਆਪਾਂ ਕਰ ਸਕਦੇ ਹਾਂ। ਬਟ ਐਜ਼ ਅੱਜ ਦੀ ਕੰਡੀਸ਼ਨ ਦੇ ਅਕੋਰਡਿੰਗ ਉਹ ਤੁਸੀਂ ਸਹੀ ਕਹਿ ਰਹੇ ਹੋ ਕਿ ਜੋ ਕੋਵਿਡ ਦੀ ਪ੍ਰੋਟੈਕਸ਼ਨ ਵਾਸਤੇ ਆਪਾਂ ਲੈ ਰਹੇ ਹਾਂ ਉਹ ਆਪਾਂ ਜਦੋਂ ਘਰੋਂ ਨਿਕਲਣ ਲੱਗਦੇ ਹਾਂ ਉਸ ਟਾਈਮ ਕਰ ਸਕਦੇ ਹਾਂ ਤੇ ਬਟ ਐਜ਼ ਪਰ ਦ ਆਯੁਰਵੈਦਿਕ ਕੰਡੀਸ਼ਨਸ ਇਹਨੂੰ ਖਾਣੇ ਤੋਂ ਪਹਿਲਾਂ ਹੀ ਕਰਨਾ ਚਾਹੀਦਾ। ਜੇ ਆਪਾਂ ਕਰਦੇ ਹਾਂ ਤਾਂ ਇਹ ਪੂਰਾ ਏਰੀਆ ਲੁਬਰੀਕੇਟ ਕਰੂਗਾ ਹੀ ਕਰੂਗਾ। ਜੀ ਇੱਕ ਹੁਣ ਆਪਾਂ ਪਹਿਲਾਂ ਗੱਲ ਕੀਤੀ ਕਿ ਫਿਊਮੀਗੇਸ਼ਨ ਆਪਣੇ ਘਰ ਦੀ ਕਰਨੀ ਹੈ, ਸਵੇਰੇ ਸ਼ਾਮ 2 ਟਾਈਮ ਕਰ ਸਕਦੇ ਹੋ। ਮੁਸ਼ਕ ਕਪੂਰ ਨਾਲ ਕਰ ਲਈ, ਅਜਵਾਇਣ ਨਾਲ ਕਰ ਲਈ, ਗੂਗਲ ਨਾਲ ਕਰ ਲਈ, ਦੇਸੀ ਘਿਓ ਨਾਲ ਕਰ ਲਈ, ਅਤੇ ਸਾਰੇ ਘਰ ਦਾ ਵਾਤਾਵਰਨ ਕਲੀਅਰ ਹੋ ਗਿਆ। ਫਿਰ ਅਸੀਂ ਨਹਾਉਣ ਵੇਲੇ ਆਪਣੇ ਨੱਕ 'ਚ ਤੇਲ ਅਪਲਾਈ ਕਰ ਲਿਆ, ਘਰੋਂ ਚੱਲਣ ਵੇਲੇ ਅਸੀਂ ਕੁਰਲੀ ਕਰ ਲਈ, ਹੈ ਨਾ, ਠੀਕ ਹੈ। ਤੇ ਉਸ ਤੋਂ ਬਾਅਦ ਨੈਕਸਟ ਸਟੈਪ ਹੁੰਦਾ ਕਿ ਅਸੀਂ ਡਬਲ ਮਾਸਕ ਪਾਉਣਾ, ਖਾਸ ਕਰਕੇ ਇਸ ਵੇਲੇ ਜਿਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ। ਡਬਲ ਮਾਸਕ, ਸੈਨੀਟਾਈਜ਼ਰਸ, ਈਵਨ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਜੇਬ ਸਾਡੇ ਪਰਸ ਦੇ ਵਿੱਚ ਜ਼ਰੂਰੀ ਹੈ। ਔਰ ਉਹਦੇ ਲਈ ਇੰਨਾ ਕੇਅਰਫੁਲ ਰਹਿਣਾ ਕਿ ਕੋਈ ਵੀ ਚੀਜ਼ ਅਸੀਂ ਬਾਹਰ ਕੋਈ ਸਰਫੇਸ ਟੱਚ ਕੀਤਾ ਹੈ, ਅਸੀਂ ਪੈਸੇ ਕਰੰਸੀ ਟੱਚ ਕੀਤੀ ਜਾਂ ਕੋਈ ਐਸੀ ਚੀਜ਼ ਟੱਚ ਕੀਤੀ ਜਿਹਨੂੰ ਪਹਿਲਾਂ ਕੋਈ ਹੋਰ ਟੱਚ ਕਰ ਚੁੱਕਿਆ, ਕਿਸੇ ਤੋਂ ਕਾਗਜ਼ ਪੜ੍ਹਨਾ, ਕਿਸੇ ਤੋਂ ਕੁਝ ਵੀ ਕਰਨਾ, ਇਟ ਮੀਨਸ ਕਿਸੇ ਹੋਰ ਦੇ ਹੱਥ ਚੁੱਕੇ ਹੈ, ਸਾਨੂੰ ਹੱਥਾਂ ਦੇ ਰਾਹੀਂ ਨਾ ਜਾਵੇ ਤੇ ਉਹ ਬਹੁਤ ਜ਼ਰੂਰੀ ਹੈ ਕਿ ਅਸੀਂ ਹੱਥ ਵਾਰ-ਵਾਰ ਸੈਨੀਟਾਈਜ਼ ਕਰੀਏ ਕਿਉਂਕਿ ਬਾਹਰ ਅਸੀਂ ਧੋ ਨਹੀਂ ਸਕਦੇ। ਡਬਲ ਮਾਸਕ ਅਸੀਂ ਪਾ ਕੇ ਰੱਖਾਂਗੇ, ਬਾਹਰੋਂ ਜਿਹੜਾ ਸਾਡਾ ਪ੍ਰੋਪਰ ਉਹਦੀ ਜਿਹੜੀ ਫਿਲਟਰੇਸ਼ਨ ਹੋ ਜਾਏਗੀ, ਹੈ ਨਾ। ਕਿਉਂਕਿ ਇਹ ਵੀ ਸਾਹਮਣੇ ਆ ਰਿਹਾ ਕਿ ਅੱਜ ਕੱਲ੍ਹ ਕਿਉਂਕਿ ਜ਼ਿਆਦਾ ਫੈਲ ਰਿਹਾ ਤੇ ਡਬਲ ਮਾਸਕ ਜ਼ਿਆਦਾ ਕੰਪਲਸਰੀ ਹੋ ਗਿਆ। ਸੋ ਇਹ ਵੀ ਸਾਡੇ ਸਾਰੇ ਤਰੀਕੇ ਹੋ ਗਏ।
ਇੱਕ ਸਟੈਪ ਸਾਡਾ ਇਹ ਰਹਿ ਗਿਆ ਕਿ ਜਿੰਨੀਆਂ ਅਲਾਮਤਾਂ ਨੇ ਸਾਡੇ ਅੰਦਰੋਂ ਅਸੀਂ ਬੋਡੀ ਨੂੰ ਕਿਵੇਂ ਸਟਰੋਂਗ ਕਰੀਏ, ਸਾਡਾ ਖਾਣ ਪਾਣ ਕੈਸਾ ਹੋਵੇ, ਕਿਹੜੀਆਂ ਚੀਜ਼ਾਂ ਅਸੀਂ ਜ਼ਿਆਦਾ ਲੈਣੀਆਂ, ਕਿੰਨਾ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਨਾ ਹੈ, ਤੇ ਜਾਂ ਫਿਰ ਕੋਈ ਐਸੇ ਨੁਸਖੇ ਕਿ ਕਿਚਨ ਦੇ ਵਿੱਚ ਵੀ ਸਾਨੂੰ ਐਸੀਆਂ ਚੀਜ਼ਾਂ ਉਪਲਬਧ ਹੋ ਜਾਣ ਜਿਨ੍ਹਾਂ ਨੂੰ ਅਸੀਂ ਰੈਗੂਲਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੀਏ ਤੇ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਬੈਟਰ ਹੋ ਜਾਏ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਤੁਸੀਂ ਜਵਾਬ ਦਿਓ, ਆਪਣੇ ਕੋਲ ਬਹੁਤ ਸੋਹਣੇ ਕੰਪਲੀਮੈਂਟਸ ਆ ਰਹੇ ਆ। ਹਕੀਮ ਅਰਸ਼ਦ ਸ਼ਹਿਜ਼ਾਦ ਸਾਹਿਬ ਲਹਿੰਦੇ ਪੰਜਾਬ ਤੋਂ, ਉਹ ਵੀ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ। और बलराज बासी जी वैंकूवर तो कहते हैं वेरी गुड प्रोग्राम। और गुरमान सिंह जी के बड़े अच्छे कॉम्प्लीमेंट्स आए, सारे कह रहे कि अच्छी इन्फॉर्मेशन जा रही है। और सुरिंदर कौर जी कह रहे वेरी नाइस। और होर भी सज्जन जिन्होंने चंगा लग रहा, गुरजीत सिंह जी के बड़े अच्छे कॉम्प्लीमेंट्स आए। तो साडे प्रबंधक जिहड़े ने अवतार सिंह शेरपुरी जी, वो भी कह रहे कि उन्होंने ठीक लग रहा प्रोग्राम। सो तुसीं भी कॉम्प्लीमेंट्स कबूल करो। थैंक यू जी, थैंक यू। ਅੱਛਾ, ਖਾਣ ਦੀ ਗੱਲ ਆਈ ਹੈ ਤੇ ਖਾਣ ਦੀ ਗੱਲ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਕਿ ਮੈਂ ਕਿਹਾ ਕਿ ਲੰਘਨ ਪਰਮ ਔਸ਼ਧਮ। ਹੁਣ ਲੰਘਨ ਤੇ ਆਪਾਂ ਸਾਰਾ ਟਾਈਮ ਕਰ ਨਹੀਂ ਸਕਦੇ, ਕਿਉਂਕਿ ਲੰਘਨ ਦਾ ਮਤਲਬ ਕੀ ਹੈ ਪਹਿਲਾਂ ਤੇ ਇਹ ਦੱਸ ਦੇਣਾ ਚਾਹੀਦਾ। ਲੰਘਨ ਦਾ ਮਤਲਬ ਹੈ ਕਿ ਫਾਸਟਿੰਗ ਕਰਨਾ ਆਪਣੀ ਪ੍ਰੋਪਰਲੀ ਜੀ। ਹਾਂ, ਫਾਸਟਿੰਗ ਕਰਨਾ ਬੇਸਿਕਲੀ ਫਾਸਟਿੰਗ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਭੁੱਖੇ ਹੀ ਰਹਿਣਾ, ਠੀਕ ਹੈ, ਕਿਉਂਕਿ ਆਯੁਰਵੇਦ ਇਹ ਨਹੀਂ ਦੱਸਦਾ। ਆਯੁਰਵੇਦ ਦੇ ਵਿੱਚ ਆਪਾਂ ਕਹਿੰਦੇ ਕਿ ਫਾਸਟਿੰਗ ਆਪਾਂ ਕਰਨੀ ਹੈ। ਫਾਸਟਿੰਗ ਦੇ ਵਿੱਚ ਵੀ ਅੱਗੇ ਡਿਫਰੈਂਟ ਸਿਨੈਰੀਓਜ਼ ਦੱਸੇ ਗਏ ਨੇ ਕਿ ਪੇਸ਼ੈਂਟ ਦੀ ਭੁੱਖ ਦੇ ਅਕੋਰਡਿੰਗ ਆਪਾਂ ਉਹਨੂੰ ਸਾਰੀਆਂ ਚੀਜ਼ਾਂ ਦੇ ਸਕਦੇ ਹਾਂ। ਇਹਦੇ ਵਿੱਚ ਜੋ ਜਨਰਲੀ ਅੱਜ ਕੱਲ੍ਹ ਮੈਂ ਕਹਿੰਦਾ ਕਿ ਜਿੱਦਾਂ ਇਹ ਕਫ ਦੀ ਵਿਆਧੀ ਹੈ, ਕਫ ਦੇ ਕਾਲ ਦੇ ਵਿੱਚ ਆਈ ਹੈ, ਕਿਉਂਕਿ ਬਸੰਤ ਰਿਤੂ ਗਈ ਹੈ। ਬਸੰਤ ਰਿਤੂ ਦੇ ਵਿੱਚ ਇਹਦਾ ਆਪਾਂ ਜਿਹੜਾ ਸੈਕੰਡ ਵੇਵ ਆਪਾਂ ਦੇਖ ਰਹੇ ਹਾਂ, ਬਸੰਤ ਰਿਤੂ ਦੇ ਵਿੱਚ ਬਹੁਤ ਜ਼ਿਆਦਾ ਹਾਈਕ ਆਇਆ। ਕਿਉਂ ਹਾਈਕ ਆਇਆ? ਕਿਉਂਕਿ ਕਫ ਦੀ ਵਿਆਧੀ ਸੀਗੀ ਤੇ ਕਫ ਦਾ ਕਾਲ ਸੀਗਾ। ਬਸੰਤ ਰਿਤੂ ਦੇ ਵਿੱਚ ਕਫ ਦੀਆਂ ਵਿਆਧੀਆਂ ਜ਼ਿਆਦਾ ਵੱਧਦੀਆਂ ਨੇ, ਜਿੱਦਾਂ ਰੈਸਪੀਰੇਟਰੀ ਟਰੈਕਟ ਡਿਸਆਰਡਰਸ ਜਿਹੜੇ ਨੇ ਉਹ ਬਸੰਤ ਰਿਤੂ ਦੇ ਵਿੱਚ ਹੀ ਵੱਧਦੇ ਨੇ। ਇਸ ਕਰਕੇ ਜਿਹੜੀ ਹੈ ਪ੍ਰੋਬਲਮ ਬਸੰਤ ਰਿਤੂ ਦੇ ਵਿੱਚ ਇਹਦੀ ਜਿਹੜੀ ਸੈਕੰਡ ਵੇਵ ਆਈ ਹੈ ਉਹ ਜ਼ਿਆਦਾ ਡੈਡਲੀ ਆਈ ਹੈ ਤੇ ਜ਼ਿਆਦਾ ਪ੍ਰੋਬਲਮੈਟਿਕ ਆਈ ਹੈ। ਜੇ ਇਸ ਕੰਡੀਸ਼ਨ ਦੇ ਵਿੱਚ ਆਪਾਂ ਦੁੱਧ, ਦਹੀਂ, ਪਨੀਰ ਜਾਂ ਕਫ ਵਧਾਉਣ ਵਾਲੀਆਂ ਮਿਠਾਈਆਂ ਵਰਗੀਆਂ ਚੀਜ਼ਾਂ ਖਾਵਾਂਗੇ ਤੇ ਡੈਫੀਨੇਟਲੀ ਸਾਡੀ ਬੋਡੀ ਦੇ ਵਿੱਚ ਉਸ ਵਾਇਰਸ ਨੂੰ ਇਨਕਰੀਜ਼ ਹੋਣ ਵਾਸਤੇ এনवायरमेंट ਦੇ ਦੇਣਗੀਆਂ। ਉਹ ਕਿਉਂ ਐਂਟੀਬਾਇਓਟਿਕ ਯੂਜ਼ ਕਰਦੇ ਨੇ? ਉਹ ਐਂਟੀਬਾਇਓਟਿਕ ਯੂਜ਼ ਕਰਦੇ ਨੇ ਆਪਾਂ ਵਾਇਰਸ ਨੂੰ ਕਿਲ ਕਰ ਦਈਏ। ਆਯੁਰਵੇਦ ਦੇ ਵਿੱਚ ਐਂਟੀਬਾਇਓਟਿਕ ਵਗੈਰਾ ਦਾ ਕੋਈ ਸਿਸਟਮ ਹੈ ਨਹੀਂ। ਆਪਾਂ ਐਂਟੀਬਾਇਓਟਿਕ ਦੀ ਥਾਂ ਤੇ ਪੇਸ਼ੈਂਟ ਨੂੰ ਇਹ ਸੁਜੈਸਟ ਕਰਦੇ ਹਾਂ ਬਈ ਜੋ ਤੁਹਾਡੀ ਬੋਡੀ ਦੇ ਅੰਦਰ ਐਗਜ਼ੈਕਟ এনवायरमेंट ਹੈਗਾ, ਉਹ ਆਪਾਂ এনवायरमेंट ਹੀ ਨਾ ਦਈਏ ਉਸ ਬੋਡੀ ਨੂੰ ਵਾਇਰਸ ਨੂੰ ਗਰੋ ਕਰਨ ਵਾਸਤੇ। ਜੇ ਵਾਇਰਸ ਉਸ ਬੋਡੀ ਦੇ ਵਿੱਚ ਗਰੋ ਹੀ ਨਹੀਂ ਕਰੂਗਾ ਤੇ ਫਿਰ ਉਹ ਸਾਡੀ ਬੋਡੀ ਨੂੰ ਇਫੈਕਟ ਨਹੀਂ ਕਰੂਗਾ। ਇਸ ਕਰਕੇ ਆਪਾਂ ਕਹਿੰਦੇ ਹਾਂ ਇਸ এনवायरमेंट ਦੇ ਵਿੱਚ ਸਾਨੂੰ ਕਫ ਨੂੰ ਕੱਟਣ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਮੂੰਗ ਦੀ ਦਾਲ ਦਾ ਸੂਪ ਲੈ ਸਕਦੇ ਹਾਂ। ਹਾਂਜੀ, ਮੂੰਗ ਦੀ ਦਾਲ ਦਾ ਸੂਪ ਲੈ ਸਕਦੇ ਹਾਂ, ਮਸੂਰ ਦੀ ਦਾਲ ਦਾ ਸੂਪ ਲੈ ਸਕਦੇ ਹਾਂ, ਘੀਆ, ਤੋਰੀ, ਟਿੰਡੇ, ਲੌਕੀ, ਚਨੇ ਦਾ ਸੂਪ, ਚਨੇ ਭੁੱਜੇ ਹੋਏ ਚਨੇ, ਇਹਨਾਂ ਦਾ ਆਪਾਂ ਇਸਤੇਮਾਲ ਕਰ ਸਕਦੇ ਹਾਂ। ਜੌਂ ਦੀ ਰੋਟੀ ਇਸ ਸਮੇਂ ਜੇ ਚੱਲੇਗੀ ਉਹ ਜ਼ਿਆਦਾ ਬੈਟਰ ਰਹੇਗੀ, ਕਿਉਂਕਿ ਜੌਂ ਜਿਹੜਾ ਇੱਕ ਤੇ ਠੰਡਾ ਹੈ ਤੇ ਖੁਸ਼ਕ ਹੈ। ਤੇ ਜੇ ਆਪਾਂ गेहूं ਦੀ ਰੋਟੀ ਦੀ ਥਾਂ ਜੇ ਆਪਾਂ ਥੋੜੀ ਜਿਹੀ ਜੌਂ ਦੀ ਰੋਟੀ ਦਾ ਇਸਤੇਮਾਲ ਕਰਦੇ ਹਾਂ, ਉਹ ਜ਼ਿਆਦਾ ਬੈਟਰ ਕੰਮ ਕਰੇਗੀ। ਜੌਂ ਦੇ ਸੱਤੂ ਵੀ ਮਿਲਦੇ ਨੇ, ਚਨੇ ਦੇ ਸੱਤੂ ਵੀ ਮਿਲਦੇ ਨੇ। ਇਹ ਸਾਡੀ ਇਮਿਊਨਿਟੀ ਵਧਾਉਣ ਵਾਸਤੇ ਕਿਤੇ ਨਾ ਕਿਤੇ ਕਾਰਗਰ ਸਿੱਧ ਹੋ ਸਕਦੇ ਨੇ। ਫਿਰ ਇੱਕ ਕੀ ਕਹਿੰਦੇ ਜੌਂ ਦੀ ਰਾਬੜੀ ਵੀ ਯੂਜ਼ ਕਰ ਸਕਦੇ ਹਾਂ। ਇਹ ਵੀ ਸਾਡੀ ਕਿਤੇ ਨਾ ਕਿਤੇ ਇੱਕ ਤੇ ਪੇਟ ਨੂੰ ਠੰਡਾ ਰੱਖਦੀ ਹੈ ਤੇ ਸਾਡੀ ਬੋਡੀ ਨੂੰ ਇੰਪਰੂਵ ਕਰਦੀ ਹੈ। ਬਹੁਤ ਸਾਰੇ ਟਾਈਮ ਮੈਂ ਵੇਖ ਰਿਹਾ ਕਿ ਜਿਹੜੇ ਪੇਸ਼ੈਂਟਸ ਨੇ ਉਹ ਪੋਸਟ ਕੋਵਿਡ ਵੀ ਡਾਇਰੀਆ ਲੈ ਕੇ ਆ ਰਹੇ ਨੇ। ਡਾਇਰੀਆ ਦੀ ਕੰਡੀਸ਼ਨ ਠੀਕ ਨਹੀਂ ਹੋ ਰਹੀ ਹੈ ਜਾਂ ਡਿਊਰਿੰਗ ਕੋਵਿਡ ਵੀ ਪੇਸ਼ੈਂਟ ਨੂੰ ਡਾਇਰੀਆ ਹੋ ਰਿਹਾ। ਤੇ ਇਸ ਕੰਡੀਸ਼ਨ ਦੇ ਵਿੱਚ ਜੇ ਸਾਡੇ ਕੋਲ ਬਿਲਵ ਦਾ ਮੁਰੱਬਾ ਜਾਂ ਬਿਲਵ ਦਾ ਸ਼ਰਬਤ, ਇਹ ਬਹੁਤ ਈਜ਼ੀਲੀ ਅਵੇਲੇਬਲ ਹੈ। ਬੇਲ ਦਾ ਮੁਰੱਬਾ ਜਾਂ ਬੇਲ ਦਾ ਸ਼ਰਬਤ, ਜਿੱਥੇ ਵੀ ਡਾਇਰੀਆ ਵਰਗੀ ਪ੍ਰੋਬਲਮ ਆ ਰਹੀ ਹੈ ਜਾਂ ਲੂਜ਼ ਮੋਸ਼ਨਸ ਹੋ ਰਹੇ ਨੇ ਪੇਸ਼ੈਂਟ ਨੂੰ, ਇਹੋ ਜਿਹੀ ਕੰਡੀਸ਼ਨ ਦੇ ਵਿੱਚ ਜੇ ਆਪਾਂ ਬੇਲ ਦਾ ਮੁਰੱਬਾ ਜਾਂ ਬੇਲ ਦਾ ਸ਼ਰਬਤ ਪੇਸ਼ੈਂਟ ਨੂੰ ਦਿੰਦੇ ਹਾਂ ਤੇ ਉਹ ਵੀ ਉਹਦੇ ਪੇਟ ਨੂੰ ਠੰਡਾ ਰੱਖਦਾ ਹੈ ਤੇ ਲੂਜ਼ ਮੋਸ਼ਨ ਕਿਤੇ ਨਾ ਕਿਤੇ ਘਟਾਉਣ ਵਾਸਤੇ ਉਹਦੀ ਮਦਦ ਕਰਦਾ ਹੈ ਤੇ ਉਹਦਾ ਇਮਿਊਨ ਸਿਸਟਮ ਨੂੰ ਐਕਟੀਵੇਟ ਕਰਦਾ ਹੈ। ਧਨੀਆ, ਪੁਦੀਨਾ, ਇਹਨਾਂ ਦੀ ਚਟਨੀ ਆਪਾਂ ਇਸਤੇਮਾਲ ਕਰ ਸਕਦੇ ਹਾਂ। ਇਹ ਠੰਡੀਆਂ ਨੇ ਪਰ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਇਸ ਚੀਜ਼ ਤੋਂ ਬਾਹਰ ਕੱਢਣ ਦੇ ਵਿੱਚ ਮਦਦ ਕਰਦੀਆਂ ਨੇ। ਜਿਹੜੇ ਮੌਸਮ ਦੇ ਫਰੂਟ ਆ ਰਹੇ ਨੇ ਜ਼ਿਆਦਾਤਰ ਲੇਸ ਵਾਲੀਆਂ ਚੀਜ਼ਾਂ ਨੇ ਨਾ, ਮਿਊਕੋਇਡ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਨਾਲ ਬਲਗਮ ਵੱਧਦੀ ਹੈ, ਉਹ ਅਵੋਇਡ ਕਰੋ। ਠੰਡੀਆਂ ਤੇ ਬਲਗਮ ਵਧਾਉਣ ਵਾਲੀਆਂ ਚੀਜ਼ਾਂ। ਹਾਂਜੀ, ਜਿੱਦਾਂ ਹੁਣ ਕਹਿ ਰਹੇ ਹਾਂ ਕਿ ਕੇਲਾ, ਇਹਦਾ ਇਸਤੇਮਾਲ ਜ਼ਿਆਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਕੇਲਾ ਬਲਗਮ ਵਧਾਉਂਦਾ ਹੈ, ਕਫ ਵਧਾਉਂਦਾ ਹੈ। ਇਸ ਕਰਕੇ ਇਹਨੂੰ ਜ਼ਿਆਦਾ ਨਹੀਂ ਖਾ ਸਕਦੇ ਆਪਾਂ। ਤੇ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਹੈ ਉਹ ਸੰਤਰਾ, ਮੌਸਮੀ ਜਾਂ ਜੋ ਵੀ ਅਨਾਰ, ਜਿਹੜੇ ਮੌਸਮ ਦੇ ਫਰੂਟ ਆ ਰਹੇ ਨੇ ਉਹ ਲੈ ਸਕਦੇ ਨੇ। ਪਰ ਧਿਆਨ ਰੱਖਣਾ ਹੈ ਕਿ ਰਾਤ ਨੂੰ ਨਾ ਜ਼ਿਆਦਾਤਰ ਲਿੱਤਾ ਜਾਏ, ਕਿਉਂਕਿ ਰਾਤ ਦੇ ਟਾਈਮ ਜੇ ਆਪਾਂ ਕੋਈ ਵੀ ਠੰਡੀ ਚੀਜ਼ ਜਾਂ ਆਪਾਂ
ਜ਼ਿਆਦਾ ਹੈਵੀ ਚੀਜ਼ ਲੈ ਕੇ ਸੋਵਾਂਗੇ ਤੇ ਉਹ ਸਾਡੀ ਬੋਡੀ ਦੇ ਵਿੱਚ ਕਫ ਨੂੰ ਵਧਾਉਣ ਦੀ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰ ਸਕਦਾ। ਤੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਸਾਡਾ ਰਾਤ ਦਾ ਡਿਨਰ ਹੋਣਾ ਚਾਹੀਦਾ ਉਹ ਸ਼ਾਮੀ 7-8 ਵਜੇ ਦੇ ਵਿੱਚ ਹੋ ਜਾਣਾ ਚਾਹੀਦਾ, ਤਾਂ ਕਿ ਸਾਨੂੰ 2 ਘੰਟੇ ਜਿਹੜੇ ਆ ਰੈਸਟ ਕਰਨ ਨੂੰ ਮਿਲ ਜਾਣ। ਰਾਤ ਨੂੰ ਸੌਣ ਤੋਂ ਪਹਿਲੇ ਜ਼ਰੂਰ ਇਹ ਹੈ ਕਿ ਜਾਂ ਤੇ ਗਰਮ ਚਾਹ ਲੈ ਸਕਦੇ ਨੇ ਜਾਂ ਫਿਰ ਗਰਮ ਪਾਣੀ ਜਿਹੜਾ ਉਹ ਲੈ ਕੇ ਸੋਣਾ ਚਾਹੀਦਾ, ਜਾਂ ਫਿਰ ਰਾਤੀ ਮੁਲੱਠੀ ਦੇ ਪਾਣੀ ਦੇ ਨਾਲ ਗਾਰਗਲ ਕਰਕੇ ਸੋਣਾ ਚਾਹੀਦਾ, ਸੋ ਦੈਟ ਕਿ ਕਿਤੇ ਨਾ ਕਿਤੇ ਜੋ ਕਫ ਜਾਂ ਉਹ ਵਾਇਰਸ ਨੂੰ ਜੋ এনवायरमेंट ਮਿਲ ਰਿਹਾ ਉਹਨੂੰ ਪ੍ਰੋਪਰਲੀ ਮਿਲ ਨਾ ਪਾਵੇ, ਤੇ ਇਹਦੇ ਨਾਲ ਆਪਾਂ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ। ਸੋ ਦੁੱਧ ਵੀ ਪੀਂਦੇ ਸੀ ਅਗਰ ਆਦੀਆਂ ਤੇ ਉਹਨੂੰ ਸੰਸਕਾਰਿਤ ਕਰਕੇ ਪੀ ਸਕਦੇ ਆ ਨਾ, ਹਲਦੀ ਪਾ ਲਓ, ਉਹਦੇ ਵਿੱਚ ਅਜਵਾਇਣ ਪਾ ਸਕਦੇ ਆ, ਕਾਲੀ ਮਿਰਚ, ਦਾਲਚੀਨੀ, ਇਲਾਇਚੀ, ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਉਹ 'ਚ ਬੋਇਲ ਕਰਕੇ ਪੀ ਸਕਦੇ। ਦੁੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੱਜ ਕੱਲ੍ਹ ਰਾਤ ਨੂੰ ਨਾ ਹੀ ਪੀਤਾ ਜਾਏ, ਤੇ ਜੇ ਪੀਣਾ ਤੇ ਜੋ ਸਿਮਰ ਜੀ ਤੁਸੀਂ ਕਿਹਾ ਸਾਰੀਆਂ ਚੀਜ਼ਾਂ ਦੇ ਨਾਲ ਮਿਲਾ ਕੇ ਹੀ ਆਪਾਂ ਪੀਆਂਗੇ ਤੇ ਜ਼ਿਆਦਾ ਬੈਟਰ ਹੈ। ਬਟ ਇਸ ਦੁੱਧ ਦਾ ਅਮਲ ਹੈ ਪੰਜਾਬੀ ਸੌਣ ਵੇਲੇ ਨਹੀਂ ਰਿਹਾ ਜਾਂਦਾ। ਤੇ ਉਹ ਬਿਲਕੁਲ ਇਹੋ ਇਹ ਚੀਜ਼ਾਂ ਦੇਖੋ ਕਾਲੀ ਮਿਰਚ ਜਿਹੜੀ ਹੈ, ਯਾਦ ਮੈਂ ਕਹਿੰਦਾ ਕਿ ਰਾਤ ਨੂੰ ਕਈ ਵਾਰੀ ਕੀ ਹੁੰਦਾ ਕਿ ਸਿੰਪਲ ਇੱਕ ਕਾਲੀ ਮਿਰਚ ਮੂੰਹ 'ਚ ਰੱਖ ਲਓ, ਕਾਲੀ ਮਿਰਚ ਮੂੰਹ 'ਚ ਰੱਖਣ ਦੇ ਨਾਲ ਵੀ ਪੇਸ਼ੈਂਟ ਨੂੰ ਇੰਪਰੂਵਮੈਂਟ ਮਿਲਦੀ ਹੈ। ਈਵਨ ਕਿ ਜਿੱਦਾਂ ਖਾਂਸੀ ਦੀ ਸੁੱਕੀ ਖਾਂਸੀ ਆਉਂਦੀ ਹੈ, ਤੇ ਸੁੱਕੀ ਖਾਂਸੀ ਦੇ ਵਿੱਚ ਘਰ ਦੇ ਵਿੱਚ ਕਾਲੀ ਮਿਰਚਾਂ ਤੇ ਸਾਰਿਆਂ ਦੇ ਕੋਲ ਪਈਆਂ ਹੀ ਰਹਿੰਦੀਆਂ, ਤੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਨੂੰ ਕਈ ਵਾਰੀ ਮੈਂ ਸੁੱਕੀ ਖਾਂਸੀ ਜਿਹੜੀ ਕਾਲੀ ਮਿਰਚ ਹੈ ਉਹਨੂੰ ਦੇਸੀ ਘਿਓ ਦੇ ਵਿੱਚ ਡੁਬੋ ਦਿੱਤਾ, ਤੇ ਉਹ ਦਾਣੇ ਕੱਢ ਕੇ ਮੂੰਹ 'ਚ ਰੱਖੀ ਜਾਓ ਤੇ ਚੂਸੀ ਜਾਓ, ਉਹਦੇ ਨਾਲ ਵੀ ਜਿਹੜੀ ਸੁੱਕੀ ਖਾਂਸੀ ਹੈ ਉਹਨੂੰ ਇੰਪਰੂਵਮੈਂਟ ਮਿਲਦੀ ਹੈ, ਪੇਸ਼ੈਂਟ ਦੀ ਖੰਘ ਜਿਹੜੀ ਹੈ ਉਹ ਕੰਟਰੋਲ ਹੋ ਜਾਂਦੀ ਹੈ। ਤੇ ਕਈ ਵਾਰੀ ਪੇਸ਼ੈਂਟ ਸਾਰੀ ਰਾਤ ਖੰਘਦਾ ਰਹਿੰਦਾ, ਉਹ ਸੋ ਹੀ ਨਹੀਂ ਪਾਉਂਦਾ। ਮੁਨੱਕੇ ਦੇ ਵਿੱਚ ਪਾ ਕੇ ਵੀ ਚੂਸ ਸਕਦੇ ਹਾਂ। ਮੁਨੱਕੇ ਦੇ ਵਿੱਚ ਪਾ ਕੇ ਚੂਸ ਸਕਦੇ, ਹਾਂਜੀ ਮੁਨੱਕੇ ਦੇ ਵਿੱਚ ਵੀ ਪਾ ਕੇ ਚੂਸ ਸਕਦੇ, ਪਰ ਬੈਟਰ ਜੋ ਮੈਂ ਆਪਣੇ ਪੇਸ਼ੈਂਟ ਨੂੰ ਦਿੰਦਾ ਤੇ ਮੈਂ ਰਿਜ਼ਲਟ ਲਿੱਤੇ ਹੋਏ ਨੇ ਕਿ ਜਿਹੜੇ ਪੇਸ਼ੈਂਟ ਕਈ ਵਾਰੀ ਕਹਿੰਦੇ ਨੇ ਕਿ ਸਰ ਰਾਤ ਨੂੰ ਖਾਂਸੀ ਇੰਨੀ ਆਉਂਦੀ ਕਿ ਖਾਂਸੀ ਕਰਕੇ ਸੁੱਤਾ ਹੀ ਨਹੀਂ ਜਾਂਦਾ, ਸੁੱਕੀ ਖੰਘ ਆਉਂਦੀ ਹੈ। ਇਹੋ ਜਿਹੀ ਕੰਡੀਸ਼ਨ ਦੇ ਵਿੱਚ ਕਿਉਂਕਿ ਜੋ ਆਪਾਂ ਦੇਸੀ ਘਿਓ ਦੇ ਰਹੇ ਹਾਂ ਕਾਲੀ ਮਿਰਚ ਦੇ ਨਾਲ ਮਿਲਾ ਕੇ, ਉਹ ਕਿਤੇ ਨਾ ਕਿਤੇ ਉਸ ਦੀ ਸੁੱਕੀ ਖਾਂਸੀ ਨੂੰ ਵੀ ਠੀਕ ਕਰਦਾ, ਤੇ ਜਿਹੜੀ ਖੰਘ ਆ ਰਹੀ ਹੈ ਉਹ ਘਿਓ ਜਿਹੜਾ ਨਰਿਸ਼ਮੈਂਟ ਵੀ ਦੇ ਦਿੰਦਾ, ਲਿਬਰੀਕੇਸ਼ਨ ਵੀ ਦੇ ਦਿੰਦਾ, ਤੇ ਕਾਲੀ ਮਿਰਚ ਜਿਹੜੀ ਉਹਦੀ ਖੰਘ ਨੂੰ ਵੀ ਘਟਾ ਦੇ, ਤੋ ਇਹ ਵੀ ਆਪਾਂ ਯੂਜ਼ ਕਰ ਸਕਦੇ। ਜੀ ਜੀ, ਤੋ ਇਹ ਹੋ ਗਿਆ ਸਾਡਾ ਖਾਣ ਪਾਣ ਹੋ ਗਿਆ। ਸਟੀਮ ਦਾ ਬਹੁਤ ਵੱਡਾ ਰੋਲ ਦੱਸਿਆ ਜਾ ਰਿਹਾ। ਸਟੀਮ ਇੱਕ ਨੋਰਮਲ ਪਾਣੀ ਦੀ ਤੇ ਚਲੋ ਫਾਇਦੇਮੰਦ ਹੈ ਹੀ, ਉਹ ਤਾਂ ਸਿਹਤ ਵਾਸਤੇ ਵੀ ਫਾਇਦੇਮੰਦ ਹੈ। ਜਿਹਨੂੰ ਥੋੜੇ ਸਿੰਪਟਮ ਸਟਾਰਟ ਹੋ ਗਏ ਹੋਏ ਆ, ਉਹ ਭਾਵੇਂ ਦੇਖੋ ਜ਼ਰੂਰੀ ਨਹੀਂ ਹੈ ਕਿ ਜਿੰਨੀਆਂ ਵੀ ਆਪਾਂ ਗੱਲਾਂ ਕਰ ਰਹੇ ਹਾਂ ਉਹ ਕਰੋਨਾ ਰਿਲੇਟਡ ਹੈ ਜਾਂ ਕੋਵਿਡ ਰਿਲੇਟਡ ਹੈ, ਜਨਰਲ ਵੈਲਬੀਂਗ ਵਾਸਤੇ ਵੀ ਹੈ, ਜਾਂ ਫਿਰ ਇਹ ਸੀਜ਼ਨ ਚੇਂਜ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਮੈਕਸਿਮਮ ਵਾਇਰਲ ਬੈਕਟੀਰੀਅਲ ਜਿਹੜੀਆਂ ਇਨਫੈਕਸ਼ਨਸ ਹੁੰਦੀਆਂ ਉਹਦੇ ਵਾਸਤੇ ਵੀ ਬੈਨੀਫੀਸ਼ੀਅਲ ਹੈ। ਤੇ ਸਟੀਮ ਵਾਸਤੇ ਤੁਸੀਂ ਕੁਝ ਖਾਸ ਉਹਦੇ 'ਚ ਐਡ ਆਨ ਕਰੋਗੇ? ਸਟੀਮ ਵਾਸਤੇ ਜਿਹੜਾ ਮੈਂ ਪੇਸ਼ੈਂਟ ਨੂੰ ਕਹਿੰਦਾ ਕਿ ਹਾਂਜੀ ਹਲਦੀ, ਲੌਂਗ, ਨਮਕ, ਇਹ 3 ਚੀਜ਼ਾਂ ਜੇ ਆਪਾਂ ਐਡ ਕਰਦੇ ਹਾਂ ਤੇ ਹਾਂਜੀ ਪਾਣੀ ਦੇ ਵਿੱਚ ਪਾ ਦਿੰਦੇ ਹਾਂ, ਜਾਂ ਫਿਰ ਆਪਾਂ ਜੇ ਪੇਸ਼ੈਂਟ ਦੇ ਕੋਲ ਯੂਕਲਿਪਟਸ ਆਇਲ ਜਾਂ ਫਿਰ ਕੈਂਫਰ ਅਵੇਲੇਬਲ ਹੈ ਤੇ ਉਹ ਯੂਕਲਿਪਟਸ ਆਇਲ ਦੀ 1-2 ਬੂੰਦਾਂ ਵੀ ਪਾ ਸਕਦਾ ਹੈ, ਜਾਂ ਫਿਰ ਕੈਂਫਰ ਨੂੰ ਕੁੱਟ ਕੇ ਵੀ ਉਹਦੇ ਵਿੱਚ ਪਾ ਸਕਦਾ ਹੈ, ਕਿਉਂਕਿ ਜਿੱਦਾਂ ਹੀ ਕੈਂਫਰ ਬੋਡੀ ਦੇ ਅੰਦਰ ਐਂਟਰ ਕਰਦਾ ਉਹ ਬ੍ਰੌਂਕੋਡਾਇਲੇਸ਼ਨ ਕਰ ਦਿੰਦਾ, ਸਾਹ ਲੈਣ ਨੂੰ ਸੌਖਾ ਕਰ ਦਿੰਦਾ। ਇਸ ਕਰਕੇ ਸਟੀਮ ਲੈਣ ਦੇ ਵੇਲੇ ਜੇ ਆਪਾਂ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਤੇ ਇਹ ਵੀ ਸਾਡੀ ਕੰਡੀਸ਼ਨ ਦੇ ਵਿੱਚ ਕਫ ਨੂੰ ਕੱਢਣ ਦੇ ਵਿੱਚ ਵੀ ਮਦਦ ਕਰਦਾ, ਜਿਹੜਾ ਅੰਦਰ ਜੰਮਿਆ ਹੋਇਆ ਕਫ ਹੈ ਉਹਨੂੰ ਕੱਢਣ ਦਾ ਵੀ ਕੰਮ ਕਰੂਗਾ, ਕਿਉਂਕਿ ਨਮਕ ਤੇ ਹਲਦੀ ਜਿਹੜੀ ਹੈ ਖੁਰਚਣ ਦਾ ਕੰਮ ਕਰਦੀ ਹੈ ਅੰਦਰ ਜਾ ਕੇ ਕਫ ਨੂੰ, ਤੇ ਉਹ ਉਸਨੂੰ ਕਫ ਨੂੰ ਖੁਰਚ ਕੇ ਬਾਹਰ ਖੰਘ ਦੇ ਰਾਹੀਂ ਬਾਹਰ ਕੱਢਣ ਦਾ ਕੰਮ ਕਰੇਗਾ। ਸੋ ਇਹ ਕੰਡੀਸ਼ਨ ਦੇ ਵਿੱਚ ਆਪਾਂ ਇਹ ਵਾਲਾ ਸਟੀਮ ਦੇ ਸਕਦੇ ਹਾਂ। ਦੂਸਰੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਬਹੁਤ ਹੀ ਜ਼ਿਆਦਾ ਚੈਸਟ ਕੰਜੈਸ਼ਨ ਮਹਿਸੂਸ ਹੋ ਰਹੀ ਹੈ ਪੇਸ਼ੈਂਟ ਨੂੰ, ਜਾਂ ਸਾਹ ਲੈਣ ਦੇ ਵਿੱਚ ਔਖ ਹੋ ਰਹੀ ਹੈ, ਛਾਤੀ ਦੇ ਵਿੱਚ ਦਰਦ ਮਹਿਸੂਸ ਕਰ ਰਿਹਾ ਪੇਸ਼ੈਂਟ, ਫਿਰ ਤੁਸੀਂ ਜੇ ਘਰ ਦੇ ਵਿੱਚ ਸਰਸੋਂ ਦਾ ਤੇਲ ਹੈਗਾ, ਸਰਸੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਜਿੱਦਾਂ ਆਪਾਂ 100 ml ਜੇ ਆਪਾਂ ਸਰਸੋਂ ਦਾ ਤੇਲ ਲਵਾਂਗੇ ਤੇ 100 ml ਦੇ ਵਿੱਚ ਆਪਾਂ 20 ਗ੍ਰਾਮ ਆਪਾਂ ਜਿਹੜਾ ਕੈਂਫਰ ਮਿਲਾ ਸਕਦੇ ਹਾਂ। ਉਹਦੇ ਵਿੱਚ 2 ਤੋਂ 4 ਗ੍ਰਾਮ ਆਪਾਂ ਪਾਕਿਸਤਾਨੀ ਨਮਕ, ਜਿਹਨੂੰ ਆਪਾਂ ਸੈਂਦਾ ਨਮਕ ਕਹਿੰਦੇ ਹਾਂ, ਉਹ ਆਪਾਂ ਮਿਲਾ ਕੇ ਉਹਨੂੰ ਪੂਰਾ ਗਰਮ ਕਰ ਸਾਲਟ ਜਿਹਨੂੰ ਆਪਾਂ ਕਹਿੰਦੇ ਹਾਂ, ਹਾਂਜੀ ਰੌਕ ਸਾਲਟ ਕਹਿੰਦੇ ਜਿਹਨੂੰ ਆਪਾਂ, ਇਹਨੂੰ ਆਪਾਂ ਚੰਗੀ ਤਰ੍ਹਾਂ ਪ੍ਰੋਸੈਸ ਕਰ ਲਾਂਗੇ, ਮਤਲਬ ਥੋੜਾ ਜਿਹਾ ਗਰਮ ਕਰ ਲਾਂਗੇ ਤਾਂ ਕਿ ਇਹ ਨਮਕ ਤੇ ਜਿਹੜਾ ਕੈਂਫਰ ਹੈ ਇਹਦੇ ਵਿੱਚ ਮਿਕਸ ਹੋ ਜਾਏ। ਉਸ ਤੋਂ ਬਾਅਦ ਜਦੋਂ ਪ੍ਰੋਪਰਲੀ ਮਿਕਸ ਹੋ ਗਿਆ ਤੇ ਤੁਸੀਂ ਇਸ ਤੇਲ ਦੀ ਜੇ ਛਾਤੀ ਦੇ ਉੱਤੇ, ਪੂਰੀ ਛਾਤੀ ਦੇ ਉੱਤੇ ਚੰਗੀ ਤਰ੍ਹਾਂ ਆਪਣੀ ਮਸਾਜ ਕਰਦੇ ਹੋ, 5 ਮਿੰਟ ਜੇ ਤੁਸੀਂ ਚੰਗੀ ਤਰ੍ਹਾਂ ਮਸਾਜ ਕਰ ਲੈਂਦੇ ਹੋ, ਤੇ ਉਸ ਤੋਂ ਅੱਗੇ ਤੇ ਪਿੱਛੇ ਦੋਵੇਂ ਸਾਈਡ ਤੇ ਜੇ ਆਪਾਂ ਮਸਾਜ ਕਰਦੇ ਹਾਂ ਤਾਂ ਜ਼ਿਆਦਾ ਬੈਟਰ ਹੈ। ਜੇ ਘਰ ਕੋਈ ਨਹੀਂ ਹੈਗਾ ਤੇ ਆਪੇ ਹੀ ਕਰਨੀ ਹੈ ਤੇ ਤੁਸੀਂ ਆਪੇ ਚੰਗੀ ਤਰ੍ਹਾਂ ਛਾਤੀ ਦੇ ਉੱਤੇ ਮਸਾਜ ਕਰ ਲਓ। ਮਸਾਜ ਕਰਨ ਤੋਂ ਬਾਅਦ ਜਿਹੜਾ ਪਾਣੀ ਦੀ ਭਾਪ ਤੁਹਾਨੂੰ ਦੱਸੀ ਹੈ, ਉਹ ਪਾਣੀ ਦੀ ਚੰਗੀ ਤਰ੍ਹਾਂ ਭਾਪ ਜਿਹੜੀ ਹੈ ਉਸ ਚੈਸਟ ਏਰੀਆ ਤੇ ਲਵਾਓ। ਜਿੱਦਾਂ ਹੀ ਪਸੀਨਾ ਨਿਕਲਣਾ ਸ਼ੁਰੂ ਹੋਏਗਾ ਤੁਸੀਂ ਇਮੀਡੀਏਟਲੀ ਫੀਲ ਕਰੋਗੇ
ਕਿ ਚੈਸਟ ਜਿਹੜੀ ਹੈ ਬਹੁਤ ਚੰਗੀ ਤਰ੍ਹਾਂ ਹਲਕੀ ਮਹਿਸੂਸ ਕਰ ਰਹੇ ਹੋ, ਛਾਤੀ ਦੇ ਵਿੱਚ ਜਿਹੜਾ ਅਕੜਾਅ ਸੀਗਾ, ਜਿਹੜਾ ਭਾਰੀਪਨ ਸੀਗਾ ਉਹ ਨਿਕਲ ਰਿਹਾ। ਈਵਨ ਕਿ ਸਮ ਟਾਈਮਸ 2-3 ਦਿਨ ਦੇ ਅੰਦਰ ਪੇਸ਼ੈਂਟ ਦੇ ਅੰਦਰੋਂ ਬਲਗਮ ਨਿਕਲਣੀ ਸ਼ੁਰੂ ਹੋ ਜਾਂਦੀ। ਜੇ ਇਸ ਤੋਂ ਬਾਅਦ ਪੇਸ਼ੈਂਟ ਨੂੰ ਕੋਈ ਅੱਕ ਦੇ ਪੱਤੇ ਮਿਲ ਜਾਣ ਤੇ ਇਹ ਵਾਲਾ ਪ੍ਰੋਸੈਸ ਕੰਪਲੀਟ ਹੋ ਜੇ, ਉਸ ਤੋਂ ਬਾਅਦ ਅੱਕ ਦੇ 2-3 ਪੱਤੇ ਰੱਖ ਦੇਣੇ ਆ ਛਾਤੀ ਦੇ ਉੱਤੇ ਤੇ ਆਪਾਂ ਕੀ ਕਹਿ ਸਕਦੇ ਹਾਂ, ਇੱਕ ਰੇਤ ਜਾਂ ਨਮਕ ਦੀ ਪੋਟਲੀ ਗਰਮ ਕਰਕੇ ਬਣਾ ਛੱਡੋ ਤੇ ਉਹ ਅੱਕ ਦੇ ਪੱਤਿਆਂ ਦੇ ਉੱਪਰ ਉਹਦੀ ਸਿਕਾਈ ਕਰ ਦਿਓ ਥੋੜੀ, ਤੇ ਉਹਦੇ ਨਾਲ ਵੀ ਇਨਸਟੈਂਟਲੀ ਜਿਹੜੇ ਮਸਕੂਲਰ ਪੇਨ ਹੋ ਰਹੀ ਹੈ, ਚੈਸਟ ਕੰਜੈਸ਼ਨ ਹੋ ਰਹੀ ਹੈ, ਚੈਸਟ ਹੈਵੀਨੈਸ ਹੋ ਰਹੀ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਇਮੀਡੀਏਟਲੀ ਮਹਿਸੂਸ ਕਰੋਗੇ ਕਿ ਬਹੁਤ ਵਧੀਆ ਇਫੈਕਟ ਇਹਦੇ ਨਾਲ ਆ ਜਾਂਦਾ ਪੇਸ਼ੈਂਟ ਨੂੰ ਤੇ ਉਹਦਾ ਸਾਹ ਲੈਣਾ ਵੀ ਇੰਪਰੂਵ ਹੋ ਜਾਂਦਾ। ਇਹ ਮੈਂ ਬਹੁਤ ਪ੍ਰੈਕਟੀਕਲ ਕਰ ਚੁੱਕਾ। ਈਵਨ ਅਸਥਮਾ ਦੇ ਪੇਸ਼ੈਂਟ ਜਿਹੜੇ ਨੇ, ਅਸਥਮਾ ਦੇ ਕਈ ਪੇਸ਼ੈਂਟਸ ਨੂੰ ਇਸੀ ਕੰਡੀਸ਼ਨ ਦੇ ਨਾਲ ਮੈਂ ਇੰਪਰੂਵ ਕੀਤਾ ਤੇ ਹੁਣ ਤੱਕ 2-2 4-4 ਸਾਲ ਹੋ ਚੁੱਕੇ ਨੇ, ਅਸਥਮਾ ਦੀ ਦੁਬਾਰਾ ਪ੍ਰੋਬਲਮ ਉਹਨਾਂ ਨੂੰ ਨਹੀਂ ਆਈ। ਬਟ ਕੰਟੀਨਿਊਸਲੀ ਇਹ ਵਾਲੇ ਪ੍ਰੋਸੈਸ ਜਿਹੜੇ ਨੇ ਵਿਦ ਮੈਡੀਕੇਸ਼ਨਸ, ਆਯੁਰਵੈਦਿਕ ਮੈਡੀਕੇਸ਼ਨਸ ਆਪਾਂ ਕੰਟੀਨਿਊਸਲੀ ਯੂਜ਼ ਕਰਦੇ ਹਾਂ। 2 ਮਹੀਨੇ, 4 ਮਹੀਨੇ, 6 ਮਹੀਨੇ, ਜਿੰਨੀ ਕੁ ਲੋੜ ਪੈਂਦੀ ਹੈ ਪੇਸ਼ੈਂਟ ਨੂੰ ਕੰਡੀਸ਼ਨ ਦੇ ਅਕੋਰਡਿੰਗ, ਉਹਨਾਂ ਆਪਾਂ ਫਿਰ ਦਿੰਦੇ। ਸੋ ਇਹਨੂੰ ਆਪਾਂ ਥੋੜਾ ਰਿਪੀਟ ਕਰ ਦਿੰਦੇ ਹਾਂ ਕਿ ਸਰੋਂ ਦਾ ਤੇਲ ਜਿਵੇਂ ਤੁਸੀਂ 100 ml ਲਿਆ, ਉਹਦੇ ਵਿੱਚ ਮੁਸ਼ਕ ਥੋੜਾ ਜਿਹਾ ਪਾ ਸਕਦੇ ਹੋ ਤੁਸੀਂ, ਥੋੜਾ ਜਿਹਾ ਨਮਕ 1 ਗ੍ਰਾਮ ਦੇ ਕਰੀਬ ਉਹ ਪਾ ਕੇ 2 ਤੋਂ 4 ਗ੍ਰਾਮ ਨਮਕ ਪਾ ਲਓ, ਕੋਈ ਪ੍ਰੋਬਲਮ ਨਹੀਂ। ਨਿੱਘਾ ਕਰਕੇ ਛਾਤੀ ਦੇ ਉੱਪਰ ਮਸਾਜ ਕਰਨੀ, ਉਸ ਤੋਂ ਬਾਅਦ ਸਟੀਮ ਲੈ ਸਕਦੇ ਹੋ ਜਾਂ ਫਿਰ ਅੱਕ ਦੇ ਕੇ ਉਹਨਾਂ ਦੇ ਉੱਪਰ ਕਿਸੇ ਪੋਟਲੀ ਦਾ ਸੇਕ ਦੇ ਸਕਦੇ ਹੋ। ਪੋਟਲੀ ਤੁਸੀਂ ਨਮਕ ਤੋਂ ਬਣਾ ਸਕਦੇ ਹੋ, ਰੇਤ ਤੋਂ ਬਣਾ ਸਕਦੇ ਹੋ, ਉਹਨੂੰ ਨਿੱਘਾ ਕਰਕੇ ਉਹਦੇ ਨਾਲ ਤੁਸੀਂ ਸੇਕ ਵੀ ਸਕਦੇ ਹੋ। ਡਾਕਟਰ ਸਾਹਿਬ ਆਪਾਂ ਨੂੰ ਮੈਸੇਜ ਪ੍ਰੋਫੈਸਰ ਸੀਮਾ ਭਾਟੀਆ ਜੀ ਦੇ, ਤੇ ਉਹ ਬਹੁਤ ਜ਼ਿਆਦਾ ਅਪਰੀਸ਼ੀਏਟ ਕਰ ਰਹੇ ਆਪਣੇ ਇਸ ਐਫਰਟ ਨੂੰ ਔਰ ਕਹਿ ਰਹੇ ਨੇ ਕਿ ਇਹੋ ਜਿਹੇ ਕ੍ਰਿਟੀਕਲ ਮਾਹੌਲ ਦੇ ਵਿੱਚ ਤੁਸੀਂ ਹੋਮ ਰੈਮੇਡੀਜ਼ ਦੱਸ ਦਿਓ ਜਿਹੜੀਆਂ ਕਿ ਕਾਫੀ ਯੂਸਫੁਲ ਨੇ। ਸੋ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ। ਔਰ ਕੁਝ ਨੇਮਸ ਐਸੇ ਨੇ ਜਿਹੜੇ ਮੇਰੇ ਕੋਲ ਪੜ੍ਹੇ ਵੀ ਨਹੀਂ ਜਾ ਰਹੇ, ਉਹਨਾਂ ਦੇ ਵੀ ਕੰਪਲੀਮੈਂਟਸ ਆ ਰਹੇ। ਗੁਰਨਾਮ ਸਿੰਘ ਜੀ ਭੱਲਾ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਸੋ ਬੇਸਿਕਲੀ ਜਿਹੜੇ ਸੱਜਣ ਪਸੰਦ ਕਰ ਰਹੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ। ਔਰ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਆਪਾਂ ਸਵਾਲ ਵੀ ਲੈ ਲਈਏ। ਇਸ ਵਾਰੀ ਤੇ ਸਿਰਫ ਕਹਿਣ ਦੀ ਕੋਸ਼ਿਸ਼ ਸੀ ਕਿ ਜੋ ਆਪਾਂ ਕਹਿਣ ਵਾਸਤੇ ਆਏ ਸੀ, ਕਹਿਣਾ ਚਾਹੁੰਦੇ ਸੀ, ਤੇ ਉਹ ਕਹਿ ਜਾਈਏ, ਸੁਣਾ ਜਾਈਏ, ਉਸ ਤੋਂ ਬਾਅਦ ਸੁਣਾਂਗੇ ਵੀ ਨੈਕਸਟ ਟਾਈਮ। ਸੋ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਆਪਣੀ ਗੱਲ ਸੁਣਾਉਣੀ ਹੈ, ਤੁਸੀਂ ਕੁਐਸਚਨਸ ਪੁੱਛਣੇ ਆ ਜਾਂ ਫਿਰ ਤੁਹਾਡੀ ਕੋਈ ਪ੍ਰੋਬਲਮ ਹੈ, ਤੁਸੀਂ ਉਸ ਦਾ ਹੱਲ ਚਾਹੁੰਦੇ ਹੋ ਔਨ ਦਾ ਸਪੌਟ ਲਾਈਵ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜੀ YouTube ਚੈਨਲ ਸਬਸਕ੍ਰਾਈਬ ਕਰੋ। YouTube ਚੈਨਲ ਦਾ ਨੇਮ ਹੈ ਵਰਲਡ ਮੀਡੀਆ USA। ਵਰਲਡ ਮੀਡੀਆ USA ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬ ਦਿਓ, ਤੁਹਾਨੂੰ ਹਰ ਚੀਜ਼ ਦੀ ਇਨਫੋਰਮੇਸ਼ਨ ਮਿਲ ਜਾਏਗੀ। ਫੇਸਬੁੱਕ ਪੇਜ ਦੇ ਉੱਪਰ ਤੁਸੀਂ ਲਾਈਕ ਦਬ ਕੇ ਰੱਖੋ, ਤੁਹਾਨੂੰ ਉੱਥੇ ਵੀ ਪਤਾ ਲੱਗ ਜਾਏਗਾ। ਔਰ ਨੈਕਸਟ ਟਾਈਮ ਕੋਸ਼ਿਸ਼ ਇਹ ਰਹੇਗੀ ਕਿ ਪੋਸੀਬਲੀ ਤੁਹਾਡੇ ਮੈਸੇਜ ਲੈ ਸਕਦੇ ਹਾਂ, ਤੁਹਾਡੇ ਕੁਐਸਚਨਸ ਲੈ ਸਕਦੇ ਹਾਂ ਔਰ ਤੁਹਾਡੇ ਜਿਹੜੇ ਕਾਲਸ ਵੀ ਲੈ ਸਕਦੇ ਹਾਂ। ਲੇਕਿਨ ਡਾਕਟਰ ਸਾਹਿਬ ਇਹ ਵੀ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਕਿ ਆਪਾਂ ਹਫਤੇ ਦੀ ਵੇਟ ਕਰੀਏ, ਖੁਦਾ ਨਾ ਖਾਸਤਾ ਕਿਸੇ ਵੀ ਸੱਜਣ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਭਾਵੇਂ ਉਹ ਇੰਡੀਆ 'ਚ ਬੈਠਾ, ਭਾਵੇਂ ਉਹ ਬਾਹਰ ਬੈਠਾ, ਕਿਸੇ ਵੀ ਕੰਟਰੀ ਵਿੱਚ ਸਾਨੂੰ ਹੁਣ ਲਾਈਵ ਦੇ ਵਿੱਚ ਸੁਣ ਦੇਖ ਰਿਹਾ ਜਾਂ ਫਿਰ ਇਸ ਤੋਂ ਬਾਅਦ ਜਿਹੜੀ ਰਿਕਾਰਡਿੰਗ ਪਈ ਹੋਏਗੀ ਉਹਨੂੰ ਵੇਖ ਸੁਣ ਰਹੇ ਹੋਣਗੇ। ਜਾਂ ਫਿਰ ਕਈ ਵਾਰੀ ਇਹ ਹੁੰਦਾ ਕਿ ਕੁਝ ਸੱਜਣ ਪਬਲਿਕਲੀ ਉਸ ਚੀਜ਼ ਨੂੰ, ਕੋਈ ਆਪਣੀ ਪ੍ਰੋਬਲਮ ਨੂੰ ਸ਼ੇਅਰ ਨਹੀਂ ਕਰਨਾ ਚਾਹੁੰਦੇ। ਸੋ ਤੁਸੀਂ ਆਪਣਾ ਰਾਬਤਾ ਜ਼ਰੂਰ ਦੱਸ ਦੇਣਾ ਕਿ ਕਿਸ ਤਰੀਕੇ ਨਾਲ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ ਹੈ। ਹਾਂਜੀ, ਤੁਸੀਂ ਜਿਹੜਾ ਨਾ ਮੈਨੂੰ ਮੇਰੇ WhatsApp ਤੇ ਕੰਟੈਕਟ ਕਰ ਸਕਦੇ ਹੋ, ਜਾਂ ਮੇਰਾ ਫੋਨ ਨੰਬਰ ਹੈ 730 +91 730 77 92522 ਜਾਂ ਫਿਰ +91 730 76 79 722। ਇਹ ਤੇ ਤੁਸੀਂ ਜਿਹੜਾ ਪਹਿਲਾ ਨੰਬਰ ਸੌਖਾ ਸੀ। ਹਾਂਜੀ, 730 ਪਹਿਲਾ ਨੰਬਰ ਜਿਹੜਾ ਤੁਸੀਂ ਬੋਲਿਆ ਰਿਪੀਟ ਕਰ ਦਿਓ ਜੀ। +91 730 77 92522। ਇੱਥੇ ਤੁਸੀਂ ਜਿਹੜਾ WhatsApp ਕਰ ਦੋਗੇ ਤਾਂ ਵੀ, ਹਾਂਜੀ, ਜੇ ਤੁਸੀਂ ਇੱਥੇ WhatsApp ਕਰ ਦੋਗੇ ਤਾਂ ਵੀ ਤੁਹਾਨੂੰ ਸਾਰੀ ਡਿਟੇਲਸ ਜਿਹੜੀਆਂ ਨੇ ਮਿਲ ਜਾਣਗੀਆਂ। ਮੇਰੇ YouTube ਚੈਨਲ ਵੀ ਹੈ DEEVYAAYURVEDA ਪੰਚਕਰਮਾ ਸੈਂਟਰ PANCHKARMA ਪੰਚਕਰਮਾ ਸੈਂਟਰ। ਜੇ ਤੁਸੀਂ ਗੂਗਲ ਤੇ ਮੇਰਾ ਨਾਮ ਵੀ ਪਾਓਗੇ ਤਾਂ ਵੀ ਤੁਹਾਨੂੰ ਡਿਟੇਲਸ ਮਿਲ ਜਾਣਗੀਆਂ। ਜੇ ਤੁਸੀਂ YouTube ਚੈਨਲ ਦੇਖੋਗੇ ਤੇ ਦਿਵਿਆ ਆਯੁਰਵੈਦ ਪੰਚਕਰਮਾ ਸੈਂਟਰ ਦੇ ਨਾਮ ਤੋਂ ਮੇਰਾ ਦਿਵਿਆ ਆਯੁਰਵੈਦ ਪੰਚਕਰਮਾ ਸੈਂਟਰ ਦਾ YouTube ਚੈਨਲ ਵੀ ਹੈ। ਇੱਥੇ ਤੁਹਾਨੂੰ ਸਾਰੀਆਂ ਮੇਰੀਆਂ ਡਿਟੇਲਸ ਮਿਲ ਜਾਣਗੀਆਂ ਤੇ ਤੁਸੀਂ ਇਸ ਨੰਬਰ ਤੇ ਕਦੇ ਵੀ ਮੇਰੇ ਨਾਲ ਕੰਟੈਕਟ ਕਰਕੇ ਕੁਝ ਵੀ ਪੁੱਛ ਸਕਦੇ। ਸੋ ਮੇਰਾ ਇੱਕ ਸੁਜੈਸ਼ਨ ਹੋਏਗਾ ਕਿ ਜੇ ਤੁਹਾਨੂੰ ਕੋਈ ਸੱਜਣ ਇਹ ਵਾਲਾ ਜਿਹੜਾ ਆਪਣਾ ਲਾਈਵ ਸੈਸ਼ਨ ਸੁਣ ਕੇ ਜਾਂ ਉਸ ਤੋਂ ਬਾਅਦ ਰਿਕਾਰਡਿੰਗ ਸੁਣ ਕੇ ਕੰਟੈਕਟ ਕਰਨਾ ਚਾਹ ਰਿਹਾ ਹੈ, ਨੰਬਰ ਤੁਸੀਂ ਬੋਲਿਆ ਉਹਦੇ ਤੇ ਕੰਟੈਕਟ ਕਰਨਾ ਚਾਹ ਰਿਹਾ, ਤਾਂ ਬੈਠੇ ਰਹੇ ਕਿ ਤੁਸੀਂ ਆਪਣਾ ਨੇਮ, ਆਪਣੇ ਕੰਟਰੀ ਦਾ ਨੇਮ
ਔਰ ਵਰਲਡ ਮੀਡੀਆ ਯੂਐਸਏ ਦਾ ਰੈਫਰੈਂਸ ਜ਼ਰੂਰ ਦੇ ਦੇਣਾ ਕਿ ਇੱਥੋਂ ਸੁਣ ਕੇ ਤੁਹਾਡੇ ਤੱਕ ਪਹੁੰਚੇ, ਤਾਂ ਤੁਹਾਡੇ ਲਈ ਈਜ਼ੀ ਹੋ ਜਾਏਗਾ ਕਿ ਕਿਹੜੇ ਸੋਰਸ ਤੋਂ ਪੇਸ਼ੈਂਟ ਤੁਹਾਡੇ ਤੱਕ ਆ ਰਿਹਾ। ਸੋ ਤੁਹਾਡੀਆਂ ਜਿਹੜੀਆਂ ਸਪੈਸ਼ਲਿਸਟਸ ਹੈ ਉਹ ਤੁਹਾਡੀ ਵੈਬਸਾਈਟ ਤੇ ਸੱਜਣ ਦੇਖ ਸਕਦੇ ਨੇ, ਉਹਦੇ ਬਾਰੇ ਸਮਝ ਸਕਦੇ ਨੇ। ਤੇ ਬਹੁਤ ਸਾਡਾ ਬੇਸਿਕ ਜਿਹੜਾ ਫੰਡ ਹੈ, ਕੋਈ ਐਡਵਰਟਾਈਜ਼ਮੈਂਟ ਨਹੀਂ ਹੈ ਇੱਥੇ। ਬੇਸਿਕ ਸਾਡਾ ਜਿਹੜਾ ਮਕਸਦ ਹੈ ਉਹ ਕਮਿਊਨਿਟੀ ਸਰਵਿਸ ਹੈ ਕਿ ਇਸ ਵਕਤ ਇੰਨੀ ਮੁਸ਼ਕਿਲ ਦੇ ਵਿੱਚੋਂ ਲੰਘ ਰਿਹਾ ਜਿਹੜਾ ਸਾਰਾ ਵਰਲਡ, ਸਿਹਤ ਪੱਖੋਂ ਇੰਨੀਆਂ ਪ੍ਰੋਬਲਮਸ ਨੇ ਕਿ ਅਸੀਂ ਬਾਹਰ ਕਿਤੇ ਜਾ ਨਹੀਂ ਸਕਦੇ, ਕਿਤੇ ਕੰਟੈਕਟ ਕਰ ਨਹੀਂ ਸਕਦੇ। ਸੋ ਜੇਕਰ ਸਾਨੂੰ ਕੋਈ ਈਜ਼ੀ ਜ਼ਰੀਆ ਲੱਭ ਸਕਦਾ ਹੈ ਕਿ ਅਸੀਂ ਸਮਝਾ ਸਕੀਏ, ਗਾਈਡ ਕਰ ਸਕੀਏ ਕਿਸੇ ਬਾਰੇ, ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ ਵਰਲਡ ਮੀਡੀਆ ਯੂਐਸਏ ਦੇ ਜ਼ਰੀਏ। ਡਾਕਟਰ ਰਤੀਸ਼ ਚਾਵਲਾ ਜੀ ਨੇ ਬਹੁਤ ਆਪਣਾ ਕੀਮਤੀ ਵਕਤ ਦਿੱਤਾ ਹੈ ਕਿ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਇਸ ਚੈਨਲ ਦੇ ਜ਼ਰੀਏ। ਸੋ ਬੇਸਿਕ ਫੰਡ ਉਹੀ ਹੈ। ਹਾਂ, ਜਿਹੜੇ ਰਿਸੋਰਸਿਸ ਤੋਂ ਉਸ ਤੋਂ ਬਾਅਦ ਤੁਸੀਂ ਹੈਲਪ ਕਰਨੀ ਹੈ, ਉਹ ਨੈਚੁਰਲੀ ਤੁਸੀਂ ਹਰ ਚੀਜ਼ ਪ੍ਰੋਡਿਊਸ ਤਾਂ ਘਰੇ ਕਰਨੀ ਨਹੀਂ ਹੁੰਦੀ ਹੈ ਨਾ। ਜੇ ਤੁਹਾਨੂੰ ਇਨ ਕੇਸ ਰੈਮਡੀਜ਼ ਤੋਂ ਵੱਧ ਕੋਈ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਉਹ ਉਹਦੇ ਅਕੋਰਡਿੰਗਲੀ ਹੁੰਦਾ। ਲੇਕਿਨ ਜਿਹੜੇ ਬਾਕੀ ਉਸ ਲੈਵਲ ਤੱਕ ਜਿਹੜੀ ਹੈ ਉਹ ਸਾਡੀ ਸਾਰੀ ਕਮਿਊਨਿਟੀ ਸਰਵਿਸ ਦੇ ਅੰਦਰ ਹੀ ਸਾਡਾ ਐਫਰਟ ਆਉਂਦਾ ਹੈ। ਸੋ ਮੇਰੇ ਖਿਆਲ ਅੱਜ ਇਜਾਜ਼ਤ ਆਪਾਂ ਹੋਮ ਰੈਮਡੀਜ਼ ਦੇ ਰਾਹੀਂ ਮਦਦ ਕਰ ਸਕਦੇ ਹੋ, ਆਪਾਂ ਹੋਮ ਰੈਮਡੀਜ਼ ਰਾਹੀਂ ਦੱਸਾਂਗੇ। ਈਵਨ ਕਿ ਮੇਰੀ ਇੱਕ ਬੁੱਕ ਵੀ ਹੈ ਜਿਹੜੀ ਪੂਰੀ ਦੀ ਪੂਰੀ ਡੈਡੀਕੇਟਡਲੀ ਹੋਮ ਰੈਮਡੀਜ਼ ਦੇ ਉੱਤੇ ਹੀ ਹੈ। ਦੈਟ ਇਜ਼ ਫੂਡ ਕੈਨ ਬੀ ਮੈਡੀਸਨ, ਮੈਡੀਸਨ ਕੈਨ ਬੀ ਫੂਡ। ਇਹ ਇੰਟਰਨੈਟ ਤੇ ਵੀ ਅਵੇਲੇਬਲ ਹੈ। ਇਹਦੇ ਵਿੱਚ ਆਲਮੋਸਟ ਮੋਰ ਦੈਨ 200 ਹੋਮ ਰੈਮਡੀਜ਼ ਜਿਹੜੀਆਂ ਸਿਰਫ ਆਪਾਂ 18 ਤੋਂ 19 ਮਸਾਲੇ ਲਿੱਤੇ ਆ ਜੋ ਸਾਡੀ ਕਿਚਨ ਦੇ ਵਿੱਚ ਪਏ ਆ, ਉਹ ਮਸਾਲਿਆਂ ਰਾਹੀਂ ਹੀ ਆਪਾਂ ਕਿੱਦਾਂ ਆਪਣੀ ਜਿਹੜੀ ਮੈਡੀਸਨ ਦਾ ਕੰਮ ਲੈ ਸਕਦੇ ਹਾਂ। ਉਹ ਉਸ ਬੁੱਕ ਦੇ ਵਿੱਚ ਸਾਰਾ ਕੁਝ ਉਹੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਕਿ ਕਿਹੜੀ, ਜਿੱਦਾਂ ਕੈਂਫਰ ਦੇ ਮੈਂ ਗੁਣ ਦੱਸੇ ਹੈ, ਅਜਵਾਇਨ ਦੇ ਗੁਣ ਦੱਸਿਆ। ਇਹ ਸਾਰੀਆਂ ਚੀਜ਼ਾਂ ਜੋ 18 ਮਸਾਲੇ ਸਾਡੀ ਕਿਚਨ ਦੇ ਵਿੱਚ ਪਏ ਆ, ਉਹਦੇ ਨਾਲ ਆਪਾਂ ਇਹ ਪ੍ਰੋਬਲਮ ਨੂੰ ਕਿੱਦਾਂ ਆਪਾਂ ਸੋਲਵ ਕਰ ਸਕਦੇ ਹਾਂ, ਉਹ ਤੋਂ ਦੱਸਿਆ ਜਾਂਦਾ ਹੈ। ਜੋ ਇਸ ਤੋਂ ਇਲਾਵਾ ਇਸ ਤੋਂ ਬਿਯੋਂਡ ਜੋ ਵੀ ਪ੍ਰੋਬਲਮ, ਉਹ ਗੂਗਲ ਦੇ ਵਿੱਚ ਜਾ ਕੇ ਤੁਸੀਂ ਸਰਚ ਕਰੋਗੇ ਤੇ ਤੁਹਾਨੂੰ bookscammer.com ਤੇ ਵੀ ਅਵੇਲੇਬਲ ਹੋ ਜਾਏਗੀ। ਉਹ ਆਨਲਾਈਨ ਸਟੋਰਸ ਤੇ ਅਵੇਲੇਬਲ ਹੈਗੀ ਹੈ। ਉਹਦੀ ਹਾਰਡ ਕਾਪੀ ਵੀ ਅਵੇਲੇਬਲ ਹੈ ਤੇ ਉਹਦੀ ਸੌਫਟ ਕਾਪੀ ਵੀ ਅਵੇਲੇਬਲ ਹੈ। ਜੀ ਜੀ, ਇੱਕ ਮੈਸੇਜ ਆ ਰਿਹਾ ਹੈ, ਗ੍ਰੇਸ ਇਦਾਂ ਲਿਖਿਆ ਆ ਰਿਹਾ ਉਹਨਾਂ ਦਾ ਆਈਡੀ ਨੇਮ, ਉਹ ਵੀ ਅਪਰੀਸ਼ੀਏਟ ਕਰ ਰਹੇ ਨੇ ਆਪਣੇ ਐਫਰਟ ਨੂੰ। ਔਰ ਪ੍ਰੋਫੈਸਰ ਸੀਮਾ ਭਾਟੀਆ ਬਹੁਤ ਸਾਰਾ ਪਿਆਰ ਭੇਜ ਰਹੇ ਨੇ ਜੀ, ਬਲੇਸਿੰਗਸ ਭੇਜ ਰਹੇ ਨੇ। ਗ੍ਰੇਸ ਹੋਰਾਂ ਨੇ ਲਿਖਿਆ ਕਿ ਗੁੱਡ ਇਨਫੋਰਮੇਸ਼ਨ। ਸੋ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਜੀ ਕਿ ਤੁਸੀਂ, ਮੈਨੂੰ ਪਤਾ ਕਿ ਬਹੁਤ ਕੀਮਤੀ ਵਕਤ ਹੁੰਦਾ, ਸਾਰਾ ਦਿਨ ਪ੍ਰੈਕਟਿਸ 'ਚ ਬਿਜ਼ੀ ਹੁੰਦੇ, ਉਸ ਤੋਂ ਬਾਅਦ ਤੁਸੀਂ ਕਾਫੀ ਟਾਈਮ, ਤਕਰੀਬਨ 1.5 ਘੰਟਾ ਹੋ ਚੱਲੇ ਆਪਾਂ ਨੂੰ ਗੱਲ ਕਰਦੇ, ਉਸ ਤੋਂ ਪਹਿਲਾਂ ਦੇ ਆਪਾਂ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਬਹੁਤ ਤੁਸੀਂ ਆਪਣਾ ਕੀਮਤੀ ਵਕਤ ਕੱਢਿਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਦੁਆਵਾਂ ਤੁਹਾਡੇ ਪਰਿਵਾਰ ਲਈ। ਤੁਸੀਂ ਵੀ ਸਿਹਤਯਾਬ ਰਹੋ, ਕਿਉਂਕਿ ਜਿਹੜੇ ਫਰੰਟ ਲਾਈਨ ਵਰਕਰਸ ਹੈ ਉਹ ਸਭ ਤੋਂ ਜ਼ਿਆਦਾ ਐਟ ਰਿਸਕ ਨੇ। ਸਭ ਤੋਂ ਜ਼ਿਆਦਾ ਮੁਸ਼ਕਿਲ ਦੌਰ ਉਹਨਾਂ ਲਈ ਵੀ ਚੱਲ ਰਿਹਾ, ਜਿੱਥੇ ਸਫਰਰਸ ਲਈ ਚੱਲ ਰਿਹਾ ਉੱਥੇ ਫਰੰਟ ਲਾਈਨ ਵਰਕਰਸ ਲਈ ਵੀ ਚੱਲ ਰਿਹਾ। ਸੋ ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਸਾਂਝਾ ਕਰੋ। ਬਿਲਕੁਲ, ਘਰ ਦੇ ਵਿੱਚ ਰਹੋ, ਕੋਸ਼ਿਸ਼ ਇਹ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਦੀ ਕੇਅਰ ਕਰੋ। ਪ੍ਰਾਣਾਯਾਮ, ਮੈਡੀਟੇਸ਼ਨ ਜ਼ਿਆਦਾ ਤੋਂ ਜ਼ਿਆਦਾ ਕਰੋ। ਚੰਗੀਆਂ ਚੀਜ਼ਾਂ ਖਾਓ ਰਾਦਰ ਦੈਨ ਪੈਕਡ ਫੂਡ ਆਈਟਮਸ। ਬਾਹਰ ਦੀਆਂ ਚੀਜ਼ਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਕੋਈ ਵੀ ਜਿੰਨੇ ਵੀ ਪ੍ਰੀਜ਼ਰਵੇਟਿਵ ਵਾਲੇ ਫੂਡਸ ਨੇ ਇਹਨਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਤੇ ਜਿੰਨਾ ਕੁ ਆਪਾਂ ਘਰ ਦੇ ਵਿੱਚ ਰਵਾਂਗੇ ਉਹਨਾਂ ਜ਼ਿਆਦਾ ਹੈਲਦੀ ਰਵਾਂਗੇ, ਇਸ ਬਿਮਾਰੀ ਤੋਂ ਬਚ ਕੇ ਰਵਾਂਗੇ। ਸਟੇ ਹੋਮ, ਸਟੇ ਸੇਫ। ਤੇ ਦੁਬਾਰਾ ਫਿਰ ਜਿੱਦਾਂ ਹੀ ਬੁਲਾਣਗੇ ਆਪਾਂ ਜ਼ਰੂਰ ਹਾਜ਼ਰ ਹੋਵਾਂਗੇ। ਅਵਨੀਤ ਕੌਰ ਜੀ ਵੀ ਕਹਿ ਰਹੇ ਨੇ, ਥੈਂਕ ਯੂ ਸੋ ਮਚ ਫॉर ਸੱਚ ਯੂਜ਼ਫੁਲ ਇਨਫੋਰਮੇਸ਼ਨ। ਸੋ ਮੇਰੇ ਵੱਲੋਂ, ਵਰਲਡ ਮੀਡੀਆ ਯੂਐਸਏ ਦੀ ਪੂਰੀ ਟੀਮ ਵੱਲੋਂ ਔਰ तमाम ਸਰੋਤਿਆਂ ਤੇ ਦਰਸ਼ਕਾਂ ਵੱਲੋਂ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਸ਼ੁਕਰੀਆ। ਉਮੀਦ ਰਹੇਗੀ ਕਿ ਜਲਦੀ ਗੱਲਬਾਤ ਕਰਾਂਗੇ। ਕਿਸੇ ਮੁਸ਼ਕਿਲ ਵਾਸਤੇ ਨਹੀਂ, ਸਿਹਤਯਾਬੀ ਵਾਸਤੇ ਆਈਏ, ਚੜ੍ਹਦੀ ਕਲਾ ਦੇ ਟੋਟਕੇ ਲੈ ਕੇ ਆਈਏ, तो ਸਾਡੇ ਲਈ ਵੀ ਵਧੀਆ ਤੇ तमाम ਲੋਕਾਂ ਲਈ ਵੀ ਵਧੀਆ। ਥੈਂਕ ਯੂ ਵਨਸ ਅਗੇਨ। ਔਰ ਦਰਸ਼ਕਾਂ ਵਾਸਤੇ ਵੀ ਕਹਿੰਦੀ ਹੈ ਕਿ ਥੈਂਕਸ ਫॉर ਵਾਚਿੰਗ, ਥੈਂਕਸ ਫॉर ਪ੍ਰੋਵਾਈਡਿੰਗ ਯੂਰ ਯੂਜ਼ਫੁਲ ਟਾਈਮ। ਔਰ ਜਿੰਨੀਆਂ ਵੀ ਟੈਕਨੀਕਲ ਮੁਸ਼ਕਿਲਾਤ ਆਈਆਂ ਉਹਨਾਂ ਦੇ ਲਈ ਬਹੁਤ ਬਹੁਤ ਮਾਫੀ ਮੰਗਦੇ ਆ। ਹੋ ਜਾਂਦਾ ਜੀ, ਮਸ਼ੀਨਰੀ ਹੈ, ਇੰਟਰਨੈਟ ਹੈ, ਮੌਸਮ ਵੀ ਖਰਾਬ ਹੈ, ਬੱਦਲ ਜਦੋਂ ਹੁੰਦੇ ਨਾ ਮੌਸਮ ਖਰਾਬ ਹੁੰਦਾ, ਤਾਰਾਂ ਕਮਜ਼ੋਰ ਪੈ ਜਾਂਦੀਆਂ, ਗਿੱਲੀਆਂ ਹੋ ਜਾਂਦੀਆਂ ਤੇ ਫਿਰ ਮੁਸ਼ਕਿਲ ਆਉਂਦੀ ਹੈ। ਸੋ ਉਮੀਦ ਹੈ ਤੁਸੀਂ ਸਾਰੀਆਂ ਗੱਲਾਂ ਨੂੰ ਸਮਝਦੇ ਹੋ। ਤੇ stay tuned to World Media USA. Stay safe, stay healthy, stay happy. Take very good care of yourself. Bye-bye.